ਉਹ ਅੱਜਕੱਲ ਇਨਫੈਂਟ ਫਾਰਮੂਲਾ, ਸੈਰੇਲੈਕ, ਹੌਰਲਿਕਸ, ਬੋਰਨਵੀਟਾ ਤੇ ਇਸ ਤਰ੍ਹਾਂ ਦੁੱਧ ਪਾਊਡਰ ਦੇ ਨਾਲ ਨੈਸਲੇ, ਇਹਨਾਂ ਦੀ ਬਹੁਤ ਜ਼ਿਆਦਾ ਪ੍ਰਚਲਨ ਚੱਲ ਪਿਆ ਹੈਗਾ। ਜਿਹੜਾ ਸਾਡੇ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਮਾਂ ਦਾ ਮਦਰਸ ਮਿਲਕ ਚਾਹੀਦਾ ਹੁੰਦਾ ਹੈ ਜਿਹਦੇ ਨਾਲ ਉਹ ਗਰੋ ਕਰਦੇ ਹੈਗੇ। ਬਟ ਜਦ ਆਪਾਂ ਉਹਨਾਂ ਨੂੰ ਸਿੰਥੈਟਿਕ ਕੈਮੀਕਲ ਵਾਲਾ ਦੁੱਧ ਦੇਣਾ ਸ਼ੁਰੂ ਕਰ ਦਿੰਦੇ ਹੈਗੇ ਤੇ ਅੰਦਰ ਉਹਨਾਂ ਦੇ ਨਿਊਟ੍ਰੀਸ਼ਨ ਜਿਹੜਾ ਜਾਣਾ ਚਾਹੀਦਾ ਉਹ ਜਾਂਦਾ ਨਹੀਂ ਹੈਗਾ ਤੇ ਉਹਦੇ ਕਰਕੇ ਆਪਣੀ ਹੀ ਅਲੱਗ ਤੋਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। तो देखा की गया कि ਜਿਹੜੇ ਬੱਚਿਆਂ ਨੇ ਵੈਕਸੀਨ ਲਗਵਾਈ ਸੀ ਉਹਨਾਂ ਵਿੱਚ 22% ਟਾਈਮਸ ਅਸਥਮਾ ਦੇ ਕੇਸਿਸ ਜ਼ਿਆਦਾ ਸੀਗੇ ਤੇ 23 ਬੱਚੇ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਕੋਈ ਵੈਕਸੀਨ ਨਹੀਂ ਲਗਵਾਈ ਸੀਗੀ ਤੇ ਉਹਨਾਂ ਨੂੰ ਕੋਈ ਵੀ ਐਸਥਮਾ ਤੋਂ ਜਾਂ ਬਰੀਥਿੰਗ ਡਿਫਿਕਲਟੀ ਨਹੀਂ ਸੀਗੀ। ਫਲੂ ਸ਼ਾਟ ਲਗਾਉਣ ਦੇ ਕੇਸ ਵਿੱਚ 3 ਗੁਣਾ ਜ਼ਿਆਦਾ ਪ੍ਰੋਬਲਮ ਐਸਥਮਾ ਦੀ ਜਿਹੜੀ ਹੈਗੀ ਉਹ ਆਂਦੀ ਹੈਗੀ। ਇਹ 2007 ਵਿੱਚ ਰਿਪੋਰਟ ਪਬਲਿਸ਼ ਹੋਈ ਸੀਗੀ। ਐਂਡ ਜਿਵੇਂ ਜਿਵੇਂ ਟਾਈਮ ਨਿਕਲਦਾ ਜਾਂਦਾ ਹੈਗਾ ਉੱਦਾਂ ਇਹ ਪੰਪ ਲੈਣ ਦੀ ਫ੍ਰੀਕੁਐਂਸੀ ਵੀ ਵੱਧਦੀ ਜਾਂਦੀ ਹੈਗੀ ਕਿਉਂਕਿ ਇੱਕ ਪ੍ਰੋਗਰੈਸਿਵ ਡਿਸੀਜ਼ ਹੈ, ਮਤਲਬ ਵੱਧਦੀ ਜਾਂਦੀ ਹੈਗੀ। ਪ੍ਰੋਗਰੈਸਿਵ ਕਿਉਂ ਹੈ? ਕਿਉਂਕਿ ਜਿਸ ਕਾਰਨ ਕਰਕੇ ਐਸਮਾ ਬਣਿਆ ਸੀਗਾ ਉਸ ਕਾਰਨ ਨੂੰ ਅਸੀਂ ਠੀਕ ਹੀ ਨਹੀਂ ਕੀਤਾ। ਜਦ ਤੱਕ ਆਪਾਂ ਉਸ ਕਾਰਨ ਵਿੱਚ ਰਹਿੰਦੇ ਰਵਾਂਗੇ ਤਿਵੇਂ ਐਸਮਾ ਵੱਧਦਾ ਜਾਵੇਗਾ। ਪਾਣੀ ਗੰਦਾ ਹੋ ਜਾਵੇ ਤੇ ਮੱਛਲੀਆਂ ਆਪਣੇ ਆਪ ਬਿਮਾਰ ਹੋਣਗੀਆਂ। ਹੁਣ ਮੱਛਲੀ ਨੂੰ ਆਪਾਂ ਦਵਾਈ ਦਿੰਦੀ ਜਾਈਏ ਲੇਕਿਨ ਪਾਣੀ ਨੂੰ ਨਾ ਸਾਫ਼ ਕਰੀਏ ਤੇ ਉਹਦਾ ਕੋਈ ਸੋਲੂਸ਼ਨ ਨਿਕਲਣਾ ਨਹੀਂ ਹੈਗਾ। ਸੋ ਹੁਣ ਸਾਨੂੰ ਆਪਣੀ ਬੋਡੀ ਦੇ ਅੰਦਰ ਦਾ ਜਿਹੜਾ ਐਕੁਆਰੀਅਮ ਹੈਗਾ, ਜਿਹੜਾ ਅੰਡਰ ਦਾ এনवायरमेंट ਹੈਗਾ, ਜਦ ਆਪਾਂ ਇਹਨੂੰ ਸਾਫ਼ ਕਰ ਦਈਏ, ਮਿਊਕਸ ਬਾਹਰ ਕੱਢ ਦਈਏ ਤੇ ਸਾਡੀ ਜਿਹੜੀ ਸਿੰਪਟਮਸ ਹੈਗੇ ਅਸਥਮਾ ਦੇ, ਚਾਹੇ ਬ੍ਰੌਂਕਾਈਟਿਸ ਦੇ, ਚਾਹੇ ਸਾਈਨਸ ਦੇ, ਚਾਹੇ COPD ਦੇ, ਇਹ ਠੀਕ ਹੋ ਜਾਂਦੇ ਹੈਗੇ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੀ ਸਿਹਤ ਨੂੰ ਲੈ ਕੇ। ਸੋ ਸਿਹਤ ਸੰਬੰਧੀ ਕੋਈ ਵੀ ਪ੍ਰੋਬਲਮ ਹੈਗੀ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਬਿਨਾਂ ਮੈਡੀਸਿਨਸ ਦੇ ਸਿਰਫ ਆਪਣੀ ਡਾਈਟ ਨੂੰ ਚੇਂਜ ਕਰਕੇ ਅਸੀਂ ਕਿਸ ਤਰੀਕੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਸੋ ਇਹਦੇ ਬਾਰੇ ਅਸੀਂ ਹਮੇਸ਼ਾ ਤੁਹਾਨੂੰ ਦੱਸਦੇ ਹੁੰਦੇ ਹਾਂ, ਜਾਣਕਾਰੀ ਦਿੰਦੇ ਹੁੰਦੇ ਹਾਂ। ਅਲੱਗ-ਅਲੱਗ ਬਿਮਾਰੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਾਂ, ਉਸ ਦੇ ਕਾਰਨ ਕੀ ਹੋ ਸਕਦੇ ਨੇ, ਉਸ ਦਾ ਇਲਾਜ ਕਿਸ ਤਰੀਕੇ ਨਾਲ ਸੰਭਵ ਹੈਗਾ ਬਿਨਾਂ ਦਵਾਈਆਂ ਤੋਂ, ਸਿਰਫ ਖਾਣ ਪੀਣ 'ਚ ਚੇਂਜਸ ਕਰਕੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਅਪਰ ਬੋਡੀ ਡਿਜ਼ੀਜ਼ਸ ਦੇ ਬਾਰੇ ਵਿੱਚ, ਖਾਸ ਤੌਰ ਤੇ ਜਿਹੜੀ ਸਾਡੀ ਸਾਹ ਦੇ ਨਾਲ ਰੈਲੇਵੈਂਟ ਹੈਗੇ ਆ। ਜਿਵੇਂ ਅਸੀਂ ਐਸਮਾ ਦੀ ਗੱਲ ਕਰ ਸਕਦੇ ਹਾਂ ਜਿਸ ਨੂੰ ਅਸਥਮਾ ਕਿਹਾ ਜਾਂਦਾ। ਸੋ ਅਸਥਮਾ ਦੇ ਪੇਸ਼ੈਂਟਸ, ਸਾਈਨਸ ਦੇ ਪੇਸ਼ੈਂਟਸ ਤੇ ਕੋਈ ਹੋਰ ਵੀ ਇਸ ਤਰੀਕੇ ਦੀ ਬਿਮਾਰੀ ਹੈਗੀ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ। ਤੁਹਾਡਾ ਕੋਈ ਵੀ ਸਵਾਲ ਹੈਗਾ ਸਿਹਤ ਨੂੰ ਲੈ ਕੇ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਵੀ ਜਵਾਬ ਦਿੱਤੇ ਜਾਣ ਤੇ ਅੱਜ ਦੀਆਂ ਬਿਮਾਰੀਆਂ ਉੱਤੇ ਵੀ ਅਸੀਂ ਪੂਰੀ ਚਰਚਾ ਕਰ ਸਕੀਏ। ਸੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਜੀ ਨਿਊਟ੍ਰੀਸ਼ਨ ਡਾਈਟੀਸ਼ੀਅਨ ਸਾਡੇ ਨਾਲ ਕਮਲਪ੍ਰੀਤ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ ਮੈਨੂੰ ਸ਼ੋਅ ਤੇ ਇਨਵਾਈਟ ਕਰਨ ਵਾਸਤੇ। ਕੀ ਹਾਲ ਚਾਲ ਹੈ? ਮੈਂ ਬਹੁਤ ਵਧੀਆ, ਤੁਸੀਂ ਕਿਵੇਂ ਹੋ? ਬਹੁਤ ਵਧੀਆ ਜੀ। ਸੋ ਕੋਸ਼ਿਸ਼ ਕਰਦੇ ਹੁੰਦੇ ਹਾਂ ਜਿਵੇਂ ਕਿ ਆਪਾਂ ਕਿ ਅਲੱਗ-ਅਲੱਗ ਬਿਮਾਰੀਆਂ ਬਾਰੇ ਜਾਣਕਾਰੀ ਦਈਏ ਤੇ ਬਹੁਤ ਸਹੀ ਤਰੀਕੇ ਨਾਲ, ਬਹੁਤ ਹੀ ਸਿੰਪਲ ਲਫ਼ਜ਼ਾਂ ਵਿੱਚ ਉਹਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ। ਸੋ ਅੱਜ ਤੁਸੀਂ ਮੈਨੂੰ ਕਿਹਾ ਕਿ ਆਪਾਂ ਅਪਰ ਬੋਡੀ ਡਿਜ਼ੀਜ਼ਸ ਦੇ ਬਾਰੇ ਵਿੱਚ ਗੱਲ ਕਰਨੀ ਹੈ। ਇਹਦੇ ਵਿੱਚ ਵੈਸੇ ਕਿਹੜੇ-ਕਿਹੜੇ ਡਿਜ਼ੀਜ਼ ਆ ਸਕਦੇ ਆ? ਮੈਂ ਸਿਰਫ 2 ਦੀ ਗੱਲ ਕੀਤੀ ਆ, ਅਸਥਮਾ ਦੀ ਗੱਲ ਕੀਤੀ ਆ ਜਾਂ ਸਾਈਨਸ ਦੀ ਗੱਲ ਕੀਤੀ ਆ, ਹੋਰ ਕਿਹੜੇ ਹੋ ਸਕਦੇ ਨੇ? ਹਾਂਜੀ, ਆਪਾਂ ਅਪਰ ਜਿਹੜੀ ਬੋਡੀ ਦੀ ਰੈਸਪੀਰੇਟਰੀ ਪ੍ਰੋਬਲਮਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਅਸਥਮਾ ਆ ਜਾਂਦਾ ਹੈਗਾ, ਸਾਈਨਸਾਈਟਿਸ ਆ ਜਾਂਦਾ ਹੈਗਾ, ਬ੍ਰੌਂਕਾਈਟਿਸ ਆ ਜਾਂਦਾ ਹੈ, ਐਫੀਸੀਮਾ ਆ ਜਾਂਦਾ ਹੈ, ਜੋ COPD ਦਾ ਬੇਸਿਕਲੀ ਕ੍ਰੋਨਿਕ ਆਬਸਟਰਕਟਿਵ ਪਲਮੋਨਰੀ ਡਿਜ਼ੀਜ਼ ਜਿਹੜੀ ਹੈਗੀ ਇਹ ਆ ਜਾਂਦੀ ਹੈਗੀ। ਇਸ ਤੋਂ ਇਲਾਵਾ TB ਹੋ ਗਿਆ, ਨਿਮੋਨੀਆ ਹੋ ਗਿਆ, ਹੋਰ ਕਾਫੀ ਸਾਰੇ ਡਿਜ਼ੀਜ਼ ਨੇ। ਬਟ ਟੁਡੇ ਵੀ ਆਰ ਟ੍ਰਾਈਂਗ ਟੂ ਫੋਕਸ ਮੋਰ ਔਨ ਐਸਮਾ, ਸਾਈਨਸਾਈਟਿਸ, ਜਿਹਦੇ ਵਿੱਚ ਬਰੀਥਿੰਗ ਡਿਫਿਕਲਟੀਜ਼ ਹੁੰਦੀਆਂ ਨੇ ਜੀ। ਸੋ ਜਿਵੇਂ ਤੁਸੀਂ ਬਰੀਥਿੰਗ ਡਿਫਿਕਲਟੀਜ਼ ਦੀ ਗੱਲ ਕੀਤੀ ਹੈ, ਐਸਮਾ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ। ਜਿਹੜਾ ਅਸਥਮਾ ਦੀ ਪ੍ਰੋਬਲਮ ਹੁੰਦੀ ਆ, ਸਾਹ ਲੈਣ 'ਚ ਤਕਲੀਫ ਹੁੰਦੀ ਹੈ, ਸੋ ਇਹ ਪ੍ਰੋਬਲਮ ਹੁੰਦੀ ਕਿਉਂ ਹੈ ਤੇ ਕੀ ਇਹ ਪ੍ਰੋਬਲਮ ਹੈ? ਹਾਂ, ਸੋ ਐਸਮਾ ਦੀ ਆਪਾਂ ਗੱਲ ਕਰੀਏ, ਸੋ ਐਸਮਾ ਦੇ ਕੇਸ ਵਿੱਚ ਕੀ ਹੁੰਦਾ ਹੈ, ਜਿਹੜਾ ਸਾਡਾ ਵਿੰਡ ਪਾਈਪ ਹੈ, ਜਿਹੜੀ ਸਾਡੀ ਸਾਹ ਲੈਣ ਦੀ ਨਲੀ ਹੈਗੀ, ਇਸ ਨਲੀ ਦੇ ਵਿੱਚ ਜਦ ਇਨਫਲੇਮੇਸ਼ਨ ਆ ਜਾਂਦੀ ਹੈਗੀ, ਇਨਫਲੇਮੇਸ਼ਨ ਦਾ ਮਤਲਬ ਹੈ ਘਾਅ ਹੋ ਜਾਣੇ, ਜ਼ਖਮ ਬਣ ਜਾਣੇ। ਸੋ ਇਹ ਮਾਈਕਰੋ ਲੈਵਲ ਤੇ ਹੁੰਦਾ ਹੈਗਾ। ਜਿਵੇਂ ਸਾਡੇ ਸਰੀਰ ਦੇ ਬਾਹਰ ਕੋਈ ਘਾਅ ਬਣੇ ਜਾਂ ਫਿਰ ਕੋਈ ਜ਼ਖਮ ਹੋਵੇ ਤੇ ਉਹਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਹੈ। ਐਜ਼ ਅ ਰਿਜ਼ਲਟ ਉੱਥੇ ਸਵੈਲਿੰਗ ਹੋ ਜਾਂਦੀ ਹੈਗੀ, ਉੱਥੇ ਰੈਡਨੈਸ ਹੋ ਜਾਂਦੀ ਹੈਗੀ, ਥੋੜੀ ਪੇਨ ਹੋ ਜਾਂਦੀ ਹੈ। ਸੋ ਇਹ ਜਦ ਸਾਡੀ ਬੋਡੀ ਦੇ ਅੰਦਰ ਹੁੰਦੀ ਹੈ ਐਂਡ ਇਨ ਦਾ ਕੇਸ ਆਫ ਐਸਮਾ ਜਦ ਸਾਡੀ ਰੈਸਪੀਰੇਟਰੀ ਟਰੈਕਟ ਵਿੱਚ ਹੋ ਜਾਂਦੀ ਹੈਗੀ ਤੇ ਐਜ਼ ਅ ਰਿਜ਼ਲਟ ਉਹ ਸਾਹ ਦੀ ਨਲੀ ਜਿਹੜੀ ਹੈਗੀ ਉਹਦੇ ਵਿੱਚ ਜ਼ਖਮ ਬਣ ਜਾਂਦੇ ਹੈ। ਜ਼ਖਮ ਬਣਨ ਕਰਕੇ ਉੱਥੇ ਕੁਝ ਮਿਊਕਸ ਵੀ ਐਕਿਊਮੂਲੇਟ ਹੁੰਦੀ ਹੈਗੀ। ਐਜ਼ ਅ ਰਿਜ਼ਲਟ ਜਿਹੜੀ ਸਾਹ ਦੀ ਨਲੀ ਹੈਗੀ, ਮੰਨ ਲਓ ਉਹ ਨਲੀ ਜਿਹੜੀ ਹੈਗੀ ਉਹਦੇ ਅੰਦਰ ਜ਼ਖਮ ਬਣ ਜਾਣ, ਉਹਦੇ ਵਿੱਚ ਮਿਊਕਸ ਇਕੱਠੀ ਹੋ ਜਾਵੇ ਤੇ ਉਹ ਜਗ੍ਹਾ ਜਿਹੜੀ ਹੈਗੀ ਉਹ ਘੱਟ ਰਹਿ ਜਾਂਦੀ ਹੈਗੀ। ਜਿਵੇਂ ਜਿਵੇਂ ਸਾਹ ਦੀ ਨਲੀ ਘੱਟ ਹੋ ਜਾਂਦੀ ਹੈ ਤੇ ਉੱਥੇ ਸਾਹ ਲੈਣ ਵਾਸਤੇ, ਸਾਹ ਛੱਡਣ ਵਾਸਤੇ ਥੋੜਾ ਡਿਫਿਕਲਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਐਜ਼ ਅ ਰਿਜ਼ਲਟ ਪੇਸ਼ੈਂਟ ਜਿਹੜਾ ਹੁੰਦਾ ਹੈ, ਜਿਹੜਾ ਐਸਮਾ ਨਾਲ ਸਫਰ ਕਰਦਾ ਹੈ, ਉਹਨੂੰ ਸਾਹ ਲੈਣ ਵਿੱਚ ਤਕਲੀਫ ਆ ਸਕਦੀ ਹੈਗੀ। ਜਦੋਂ ਸਾਹ ਛੱਡਦਾ ਹੈਗਾ ਤਾਂ ਇੱਕ ਸੀਟੀ ਵਰਗੀ ਵੀਜ਼ਿੰਗ ਸਾਊਂਡ ਆ ਸਕਦੀ ਹੈਗੀ, ਚੈਸਟ ਵਿੱਚ ਟਾਈਟਨੈਸ ਲੱਗ ਸਕਦੀ ਹੈਗੀ ਹੈ। ਇਸ ਤੋਂ ਇਲਾਵਾ ਕਈ ਵਾਰੀ ਹੈਡੇਕ ਹੋ ਜਾਂਦਾ ਹੈ, ਵੀਕਨੈਸ ਲੱਗਦੀ ਹੈਗੀ। ਸੋ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਨੇ ਤੇ ਕਈ ਵਾਰ ਦੇਖਿਆ ਜਾਂਦਾ ਹੈ ਕਿ ਸਮੈਲ ਕਰਨ ਵਿੱਚ ਵੀ ਥੋੜੀ ਤਕਲੀਫ ਹੁੰਦੀ ਹੈਗੀ। ਸੋ ਇਹ ਐਸਮਾ ਦੇ ਕਾਰਨ ਹੁੰਦੇ ਹੈ ਕਿ ਇਨਫਲੇਮੇਸ਼ਨ ਬੇਸਿਕਲੀ ਜਿਹੜੀ ਹੋ ਰਹੀ ਹੈਗੀ। ਕੀ ਸਾਈਨਸ ਵੀ ਇਹਦੇ ਨਾਲ ਹੀ ਰੈਲੇਵੈਂਟ ਹੁੰਦਾ ਹੈ? ਹਾਂ, ਸਾਈਨਸ ਜਿਹੜਾ ਹੈਗਾ ਉਹ ਵੀ ਇਸ ਤੋਂ ਰਿਲੇਟਡ ਹੈਗਾ ਕਿਉਂਕਿ ਜਿਹੜੇ ਸਿੰਪਟਮਸ ਨੇ ਉਹ ਆਲਮੋਸਟ ਸਿਮਿਲਰ ਨੇ। ਸੋ ਸਾਈਨਸ ਅਗਰ ਥੋੜਾ ਜਿਹਾ ਐਕਸਪਲੇਨ ਕਰੀਏ ਤਾਂ ਹੁੰਦਾ ਕੀ ਹੈਗਾ, ਸਾਡੇ ਬੇਸਿਕਲੀ 4 ਸਾਈਨਸ ਹੈਗੇ
ਸਾਡੇ ਜਿਹੜੇ ਸਕਲ ਹੈਗਾ ਇਹਦੇ ਵਿੱਚ ਕੈਵਿਟੀਜ਼ ਹੁੰਦੀਆਂ ਨੇ, ਉੱਥੇ ਸਾਈਨਸ ਹੁੰਦੇ। ਇੱਕ ਫਰੰਟਲ ਜਿਹੜਾ ਸਾਈਨਸ ਹੁੰਦਾ ਸਾਡੇ ਇੱਥੇ ਫੋਰਹੈਡ ਵਿੱਚ ਹੁੰਦਾ ਹੈਗਾ, 2 ਸਾਡੇ ਮੈਕਸੀਲਰੀ ਸਾਈਨਸਸ ਇੱਥੇ ਹੁੰਦੇ ਹੈਗੇ, ਤੇ ਨੱਕ ਦੇ ਪਿੱਛੇ ਸੈਫਨੋਇਡ ਤੇ ਐਥਨੋਇਡ ਸਾਡੇ ਸਾਈਨਸਸ ਹੁੰਦੇ ਹੈਗੇ। ਇਹਨਾਂ ਦਾ ਫੰਕਸ਼ਨ ਹੁੰਦਾ ਹੈ ਕਿ ਮਿਊਕਸ ਜਿਹੜਾ ਹੁੰਦਾ, ਜਿਹੜਾ ਰੇਸ਼ਾ ਹੁੰਦਾ ਹੈਗਾ, ਇਹਨੂੰ ਪ੍ਰੋਡਿਊਸ ਕਰਨਾ ਤਾਂ ਕਿ ਜਿਹੜਾ ਸਾਡਾ ਸਾਹ ਆਪਾਂ ਲੈ ਰਹੇ ਹਾਂ ਉਹਦੇ ਵਿੱਚ ਜਿਹੜਾ ਫੋਰਨ ਮੈਟਰ ਹੈਗਾ ਜਾਂ ਜਿਹੜੀ ਚੀਜ਼ਾਂ ਡਸਟ ਪਾਰਟੀਕਲਸ ਹੈਗੇ ਉਹਨਾਂ ਨੂੰ ਅੰਦਰ ਨਾ ਜਾਣ ਦੇਵੇ ਤੇ ਉਹਨੂੰ ਰੋਕ ਲਿਆ ਜਾਵੇ, ਤੇ ਹੋਰ ਕੁਝ ਹੋਰ ਫੰਕਸ਼ਨਸ ਜਿਹੜੇ ਹੈਗੇ ਸਾਡੀ ਲੇਅਰਸ ਨੂੰ ਪ੍ਰੋਟੈਕਟ ਕਰਨ ਦਾ ਤੇ ਹੋਰ ਇਸ ਤਰ੍ਹਾਂ ਦੇ ਫੰਕਸ਼ਨ ਸਾਈਨਸ ਕਰਦੇ ਹੈਗੇ। ਬਟ ਜਦ ਸਾਈਨਸਿਸ ਵਿੱਚ ਜਦ ਇਨਫਲੇਮੇਸ਼ਨ ਹੋ ਜਾਂਦੀ ਹੈ ਤੇ ਉਹਨੂੰ ਸਾਈਨਸਾਈਟਿਸ ਕਹਿ ਦਿੱਤਾ ਜਾਂਦਾ ਹੈਗਾ, ਯਾਨੀ ਸਾਈਨਸ ਜਿਹੜਾ ਹੈਗਾ ਉਹਦੇ ਵਿੱਚ ਘਾਵ ਹੋ ਜਾਣੇ, ਜ਼ਖਮ ਹੋ ਜਾਣੇ, ਤੇ ਐਜ਼ ਅ ਰਿਜ਼ਲਟ ਉੱਥੇ ਸਵੈਲਿੰਗ ਹੋ ਜਾਣੀ। ਤੇ ਇਹਦੇ ਲੱਛਣ ਕੀ ਹੁੰਦੇ ਆ? ਫਿਰ ਸਾਡੇ ਮੱਥੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਡੇ ਫੇਸ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਰਾਤ ਨੂੰ ਸੌਣ ਵਿੱਚ ਤਕਲੀਫ ਹੁੰਦੀ ਹੈਗੀ ਹੈ। ਸੋ ਸਾਹ ਜਿਹੜਾ ਟੇਸਟ ਹੈਗਾ, ਜਿਹੜਾ ਸਮੈਲ ਹੈਗੀ, ਸਮੈਲ ਕਈ ਵਾਰੀ ਪ੍ਰੋਪਰਲੀ ਨਹੀਂ ਆਉਂਦੀ ਹੈਗੀ। ਤੇ ਜਨਰਲ ਲਾਈਫ ਵਿੱਚ ਆਪਾਂ ਗੱਲ ਕਰੀਏ ਤੇ ਜਿਹਨੂੰ ਵੀ ਸਾਈਨਸ ਦੀ ਪ੍ਰੋਬਲਮ ਹੁੰਦੀ ਹੈ ਉਹਨੂੰ ਹਰ ਜਗ੍ਹਾ ਜਾਂਦੇ ਵੇਲੇ ਆਪਣੇ ਨਾਲ ਰੁਮਾਲ ਰੱਖਣਾ ਪੈਂਦਾ ਹੈ, ਕਿਉਂਕਿ ਬਾਰ-ਬਾਰ ਨੱਕ ਬਹਿੰਦਾ ਹੈਗਾ। ਇਹ ਵੀ ਪ੍ਰੋਬਲਮ ਦੇਖਣ ਨੂੰ ਆਉਂਦੀ ਹੈ, ਰਨੀ ਨੋਜ਼ ਜਿਹਨੂੰ ਕਹਿ ਦਿੰਦੇ ਹਾਂ ਆਪਾਂ। ਤੇ ਇਸ ਤੋਂ ਇਲਾਵਾ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਜਦ ਵੀ ਕਿਸੇ ਠੰਡੇ ਇਲਾਕੇ ਵਿੱਚ ਜਾਣਾ ਹੋਵੇ ਜਾਂ ਕਾਫੀ ਗਰਮ ਇਲਾਕੇ ਵਿੱਚ ਜਾਣਾ ਹੋਵੇ ਤਾਂ ਵੀ ਬੰਦੇ ਨੂੰ ਤਕਲੀਫ ਹੁੰਦੀ ਹੈ, ਕਿਉਂਕਿ ਉਸ ਵੇਲੇ ਵੀ ਰਨੀ ਨੋਜ਼ ਸ਼ੁਰੂ ਹੋ ਜਾਂਦਾ ਹੈਗਾ। ਕੋਈ ਚੀਜ਼ ਠੰਡੀ ਖਾਣੀ ਹੋਵੇ ਤਾਂ ਬਹੁਤ ਵਾਰ ਸੋਚਣਾ ਪੈਂਦਾ ਕਿ ਖਾਈਏ ਕਿ ਨਾ ਖਾਈਏ, ਕਿਉਂਕਿ ਆਈਸਕ੍ਰੀਮ ਤਾਂ ਬਿਲਕੁਲ ਵੀ ਇੰਜੋਏ ਨਹੀਂ ਕਰ ਸਕਦੇ ਇਸ ਕੇਸ ਵਿੱਚ। ਸੋ ਇਹ ਜਿਹੜੀ ਕੰਡੀਸ਼ਨ ਹੈਗੀ, ਦੇ ਸਿੰਪਟਮਸ ਆਰ ਰਿਲੇਵੈਂਟ ਐਂਡ ਸਿਮਿਲਰ ਟੂ ਐਜ਼ਮਾ, ਬਟ ਥੋੜ੍ਹਾ ਜਿਹਾ ਫਰਕ ਹੁੰਦਾ ਹੈ ਕਿ ਜਿਹੜੀ ਇਨਫਲੇਮੇਸ਼ਨ ਹੈਗੀ ਐਜ਼ਮਾ ਦੇ ਕੇਸ ਵਿੱਚ 에ਅਰਵੇਜ਼ ਵਿੱਚ ਹੁੰਦੀ ਹੈਗੀ, ਸਾਈਨਸਾਈਟਿਸ ਦੇ ਕੇਸ ਵਿੱਚ ਸਾਈਨਸਿਸ ਵਿੱਚ ਹੁੰਦੀ ਹੈਗੀ। ਸੋ ਇਹ ਮਤਲਬ ਕਿ ਕਿਵੇਂ ਇਹ ਡਿਫਰੈਂਸ਼ੀਏਟ ਕੀਤਾ ਜਾਵੇ ਕਿ ਸਾਨੂੰ ਐਜ਼ਮਾ ਹੋ ਰਿਹਾ ਜਾਂ ਸਾਨੂੰ ਸਾਈਨਸ ਕਰਕੇ ਸਾਹ ਲੈਣ ਦੇ ਵਿੱਚ ਕੋਈ ਪ੍ਰੋਬਲਮ ਹੋ ਰਹੀ ਹੈ? ਹਾਂ, ਇਹਨੂੰ ਡਾਇਗਨੋਸ ਕੀਤਾ ਜਾ ਸਕਦਾ ਹੈਗਾ। ਇਹ ਤੁਹਾਡੇ ਡਾਕਟਰ ਜਿਹੜੇ ਹੈਗੇ ਉਹ ਤੁਹਾਨੂੰ ਹੈਲਪ ਕਰ ਦਿੰਦੇ ਹੈ ਡਾਇਗਨੋਸ ਕਰਨ ਵਾਸਤੇ ਕਿ ਇਹ ਕਿੱਥੇ ਦਾ ਹੈਗਾ, ਕਿਉਂਕਿ ਜਿਹੜਾ ਪੇਨ ਹੁੰਦਾ ਹੈਗਾ ਯੂਜ਼ਲੀ। ਗੱਲ ਕਰਾਂਗੇ ਇਹਦੇ ਬਾਰੇ, ਆਪਾਂ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਚੰਦਰ ਕਿਸ਼ੋਰ ਬੋਲ ਰਿਹਾ ਸਿਆਟਲ ਤੋਂ। ਹਾਂਜੀ। ਤੇ ਮੈਨੂੰ ਲੌਂਗ ਟਾਈਮ ਡਾਇਬੀਟੀਜ਼ ਸੀਗੀ ਤੇ ਹੁਣ ਉਹ ਇੱਕ ਅੱਖ ਦੇ ਵਿੱਚ ਸੈਂਟਰ ਵਿੱਚ ਕਾਲਾ ਹੋ ਗਿਆ, ਤੇ ਇਹਦਾ ਕੋਈ ਡ੍ਰੌਪਸ ਵਗੈਰਾ ਜਾਂ ਕੁਝ ਹੈਗੇ? ਆਈਜ਼ ਦੇ ਸੈਂਟਰ ਦੇ ਵਿੱਚ ਬਲੈਕਨੈਸ ਹੋ ਗਈ ਹੈ। ਓਕੇ, ਸੋ ਸਕਰੀਨ ਤੇ ਦਿੰਦੇ ਹੈਗੇ ਹੈਗਾ। ਟੀਵੀ ਸਕਰੀਨ ਤੇ ਆਨਸਰ ਦੇ ਦਈਏ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਜੀ। ਹਾਂਜੀ, ਸੋ ਆਪ ਜੀ ਦੇ ਕੇਸ ਵਿੱਚ ਕੀ ਹੋਇਆ ਹੈਗਾ ਕਿ ਬਾਡੀ ਵਿੱਚ ਬਲੱਡ ਦੇ ਸਟ੍ਰੀਮ ਵਿੱਚ ਗਲੂਕੋਜ਼ ਦੀ ਲੈਵਲ ਜਿਹੜੀ ਹੈ ਇੱਕ ਮਾਤਰਾ ਤੋਂ ਉੱਤੇ ਰਹਿੰਦੀ ਹੈਗੀ ਹੈ, ਕਾਫੀ ਟਾਈਮ ਤੋਂ ਰਹਿ ਰਹੀ ਹੈ ਡਾਇਬੀਟੀਜ਼ ਕਰਕੇ। ਤੇ ਜਦ ਇਹ ਜਿਹੜਾ ਸ਼ੂਗਰ ਦੀ ਬਲੱਡ ਸਟ੍ਰੀਮ ਹੈਗੀ ਇਹ ਕਿਉਂਕਿ ਬਲੱਡ ਵਿੱਚ ਇੰਨਾ ਨਹੀਂ ਰਹਿਣਾ ਚਾਹੀਦਾ ਹੈਗਾ, ਸੋ ਐਜ਼ ਅ ਰਿਜ਼ਲਟ ਬਾਡੀ ਕੀ ਕਰਦੀ ਹੈ, ਉਹਨੂੰ ਕਿਸੇ ਏਰੀਆ ਵਿੱਚ ਲੈ ਕੇ ਜਾਂਦੀ ਹੈਗੀ ਹੈ ਤਾਂ ਕਿ ਬਲੱਡ ਵਿੱਚੋਂ ਉਹਨੂੰ ਹਟਾਇਆ ਜਾ ਸਕੇ। ਤੇ ਐਜ਼ ਅ ਰਿਜ਼ਲਟ ਜਿਸ ਏਰੀਆ ਵਿੱਚ ਉਹ ਮੂਵਮੈਂਟ ਹੁੰਦੀ ਹੈਗੀ ਉਸ ਸ਼ੂਗਰ ਦੀ, ਉੱਥੇ ਦਾ ਡੈਮੇਜ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਅਗਰ ਅੱਖਾਂ ਵਿੱਚ ਜਾਏਗੀ, ਰੈਟੀਨੋਪੈਥੀ ਹੋਏਗੀ, ਅੱਖਾਂ ਡੈਮੇਜ ਹੋਣਗੀਆਂ, ਗਲਾਊਕੋਮਾ, ਕੈਟਰੈਕਟ, ਇਹ ਸਾਰੀ ਚੀਜ਼ਾਂ ਹੋ ਸਕਦੀਆਂ ਨੇ। ਕਿਡਨੀ ਵਿੱਚ ਜਾਏਗੀ, ਨੈਫਰੋਪੈਥੀ, ਕਿਡਨੀ ਦੀ ਪ੍ਰੋਬਲਮ ਆ ਸਕਦੀ ਹੈਗੀ। ਇਸੇ ਤਰ੍ਹਾਂ ਅਗਰ ਲੱਤਾਂ ਵਿੱਚ ਜਾਏਗੀ ਤੇ ਉੱਥੇ ਗੈਂਗਰੀਨ ਬਣ ਸਕਦਾ ਹੈਗਾ, ਉਹਨੂੰ ਕਟਵਾਉਣਾ ਪੈ ਸਕਦਾ ਹੈਗਾ। ਸੋ ਇਹ ਸਾਰੀ ਲੌਂਗ ਟਰਮ ਡਾਇਬੀਟੀਜ਼ ਇੰਪਲੀਕੇਸ਼ਨਸ ਨੇ। ਹੁਣ ਤੁਹਾਡੇ ਕੇਸ ਵਿੱਚ ਕੀ ਹੈਗਾ, ਕਿਉਂਕਿ ਇਹ ਬਹੁਤ ਸੀਵੀਅਰ ਲੈਵਲ ਦੀ ਡਾਇਬੀਟੀਜ਼ ਪਹੁੰਚ ਚੁੱਕੀ ਹੈ ਤੇ ਅੱਖਾਂ ਵਿੱਚ ਹੀ ਇਹਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ। ਸੋ ਮੈਂ ਆਪ ਜੀ ਨੂੰ ਇਹ ਰਿਕਮੈਂਡ ਕਰਾਂਗਾ ਕਿ ਜਿਹੜੇ ਸਾਡੇ ਹੈਲਥ ਸ਼ੋਜ਼ ਹੁੰਦੇ ਨੇ ਡਾਇਬੀਟੀਜ਼ ਦੇ ਉੱਤੇ, ਤੁਸੀਂ ਉਹ ਵੀ ਦੇਖੋ ਤੇ ਉਸ ਤੋਂ ਇਲਾਵਾ ਸਾਨੂੰ ਤੁਸੀਂ ਪਰਸਨਲੀ ਕੰਸਲਟ ਕਰ ਲਵੋ। ਅਸੀਂ ਤੁਹਾਨੂੰ ਡਾਈਟ ਐਂਡ ਲਾਈਫਸਟਾਈਲ ਮੋਡੀਫਾਈ ਇਸ ਤਰ੍ਹਾਂ ਕਰਾਂਗੇ ਕਿ ਤੁਹਾਡੀ ਜਿਹੜੀ ਸ਼ੂਗਰ ਹੈਗੀ ਉਹ ਨੈਚੁਰਲੀ ਹੀ ਇੱਕ ਲੈਵਲ ਵਿੱਚ ਰਹਿਣੀ ਲੱਗ ਪਏਗੀ। ਤੇ ਅੱਖਾਂ ਵਿੱਚ ਜਿਹੜੀ ਪ੍ਰੋਬਲਮ ਹੈ ਉਹ ਧੀਰੇ ਧੀਰੇ ਜਿਹੜੀ ਹੈਗੀ ਉਹ ਰਿਵਰਸ ਕੀਤੀ ਜਾ ਸਕਦੀ ਹੈ ਐਂਡ ਹੁੰਦੀ ਹੈਗੀ ਹੈ। ਉਹਦੇ ਵਾਸਤੇ ਕੁਝ ਆਈ ਐਕਸਰਸਾਈਜ਼ਸ ਕਰਨੀਆਂ ਪੈਂਦੀਆਂ ਨੇ, ਉਸ ਤੋਂ ਇਲਾਵਾ ਡਾਈਟ ਐਂਡ ਲਾਈਫਸਟਾਈਲ ਚੇਂਜ ਕਰਨਾ ਪੈਂਦਾ ਹੈਗਾ, ਤੇ ਹੋਰ ਕੁਝ ਥੈਰੇਪੀਜ਼ ਹੁੰਦੀਆਂ ਨੇ ਜਿਹੜੀ ਨੈਚੁਰਲੀ ਕੀਤੀ ਜਾ ਸਕਦੀਆਂ ਨੇ ਆਈਸਾਈਟ ਨੂੰ ਇੰਪਰੂਵ ਕਰਨ ਵਾਸਤੇ। ਐਂਡ ਬਿਸਾਈਡਸ ਦੈਟ ਜਿਹੜੀ ਗਲਾਈਕੋਮਾ ਤੇ ਕੈਟਰੈਕਟ ਤੇ ਹੋਰ ਆਈ ਵਿਜ਼ਨ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਰਿਲੇਟਡ ਟੂ ਡਾਇਬੀਟੀਜ਼, ਉਹਨੂੰ ਮੈਨੇਜ ਕੀਤਾ ਜਾ ਸਕਦਾ ਹੈਗਾ। ਬਿਲਕੁਲ। ਤੇ ਆਪਾਂ ਆਪਣੇ ਵਾਪਸ ਟੌਪਿਕ ਦੇ ਉੱਤੇ ਆਏ। ਤੁਸੀਂ ਕਿਹਾ ਸੀ ਕਿ ਇਹਨੂੰ ਡਾਇਗਨੋਸ ਕਰਕੇ ਇਹਨੂੰ ਦੇਖਿਆ ਜਾ ਸਕਦਾ ਕਿ ਸਾਈਨਸ ਹੈ ਜਾਂ ਫਿਰ ਤੁਹਾਨੂੰ ਐਸਥਮਾ ਦੀ ਪ੍ਰੋਬਲਮ ਹੈਗੀ ਆ। ਵੈਸੇ ਹੀ ਪ੍ਰੋਬਲਮ ਹੁੰਦੀਆਂ ਕਿਉਂ ਨੇ? ਹਾਂ, ਇਹ ਪ੍ਰੋਬਲਮ ਹੁੰਦੀ ਕਿਉਂ ਹੈਗੀ? ਕਈ ਵਾਰੀ ਆਪਾਂ ਦੇਖੋ ਕਾਫੀ ਜਦ ਵੀ ਤੁਸੀਂ ਸਰਚ ਕਰੋਗੇ YouTube ਦੇ ਉੱਤੇ ਜਾਂ ਤੁਸੀਂ ਕਿਸੇ ਨੂੰ ਪੁੱਛੋਗੇ ਵੀ ਕਿਉਂ ਹੁੰਦਾ ਹੈਗਾ, ਇਟ ਸੇਜ਼ ਕਿ ਇਹਦੀ ਕਾਜ਼ ਐਗਜ਼ੈਕਟ ਕਾਜ਼ ਨਹੀਂ ਪਤਾ ਸਾਨੂੰ ਕਿ ਕਾਰਨ ਕੀ ਹੈਗਾ। ਤੇ ਦੇਰ ਆਰ ਟ੍ਰਿਗਰ ਫੈਕਟਰਸ। ਕੁਝ ਟ੍ਰਿਗਰ ਫੈਕਟਰਸ ਹੁੰਦੇ ਨੇ ਜਿਵੇਂ ਕਿ ਪੋਲੂਸ਼ਨ ਹੋ ਗਿਆ ਜਾਂ ਸਮੋਕਿੰਗ ਹੋ ਗਈ ਜਾਂ ਮਿੱਟੀ ਹੋ ਗਈ, ਪੋਲਨ ਹੋ ਗਿਆ ਜਾਂ এনवायरमेंटल ਫੈਕਟਰਸ ਹੋ ਗਏ। ਸੋ ਇਹ ਸਾਰੇ ਟ੍ਰਿਗਰਸ ਹੁੰਦੇ ਨੇ। ਲਾਈਕ ਫੋਰ ਐਗਜ਼ਾਮਪਲ ਅਚਾਨਕ ਤੁਸੀਂ ਠੰਡੇ ਇਲਾਕੇ ਵਿੱਚ ਗਏ ਤੇ ਅਚਾਨਕ ਤੋਂ ਨੋਜ਼ ਬਹਿਣਾ ਸ਼ੁਰੂ ਹੋ ਗਿਆ, ਪੋਲੂਸ਼ਨ ਵਾਲੇ ਇਲਾਕੇ ਵਿੱਚ ਗਏ ਤਾਂ ਦਿੱਕਤ ਵੱਧ ਗਈ, ਸਿਰ ਦਰਦ ਵੱਧ ਗਿਆ। ਇਹ ਸਾਰੇ ਟ੍ਰਿਗਰ ਫੈਕਟਰਸ ਨੇ, ਲੇਕਿਨ ਇਹ ਐਕਚੁਅਲ ਕਾਜ਼ ਨਹੀਂ ਹੈਗੀ। ਕਾਜ਼ ਬੇਸਿਕਲੀ ਜਿਵੇਂ ਆਪਾਂ ਗੱਲ ਕੀਤੀ ਸੀ ਇਨਫਲੇਮੇਸ਼ਨ ਦੀ, ਕੀ ਸੀਗੀ ਕਿ ਸਾਡੇ ਜਿਹੜੇ ਮਿਊਕਸ ਜਿਹੜਾ ਹੈਗਾ ਉੱਥੇ ਭਰਿਆ ਹੋਇਆ, ਰੇਸ਼ਾ ਭਰਿਆ ਹੋਇਆ ਹੈਗਾ ਤੇ ਉਸ ਕਰਕੇ ਪ੍ਰੋਬਲਮਸ ਆ ਰਹੀਆਂ ਨੇ। ਹੁਣ ਹੁੰਦੀ ਕਿਉਂ ਨੇ? ਜਿੰਨਾ ਅਸੀਂ ਆਪਣੇ ਐਕਸਪੀਰੀਅੰਸ ਵਿੱਚ ਦੇਖਿਆ ਹੈਗਾ ਉਹ ਇਹ ਹੈਗਾ ਕਿ ਨੈਚੁਰਲੀ ਜਦ ਗੋਡ ਨੇ ਸਾਡੀ ਬੋਡੀ ਨੂੰ ਡਿਜ਼ਾਈਨ ਕੀਤਾ ਤੇ ਸਾਡੀ ਬੋਡੀ ਵਿੱਚ ਕੁਝ ਪਾਰਟਿਕੂਲਰ ਤਰ੍ਹਾਂ ਦਾ ਫਿਊਲ ਡਾਲਣ ਵਾਸਤੇ, એનર્ਜੀ ਦੇਣ ਵਾਸਤੇ ਬਣਿਆ ਸੀਗਾ। ਜਿਵੇਂ ਮੰਨ ਲਓ ਕੋਈ ਗੱਡੀ ਹੈਗੀ ਜੋ ਪੈਟਰੋਲ ਤੇ ਚੱਲਦੀ ਹੈ ਤੇ ਉਹਦੇ ਵਿੱਚ ਪੈਟਰੋਲ ਪਏਗਾ ਤਾਂ ਹੀ ਉਹ ਚੱਲੇਗੀ। ਜੇ ਉਹਦੇ ਵਿੱਚ ਡੀਜ਼ਲ ਪਾ ਦਿੱਤਾ ਜਾਵੇ ਤੇ ਉਹ ਨਹੀਂ ਚੱਲ ਸਕਦੀ ਜਾਂ ਖਰਾਬ ਹੋ ਜਾਏਗੀ।
ਸੋ ਇਸੇ ਤਰ੍ਹਾਂ ਸਾਡੀ ਬੋਡੀ ਵੀ ਜਿਹੜੀ ਹੈਗੀ ਉਹ ਗੋਡ ਨੇ ਕੁਝ ਪਾਰਟਿਕੂਲਰ ਤਰ੍ਹਾਂ ਦਾ ਫੂਡ ਬਣਾਇਆ ਹੈ ਜਿਹੜਾ ਸਾਡੀ ਬੋਡੀ ਵਾਸਤੇ ਫਿਊਲ ਹੈਗਾ, ਜਿਹੜਾ ਅੰਦਰ ਜਾਏਗਾ ਸਾਨੂੰ એનર્ਜੀ ਪ੍ਰੋਵਾਈਡ ਕਰੇਗਾ, ਸਾਨੂੰ ਕੰਮ ਕਰਾਏਗਾ, ਤੇ ਜਿਹੜਾ ਉਹਦੇ ਵਿੱਚੋਂ ਵੇਸਟ ਨਿਕਲੇਗਾ ਉਹ ਬੋਡੀ ਆਰਾਮ ਨਾਲ ਉਹਨੂੰ ਬਾਹਰ ਕੱਢ ਦੇਵੇਗੀ। ਲੇਕਿਨ ਕੁਝ ਫੂਡ ਜਿਹੜਾ ਅੱਜਕੱਲ ਆਪਾਂ ਖਾ ਰਹੇ ਹਾਂ ਉਹ ਇਸ ਤਰ੍ਹਾਂ ਦਾ ਹੈਗਾ ਕਿ ਉਹ ਸਾਡੀ ਬੋਡੀ ਵਾਸਤੇ ਬਣਿਆ ਹੀ ਨਹੀਂ ਸੀਗਾ। ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਕੈਮੀਕਲਸ ਹੈਗੇ ਜਿਹੜੇ ਅੰਦਰ ਜਾ ਕੇ ਡਾਇਆਕਸਿਨਸ ਕ੍ਰੀਏਟ ਕਰਦੇ ਹੈਗੇ, ਜੋ ਪ੍ਰੋਪਰਲੀ ਐਲੀਮੀਨੇਟ ਨਹੀਂ ਹੋ ਪਾਉਂਦੇ, ਅੰਦਰ ਇਕੱਠੇ ਹੁੰਦੇ ਜਾਂਦੇ ਆ ਤੇ ਬੋਡੀ ਮਿਊਕਸ ਕ੍ਰੀਏਟ ਕਰਦੀ ਜਾਂਦੀ ਹੈ ਔਰ ਉਹ ਪ੍ਰੋਪਰਲੀ ਡਾਈਜੈਸਟ ਨਹੀਂ ਹੁੰਦੇ। ਸੋ ਜਦ ਹਰ ਕਿਸੇ ਦੀ ਬੋਡੀ ਵਿੱਚ ਆਪਾਂ ਜੈਨੇਟਿਕ ਫੈਕਟਰ ਦੀ ਗੱਲ ਕਰਦੇ ਹੈਗੇ ਆ, ਸੋ ਕਿਸੇ ਦੀ ਬੋਡੀ ਵਿੱਚ ਹੋ ਸਕਦਾ ਹੈ ਲੰਗਸ ਕੰਪਰੋਮਾਈਜ਼ਡ ਹੋਣ, ਕਿਸੇ ਦੇ ਕੇਸ ਵਿੱਚ ਹਾਰਟ ਕੰਪਰੋਮਾਈਜ਼ ਹੁੰਦਾ ਹੈ, ਕਿਸੇ ਦੇ ਕੇਸ ਵਿੱਚ ਸਟਮਕ ਹੁੰਦੀ ਹੈ। ਸੋ ਜੇ ਮੰਨ ਲਓ ਕਿਸੇ ਦੀ ਸਟਮਕ ਕਮਜ਼ੋਰ ਹੈ ਤੇ ਇਹੀ ਜਿਹੜੇ ਟੌਕਸਿਨ ਹੈਗਾ, ਕੈਮੀਕਲਸ ਹੈਗਾ, ਸਟਮਕ ਦੀ ਪ੍ਰੋਬਲਮ ਕ੍ਰੀਏਟ ਕਰੇਗਾ। ਕਿਸੇ ਦੀ ਹਾਰਟ ਹੈ ਤਾਂ ਉਹਦੇ ਹਾਰਟ ਡਿਜ਼ੀਜ਼ ਹੋਏਗੀ, ਕਿਸੇ ਦੇ ਲੰਗਸ ਵਿੱਚ ਕਮਜ਼ੋਰੀ ਹੈਗੀ ਤੇ ਉੱਥੇ ਫਿਰ ਐਜ਼ਮਾ ਤੇ ਇਸ ਤਰ੍ਹਾਂ ਦੀ ਪ੍ਰੋਬਲਮਸ ਆਉਣਗੀਆਂ। ਸੋ ਜੇ ਅਸੀਂ ਆਪਣਾ ਜਿਹੜਾ ਫਿਊਲ ਹੈਗਾ, ਜਿਹੜਾ ਗੋਡ ਨੇ ਸਾਡੇ ਵਾਸਤੇ ਬਣਾਇਆ ਸੀਗਾ, ਉਹ ਰਾਈਟ ਕਰ ਲਈਏ, ਯਾਨੀ ਅਗਰ ਸਾਡੀ ਗੱਡੀ ਪੈਟਰੋਲ ਦੀ ਹੈਗੀ ਤੇ ਪੈਟਰੋਲ ਤੇ ਆ ਜਾਈਏ, ਡੀਜ਼ਲ ਨੂੰ ਛੱਡ ਦਈਏ ਤੇ ਅਸੀਂ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦੇ ਹੈਗੇ ਆ। ਸੋ ਇਹ ਬੇਸਿਕਲੀ ਦੇ ਪਿੱਛੇ ਸਾਇੰਸ ਹੈਗੀ। ਬਿਲਕੁਲ। ਤੇ ਜਿਵੇਂ ਤੁਸੀਂ ਗੱਲ ਕੀਤੀ ਆ ਜਿਹੜੇ ਸਾਈਨਸ ਜਾਂ ਅਸਥਮਾ ਦੇ ਪੇਸ਼ੈਂਟਸ ਹੁੰਦੇ ਆ, ਉਹਨਾਂ ਨੂੰ ਵੈਸੇ ਡਿਫਿਕਲਟੀਜ਼ ਕੀ ਆਉਂਦੀਆਂ ਨੇ, ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ? ਹਾਂ, ਡਿਫਿਕਲਟੀ ਕਾਫੀ ਆਉਂਦੀਆਂ ਨੇ ਜਿਹੜੇ ਆਪਾਂ ਜਨਰਲ ਲਾਈਫ ਦੀ ਗੱਲ ਕਰੀਏ। ਸੋ ਉਹਦੇ ਪਹਿਲੀ ਡਿਫਿਕਲਟੀ ਤਾਂ ਇਹ ਹੈਗਾ ਕਿ ਹਰ ਟਾਈਮ ਸਾਨੂੰ ਆਪਣੇ ਕੋਲ ਇੱਕ ਇਨਹੇਲਰ ਰੱਖਣਾ ਪੈਂਦਾ ਹੈਗਾ, ਹੈ ਨਾ। ਸੋ ਇਨਹੇਲਰ ਕਿਉਂ ਰੱਖਣਾ ਪੈਂਦਾ ਹੈ? ਕਿਉਂਕਿ ਐਨੀ ਟਾਈਮ ਸਾਨੂੰ ਪਤਾ ਹੈ ਕਿ ਸਾਹ ਲੈਣ ਵਿੱਚ ਡਿਫਿਕਲਟੀ ਆ ਸਕਦੀ ਹੈਗੀ ਹੈ, ਐਸਪੈਸ਼ਲੀ ਅਗਰ ਕੋਈ ਟ੍ਰਿਗਰ ਫੈਕਟਰ ਜਿਵੇਂ ਕਿ ਪੋਲੂਸ਼ਨ ਹੋ ਗਿਆ ਜਾਂ ਮਿੱਟੀ ਹੋ ਗਈ ਜਾਂ ਫਿਰ ਠੰਡਾ ਗਰਮ ਹੋ ਗਿਆ, ਸੋ ਉਸ ਵੇਲੇ ਸਾਹ ਲੈਣ ਵਿੱਚ ਤਕਲੀਫ ਆ ਸਕਦੀ ਹੈਗੀ। ਸੋ ਇਨਹੇਲਰ ਹਮੇਸ਼ਾ ਆਪਣੇ ਕੋਲ ਰੱਖਣਾ ਪੈਂਦਾ ਹੈਗਾ ਤੇ ਉਹ ਇਨਹੇਲਰ ਲੈਣਾ ਪੈਂਦਾ ਹੈ ਸੋ ਦੈਟ ਕਿ ਜਿਹੜੀ ਸਾਡੀ ਇਨਫਲੇਮੇਸ਼ਨ ਹੈ ਉਹ ਥੋੜੀ ਜੀ ਖੁੱਲ ਜਾਏ, ਸਪਰੈਸ ਹੋ ਜਾਏ ਐਂਡ ਜਿਹੜੀ ਸਾਡੀ 에ਅਰ ਟਿਊਬ ਹੈ ਉਹ ਡਾਇਲੇਟ ਹੋ ਕੇ ਤੇ ਸਾਡੀ ਸਾਹ ਲੈਣ ਵਿੱਚ ਥੋੜੀ ਦਿੱਕਤ ਘਟ ਜਾਵੇ। ਪਹਿਲੀ ਗੱਲ ਤਾਂ ਇਹ ਹੋ ਗਈ ਕਿ ਬਿਨਾ ਪੰਪ ਤੋਂ ਜਾਂ ਇਨਹੇਲਰ ਤੋਂ ਆਪਾਂ ਨੂੰ ਡੇਲੀ ਡਿਫਿਕਲਟੀ ਹੋ ਜਾਂਦੀ ਹੈ ਲਾਈਫ ਵਿੱਚ, ਇੱਕ ਤਾਂ ਇਹ ਪ੍ਰੋਬਲਮ ਹੋ ਜਾਂਦੀ ਹੈ। ਦੂਸਰੀ ਪ੍ਰੋਬਲਮ ਕੀ ਹੈਗਾ ਕਿ ਨੈਚੁਰਲੀ ਹੀ ਜਿਹੜਾ ਸਮੈਲ ਹੈਗਾ ਉਹ ਸਮੈਲ ਪ੍ਰੋਪਰਲੀ ਨਹੀਂ ਆਉਂਦੀ ਹੈਗੀ ਹੈ ਤੇ ਇੱਕ ਹਮੇਸ਼ਾ ਫੀਅਰ ਬਣਿਆ ਰਹਿੰਦਾ ਹੈ ਕਿ ਸਾਨੂੰ ਅਸਥਮਾ ਦਾ ਅਟੈਕ ਨਾ ਹੋ ਜਾਵੇ, ਕਿਉਂਕਿ ਉਹ ਲਾਈਫ ਥ੍ਰੈਟਨਿੰਗ ਵੀ ਹੋ ਜਾਂਦਾ ਹੈਗਾ। ਇਸ ਤੋਂ ਇਲਾਵਾ ਹੈਡੇਕ ਹੋਣਾ, ਵੀਕਨੈਸ ਹੋਣੀ, ਇਹ ਸਾਰੀ ਪ੍ਰੋਬਲਮਸ ਵੀ ਹੁੰਦੀਆਂ ਹੀ ਨੇ ਤੇ ਨੋਜ਼ ਵੀ, ਨੱਕ ਵੀ ਕਈ ਵਾਰੀ ਵਗਦਾ ਹੀ ਰਹਿੰਦਾ ਤੇ ਹਰ ਟਾਈਮ ਸਾਨੂੰ ਆਪਣੇ ਕੋਲ ਇੱਕ ਦੋ ਰੁਮਾਲ ਵੀ ਰੱਖਣੇ ਪੈਂਦੇ ਨੇ। ਸੋ ਇੱਕ ਤਰੀਕੇ ਨਾਲ ਸਾਡੀ ਲਾਈਫ ਵਿੱਚ ਡੇਲੀ ਕੋਈ ਨਾ ਕੋਈ ਕੰਪਲਿਕੇਸ਼ਨ ਬਣੀ ਰਹਿੰਦੀ ਹੈਗੀ। ਐਂਡ ਇੱਥੇ ਇਨਹੇਲਰ ਦੀ ਆਪਾਂ ਅਗਰ ਗੱਲ ਕਰੀਏ ਤੇ ਇਨਹੇਲਰ ਜਿਹੜਾ ਹੈਗਾ ਕੁਝ ਟਾਈਮ ਵਾਸਤੇ ਸਾਨੂੰ ਰਿਲੀਫ ਤਾਂ ਦੇ ਦਿੰਦਾ ਹੈਗਾ, ਬਟ ਅਸੀਂ ਕੀ ਦੇਖਿਆ ਓਵਰ ਟਾਈਮ ਜੇ ਕਿਸੇ ਨੂੰ 24 ਘੰਟੇ ਵਿੱਚ ਇੱਕ ਵਾਰੀ ਇਨਹੇਲਰ ਲੈਣਾ ਪੈ ਰਿਹਾ ਸੀਗਾ ਤੇ ਓਵਰ ਟਾਈਮ ਫਿਰ 2 ਵਾਰੀ ਲੈਣਾ ਪੈਂਦਾ ਹੈ, ਫਿਰ 3 ਵਾਰੀ ਲੈਣਾ ਪੈਂਦਾ ਹੈ। ਸੋ ਇਸ ਤਰ੍ਹਾਂ ਪ੍ਰੋਬਲਮ ਜਿਹੜੀ ਹੈਗੀ ਇਹ ਪ੍ਰੋਗਰੈਸ ਹੀ ਹੁੰਦੀ ਜਾਂਦੀ ਹੈ। ਇਹਦਾ ਸੋਲੂਸ਼ਨ ਜਿਹੜਾ ਹੈਗਾ ਕਨਵੈਨਸ਼ਨਲ ਅਪਰੋਚ ਨਾਲ ਕੋਈ ਅਜੇ ਤੱਕ ਫਾਈਂਡ ਕੀਤਾ ਨਹੀਂ ਗਿਆ ਹੈ। ਸੋ ਜਿਵੇਂ ਮੈਂ ਵੀ ਕਈ ਇਹੋ ਜਿਹੇ ਪੇਸ਼ੈਂਟਸ ਨੂੰ ਜਾਣਦੀ ਹਾਂ ਜਿਨ੍ਹਾਂ ਨੂੰ ਸਾਈਨਸ ਵਗੈਰਾ ਦੀ ਪ੍ਰੋਬਲਮ ਹੈਗੀ ਆ, ਤਾਂ ਉਹਨਾਂ ਨੂੰ ਇਹ ਸੁਜੈਸਟ ਕੀਤਾ ਜਾਂਦਾ ਕਿ ਤੁਸੀਂ ਜਿੰਨੀ ਜ਼ਿਆਦਾ ਹੋ ਸਕਦਾ ਹੈ ਭਾਫ਼ ਲਵੋ। ਸੋ ਕੀ ਇਹ ਇੱਕ ਸਹੀ ਆਲਟਰਨੇਟ ਹੈਗਾ ਕਿ ਭਾਫ਼ ਲੈਣ ਦੇ ਨਾਲ ਤੁਹਾਡਾ ਜਿਹੜਾ ਸਾਈਨਸ ਹੈ ਉਹ ਠੀਕ ਹੋ ਜਾਏਗਾ? ਹਾਂਜੀ, ਸੋ ਭਾਫ਼ ਲੈਣਾ ਜਿਹੜਾ ਹੈਗਾ, ਸਟੀਮ ਲੈਣਾ, ਕਿਉਂਕਿ ਕੀ ਹੁੰਦਾ ਹੈਗਾ ਜਿਹੜੀ ਰੇਸ਼ਾ ਹੈਗਾ ਉੱਥੇ ਜੰਮਿਆ ਹੋਇਆ ਹੈਗਾ। ਜਦ ਅਸੀਂ ਭਾਫ਼ ਲੈਂਦੇ ਆ ਟੈਂਪਰੇਚਰ ਹਾਈ ਹੁੰਦਾ ਹੈ ਸਟੀਮ ਦਾ ਤੇ ਉਹ ਅੰਦਰ ਜਾ ਕੇ ਉਹਨੂੰ ਪਿਘਲਾਉਂਦਾ ਹੈਗਾ। ਸੋ ਐਜ਼ ਅ ਰਿਜ਼ਲਟ ਉਹ ਸਾਡਾ ਨੱਕ ਬਹਿਣਾ ਸ਼ੁਰੂ ਹੁੰਦਾ ਤੇ ਉਹ ਬਾਹਰ ਕੁਝ ਮਿਊਕਸ ਨਿਕਲਦੀ ਹੈ ਅੰਦਰੋਂ ਨੇਜ਼ਲ। ਪਰ ਕੀ ਇੱਕ ਪਰਮਾਨੈਂਟ ਇਲਾਜ ਹੋ ਸਕਦਾ? ਜੀ ਨਹੀਂ, ਇਹ ਪਰਮਾਨੈਂਟ ਇਲਾਜ ਨਹੀਂ ਹੋ ਸਕਦਾ। ਇਹ ਇੱਕ ਟੈਂਪਰੇਰੀ ਰਿਲੀਫ ਦੇ ਸਕਦਾ ਹੈਗਾ ਕੁਝ ਟਾਈਮ ਵਾਸਤੇ, ਪਰ ਇਹ ਕਿਉਰ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਜੜ ਹੈ ਪ੍ਰੋਬਲਮ ਦੀ ਜਦ ਤੱਕ ਉਹ ਸੋਲਵ ਨਹੀਂ ਹੋਏਗੀ ਤੇ ਇਹਦੇ ਨਾਲ ਪਰਮਾਨੈਂਟ ਕਿਉਰ ਨਹੀਂ ਹੋ ਸਕਦਾ, ਰਿਲੀਫ ਮਿਲ ਸਕਦਾ ਹੈਗਾ। ਲੇਕਿਨ ਕਈ ਇਦਾਂ ਵੀ ਹੁੰਦਾ ਜਿਵੇਂ ਤੁਸੀਂ ਰਨੀ ਨੋਜ਼ ਵਗੈਰਾ ਦੀ ਗੱਲ ਕੀਤੀ ਹੈ ਜਾਂ ਕਈਆਂ ਨੂੰ ਕਾਫੀਆਂ ਕੋਲਡ ਹੋ ਗਿਆ ਤਾਂ ਅਸੀਂ ਟੈਂਪਰੇਰੀ ਤੌਰ ਤੇ ਉੱਤੇ ਇੱਕ ਮੈਡੀਸਨ ਜ਼ਰੂਰ ਖਾ ਲੈਂਦੇ ਹਾਂ। ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭਤਾ ਤੋਂ ਬੋਲਦੀ ਹਾਂ। ਹਾਂਜੀ ਮੈਨੂੰ ਨਾ ਸਾਈਨਸ ਦੀ ਪ੍ਰੋਬਲਮ ਆ ਤੇ ਉਹਦੇ ਨਾਲ ਮੱਥਾ ਦੁਖਦਾ ਰਹਿੰਦਾ, ਬਲੌਕ ਰਾਈਟ ਹੈਂਡ ਸਾਈਡ ਰਹਿੰਦੀ ਆ। ਪਹਿਲੇ ਨਹੀਂ ਸੀਗਾ, ਹੁਣ ਜਦੋਂ ਮੈਂ ਬਾਹਰ ਨਿਕਲਦੀ ਆ ਤਾਂ ਨੱਕ ਵੱਗਦਾ, ਪਾਣੀ ਜਿਹਾ ਬਹੁਤ ਆਉਂਦਾ ਹੈ। ਆਪਾਂ ਟੀਵੀ ਤੇ ਆਨਸਰ ਦਿਓ ਜਾਂ ਕੁਝ ਪੁੱਛਣਾ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਜੀ ਸਰ। ਹਾਂਜੀ, ਜਿਵੇਂ ਕਿ ਆਪਾਂ ਗੱਲ ਕੀਤੀ ਸੀ ਸਾਈਨਸਾਈਟਿਸ ਵਿੱਚ ਕੀ ਹੁੰਦਾ ਹੈ, ਤੁਹਾਡੇ ਜਿਹੜੇ ਸਾਈਨਸਿਸ ਨੇ ਇਹ ਇਨਫਲੇਮ ਹੋ ਜਾਂਦੇ ਹੈਗੇ, ਐਜ਼ ਅ ਰਿਜ਼ਲਟ ਹੈਡੇਕ ਹੁੰਦਾ ਹੈਗਾ, ਨੱਕ ਵਗਦੀ ਹੈਗੀ, ਇਹ ਸਾਰੇ ਸਿੰਪਟਮਸ ਆਉਂਦੇ ਹੈਗੇ। ਸੋ ਅੱਜ ਦਾ ਜਿਹੜਾ ਸਾਡਾ ਸ਼ੋਅ ਹੈਗਾ, ਦਿਸ ਇਜ਼ ਗੋਇੰਗ ਟੂ ਸਪੈਸੀਫਿਕਲੀ ਫੋਕਸ ਔਨ ਸਾਈਨਸਾਈਟਿਸ ਐਂਡ ਐਜ਼ਮਾ। ਜੇ ਤੁਸੀਂ ਇਸ ਪ੍ਰੋਬਲਮ ਤੋਂ ਪੀੜਿਤ ਹੈਗੇ, ਇਸ ਸ਼ੋਅ ਨੂੰ ਪੂਰਾ ਅੰਤ ਤੱਕ ਦੇਖਿਓ, ਕਿਉਂਕਿ ਇਹਦੇ ਵਿੱਚ ਆਪਾਂ ਕੁਝ ਇਸ ਤਰ੍ਹਾਂ ਦੇ ਤੁਹਾਨੂੰ ਤਰੀਕੇ ਦੱਸਾਂਗੇ ਜਿਹੜੇ ਤੁਸੀਂ ਘਰੇ ਹੀ ਨੈਚੁਰਲੀ ਕਰ ਸਕਦੇ ਹੋ। ਐਂਡ ਤੁਸੀਂ ਜਦੋਂ ਇਹਨੂੰ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਹਫਤੇ ਬਾਈ ਹਫਤੇ ਤੁਹਾਡੇ ਜਿਹੜੇ ਪ੍ਰੋਬਲਮਸ ਹੈਗੀ ਧੀਰੇ ਧੀਰੇ ਘਟਦੀ ਜਾਏਗੀ ਐਂਡ ਤੁਸੀਂ ਹੋ ਸਕਦੇ 3 ਤੋਂ 6 ਮਹੀਨੇ ਵਿੱਚ ਠੀਕ ਵੀ ਹੋ ਜਾਓ। ਤੇ ਜੇ ਤੁਸੀਂ ਸਾਨੂੰ ਪਰਸਨਲੀ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ। ਬਿਲਕੁਲ ਜੀ। ਨੈਕਸਟ ਵੀ ਕਾਲਰ ਜੁੜਨ ਲੱਗੇ ਨੇ, ਆਪਾਂ ਉਹਨਾਂ ਦੀ ਵੀ ਕਾਲ ਲੈ ਲਈਏ ਤੇ ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਉਂਦੇ ਹਾਂ। ਮੈਂ ਗੱਲ ਕਰ ਰਹੀ ਸੀ ਕਿ ਜਿਹੜੇ ਮੈਡੀਸਿਨਸ ਵਗੈਰਾ ਖਾਂਦੇ ਨੇ, ਕਫ ਐਂਡ ਕੋਲਡ ਦੀ ਅਸੀਂ ਕਰ ਲੈਂਦੇ ਹਾਂ, ਗੱਲ ਕਰਦੇ ਹਾਂ ਕਿ ਕੁਝ ਟਾਈਮ ਲਈ ਸਾਨੂੰ ਟੈਂਪਰੇਰੀ ਰਿਲੀਫ ਮਿਲ ਗਿਆ। ਸੋ ਕੀ ਇਹ ਮੈਡੀਸਿਨਸ ਵਾਕਈ ਸਾਨੂੰ ਠੀਕ ਕਰ ਦਿੰਦੀਆਂ ਨੇ ਰਨੀ ਨੋਸ ਵਗੈਰਾ ਜਿਵੇਂ ਅਸੀਂ ਕਹਿੰਦੇ ਹਾਂ, ਜਾਂ ਸਾਡੀ ਰੇਸ਼ਾ ਜੰਮਣਾ ਸ਼ੁਰੂ ਹੋ ਜਾਂਦਾ? ਇਹ ਬੜਾ ਵਧੀਆ ਸਵਾਲ ਹੈਗਾ ਕਿ ਜਦ ਸਾਨੂੰ ਕੋਲਡ ਹੁੰਦਾ ਹੈਗਾ, ਕਫ ਹੁੰਦਾ ਹੈ ਤੇ ਅਸੀਂ ਮੈਡੀਸਿਨਸ ਲੈ ਲੈਂਦੇ ਹਾਂ ਤੇ ਇਹਦਾ
ਦਾ ਸਾਨੂੰ ਫਾਇਦਾ ਹੁੰਦਾ ਹੈ ਕਿ ਨੁਕਸਾਨ ਹੁੰਦਾ ਹੈਗਾ, ਰਾਈਟ। ਸੋ ਮੈਡੀਸਿਨ ਮਤਲਬ ਦਵਾਈ ਹੋ ਗਈ, ਦਵਾਈ ਆਪਾਂ ਕਰ ਲੈਂਦੇ ਆ ਜਦ ਸਾਨੂੰ ਕੋਈ ਬਿਮਾਰੀ ਹੁੰਦੀ ਹੈ, ਪਰ ਅਸਲ ਵਿੱਚ ਖਾਂਸੀ ਹੋਣਾ, ਜ਼ੁਕਾਮ ਹੋਣਾ, ਬੁਖਾਰ ਹੋਣਾ ਇਹ ਕੋਈ ਬਿਮਾਰੀਆਂ ਹੈ ਹੀ ਨਹੀਂ ਹੈ, ਇਹ ਸਾਡੀ ਬੋਡੀ ਦੇ ਇਮਿਊਨ ਰਿਸਪੌਂਸ ਹੈਗਾ। ਜਦ ਵੀ ਸਾਡੀ ਬੋਡੀ ਵਿੱਚ ਗੰਦਗੀ ਜਮਾ ਹੁੰਦੀ ਹੈ ਤੇ ਬੋਡੀ ਦੇ ਵਿੱਚ ਇੱਕ ਇਨਰ ਸਿਸਟਮ ਹੈਗਾ ਜੋ ਭਗਵਾਨ ਨੇ, ਵਾਹਿਗੁਰੂ ਨੇ ਬਣਾਇਆ ਹੈਗਾ, ਜਿਹਦੇ ਨਾਲ ਸਾਡੇ ਸਰੀਰ ਦੀ ਅੰਦਰੋਂ ਸਫਾਈ ਹੁੰਦੀ ਹੈਗੀ। ਮੈਂ ਤੁਹਾਨੂੰ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ ਹੈਗਾ। ਜਦ ਵੀ ਸਾਡੇ ਘਰ ਵਿੱਚ ਮੈਲ ਮਿੱਟੀ ਜਾਂ ਕੁਝ ਵੀ ਗੰਦਗੀ ਇਕੱਠੀ ਹੁੰਦੀ ਹੈ, ਆਪਾਂ ਡੇਲੀ ਇੱਕ ਵਾਰ ਝਾੜੂ ਪੋਚਾ ਮਾਰਦੇ ਹਾਂ, ਲੇਕਿਨ ਸਾਲ ਵਿੱਚ ਜਦ ਇੱਕ ਵਾਰੀ ਗੁਰਪੁਰਬ ਆ ਜਾਂਦਾ ਹੈਗਾ ਜਾਂ ਦੀਵਾਲੀ ਆ ਜਾਂਦੀ ਹੈਗੀ ਤੇ ਆਪਾਂ ਸੋਫੇ, ਕਾਰਪੇਟ ਸਾਰਾ ਕੁਝ ਉਠਾ ਕੇ ਚੰਗੀ ਤਰ੍ਹਾਂ ਸਫਾਈ ਕਰ ਦਿੰਦੇ ਹਾਂ। ਸੋ ਇਹੀ ਸਾਡੀ ਬੋਡੀ ਵਿੱਚ ਹੁੰਦਾ ਹੈਗਾ। ਹਰ ਰੋਜ਼ ਜਿਹੜੀ ਆਪਾਂ ਸ਼ਵਾਸ ਬਾਹਰ ਛੱਡਦੇ ਹਾਂ, ਜਿਹੜਾ ਪਸੀਨਾ ਸਾਡੀ ਸਕਿਨ ਤੋਂ ਨਿਕਲਦਾ ਹੈਗਾ, ਜਿਹੜਾ ਮਲ ਮੂਤਰ ਦਾ ਆਪਾਂ ਤਿਆਗ ਕਰਦੇ ਹਾਂ, ਇਹਦੇ ਰਾਹੀਂ ਸਾਡੀ ਬੋਡੀ ਵਿੱਚੋਂ ਗੰਦਗੀ ਡੇਲੀ ਬਾਹਰ ਨਿਕਲਦੀ ਹੈ। ਲੇਕਿਨ 6 ਮਹੀਨੇ ਬਾਅਦ, 8 ਮਹੀਨੇ ਬਾਅਦ ਜਾਂ ਸਾਲ ਬਾਅਦ ਜਦ ਸਾਡੀ ਗੰਦਗੀ ਥੋੜੀ ਬੋਡੀ ਵਿੱਚ ਇਕੱਠੀ ਕਾਫੀ ਸਾਰੀ ਹੋ ਜਾਂਦੀ ਹੈ ਤੇ ਬੋਡੀ ਵਿੱਚ ਕੀ ਹੁੰਦਾ ਹੈਗਾ, ਇਹ ਸੈਲਫ ਹੀਲਿੰਗ ਮੈਕੈਨਿਜ਼ਮ ਐਕਟੀਵੇਟ ਹੋ ਜਾਂਦਾ ਹੈ, ਜਿਹੜਾ ਸਾਨੂੰ ਕਫ, ਡਾਇਰੀਆ, ਕੋਲਡ, ਰਨੀ ਨੋਜ਼, ਇਸ ਤਰ੍ਹਾਂ ਦੀ ਚੀਜ਼ਾਂ ਨਾਲ, ਵੋਮਿਟਿੰਗ ਨਾਲ ਸਾਡੇ ਵਿੱਚੋਂ ਗੰਦਗੀ ਬਾਹਰ ਕੱਢਦਾ ਹੈਗਾ। ਹੁਣ ਹੁੰਦਾ ਕੀ ਹੈਗਾ, ਜਦ ਸਾਨੂੰ ਬੁਖਾਰ ਹੁੰਦਾ ਹੈਗਾ ਤੇ ਅੰਦਰ ਜੰਮੀ ਹੋਈ ਗੰਦਗੀ ਜਿਹੜੀ ਹੈ ਉਹ ਟੈਂਪਰੇਚਰ ਕਰਕੇ ਪਿਘਲ ਕੇ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਜਾਂ ਤਾਂ ਮਲ ਦੇ ਰਸਤੇ ਨਿਕਲ ਜਾਏਗੀ ਜਾਂ ਪਸੀਨੇ ਦੇ ਰਸਤੇ ਨਿਕਲ ਜਾਏਗੀ। ਇਸੇ ਤਰ੍ਹਾਂ ਜਿਹੜਾ ਸਾਨੂੰ ਜ਼ੁਕਾਮ ਲੱਗਦਾ ਹੈਗਾ, ਰਨੀ ਨੋਜ਼ ਲੱਗਦਾ ਹੈਗਾ, ਉਹ ਵੀ ਸਾਡੀ ਜਿਹੜੇ ਅਪਰ ਟਰੈਕਟ ਵਿੱਚ ਜਿਹੜੀ ਜੰਮੀ ਹੋਈ ਰੇਸ਼ਾ ਹੈਗਾ ਉਹਨੂੰ ਬਾਹਰ ਕੱਢਣ ਵਾਸਤੇ ਲੱਗਦਾ ਹੈਗਾ। ਹੁਣ ਹੁੰਦਾ ਕੀ ਹੈਗਾ, ਅਸੀਂ ਡਰ ਜਾਂਦੇ ਹਾਂ ਕਿ ਇਹ ਤਾਂ ਬਿਮਾਰੀ ਲੱਗ ਗਈ ਸਾਨੂੰ, ਉਹਦੇ ਵਿੱਚ ਆਪਾਂ ਖਾ ਲੈਂਦੇ ਆ ਦਵਾਈ। ਹੁਣ ਉਹ ਜਿਹੜੀ ਦਵਾਈ ਹੈਗੀ ਬੇਸਿਕਲੀ ਉਹ ਦਵਾਈ ਨਹੀਂ ਹੈਗੀ, ਉਹ ਇੱਕ ਸਪਰੈਸੈਂਟ ਹੈਗਾ। ਸਪਰੈਸੈਂਟ ਯਾਨੀ ਕਿ ਅਗਰ ਤੁਹਾਡਾ ਉਹ ਜਿਹੜੀ ਬਲਗਮ ਬਾਹਰ ਨਿਕਲ ਰਹੀ ਸੀਗੀ ਜਾਂ ਫਿਰ ਜਿਹੜਾ ਰੇਸ਼ਾ ਬਾਹਰ ਨਿਕਲ ਰਿਹਾ ਸੀ, ਤੁਸੀਂ ਕਿਹਾ ਇਹ ਤਾਂ ਪ੍ਰੋਬਲਮ ਦੇ ਰਿਹਾ ਮੈਨੂੰ ਤੇ ਮੈਂ ਗੋਲੀ ਖਾ ਲੈਂਦਾ ਤੇ ਇਹ ਰੁਕ ਜਾਏਗਾ। ਤੁਸੀਂ ਬੇਸਿਕਲੀ ਕੀ ਕਹਿ ਰਹੇ ਹੋ ਕਿ ਮੈਨੂੰ ਇੱਕ ਦਵਾਈ ਦਵੋ ਜਿਹਦੇ ਨਾਲ ਮੇਰੇ ਘਰ ਦੀ ਸਫਾਈ ਹੀ ਰੁਕ ਜਾਵੇ। ਸੋ ਜੇ ਤੁਹਾਡਾ ਕੋਈ ਘਰ ਸਾਫ਼ ਕਰਨ ਆ ਰਿਹਾ, ਝਾੜੂ ਪੋਚਾ ਮਾਰਨ ਆ ਰਿਹਾ, ਤੁਸੀਂ ਉਹਨੇ ਕਹਿ ਰਹੇ ਰਹਿੰਦੇ ਪਈ, ਮੈਨੂੰ ਤਾਂ ਗੰਦਗੀ ਹੀ ਅੰਦਰ ਸਟੋਰ ਕਰਕੇ ਰੱਖਣੀ ਹੈਗੀ। ਸੋ ਇਸੇ ਤਰ੍ਹਾਂ ਜਦ ਅਸੀਂ ਇਹ ਸਪਰੈਸ ਕਰਦੇ ਹਾਂ ਤੇ ਹੁੰਦਾ ਕੀ ਹੈਗਾ, ਸਾਡੇ ਜਿਹੜਾ ਇੰਟਰਨਲ ਹੀਲਿੰਗ ਮੈਕੈਨਿਜ਼ਮ ਹੈਗਾ ਉਹ ਧੀਰੇ ਸਪਰੈਸ ਹੁੰਦਾ ਜਾਂਦਾ ਹੈਗਾ। ਸੋ ਗੰਦਗੀ ਅੰਦਰ ਇਕੱਠੀ ਹੁੰਦੀ ਜਾਂਦੀ ਹੈਗੀ। ਫੋਰ ਐਗਜ਼ਾਮਪਲ ਇੱਕ ਸਿੰਪਲ ਦਾ ਐਗਜ਼ਾਮਪਲ ਦਈਏ, ਜਦ ਆਪਾਂ ਛੋਟੇ ਸੀਗੇ, ਸਾਨੂੰ ਜਦ ਬੁਖਾਰ ਆਇਆ, ਖਾਂਸੀ ਜ਼ੁਕਾਮ ਆਇਆ, ਅਸੀਂ ਦਵਾਈ ਲੈ ਲਈ। ਹੁਣ ਉਸ ਟਾਈਮ ਉਹ ਜਿਹੜਾ ਸਾਡੀ ਅੰਦਰ ਦਾ ਮੈਕੈਨਿਜ਼ਮ ਸੀਗਾ ਉਹ ਸਾਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਲੇਕਿਨ ਉਹ 4-5 ਸਾਲ ਦੀ ਜਿਹੜੀ ਗੰਦਗੀ ਇਕੱਠੀ ਸੀਗੀ ਉਹਨੂੰ ਆਪਾਂ ਦਵਾਈ ਖਾ ਕੇ ਹੋਰ ਇਕੱਠੀ ਕਰ ਲਈ, ਪਲੱਸ ਉਹ ਦਵਾਈ ਦੇ ਵੀ ਸਾਈਡ ਇਫੈਕਟਸ ਰਹਿ ਗਏ। ਹੁਣ ਉਸ ਤੋਂ ਬਾਅਦ ਕੀ ਹੋਏਗਾ, ਜਿਹੜੇ ਅਗਲੇ 2-3 ਸਾਲ ਵਾਸਤੇ ਗੰਦਗੀ ਇਕੱਠੀ ਹੋਏਗੀ, ਫਿਰ ਆਪਾਂ ਦਵਾਈ ਖਾਵਾਂਗੇ ਤੇ ਫਿਰ ਦਵਾਈ ਵੀ ਰਹਿ ਗਈ ਅੰਦਰ, ਕੈਮੀਕਲ ਜਿਹੜਾ ਰਹਿ ਗਿਆ, ਪਲੱਸ ਜਿਹੜੀ ਉਹ 2-3 ਸਾਲ ਦੀ ਗੰਦਗੀ ਹੋਰ ਹੋ ਗਈ। ਸੋ ਇਹ ਐਡ ਔਨ ਹੁੰਦੇ ਕ੍ਰੋਨਿਕ ਡਿਜ਼ੀਜ਼ ਬਣ ਜਾਂਦੀ ਹੈ, ਯਾਨੀ ਕਿ ਸ਼ੁਰੂ ਹੋਈ ਖਾਂਸੀ ਜ਼ੁਕਾਮ ਬੁਖਾਰ ਤੋਂ ਤੇ ਅੱਗੇ ਜਾ ਕੇ ਬ੍ਰੌਂਕਾਈਟਿਸ, ਐਸਮਾ, ਸਾਈਨਸ ਤੇ ਹੋਰ ਸਾਰੀ ਪ੍ਰੋਬਲਮਸ ਫਿਰ ਵੱਧਦੀਆਂ ਜਾਂਦੀਆਂ ਨੇ। ਬ੍ਰੌਂਕਾਈਟਿਸ ਦੇ ਬਾਰੇ ਵੀ ਮੈਂ ਜ਼ਰੂਰ ਪੁੱਛੂੰਗੀ, ਅਗਲਾ ਸਵਾਲ ਇਹੀ ਹੋਏਗਾ ਕਿ ਕੀ ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਡਾਕਟਰ ਹਾਂਜੀ ਦੱਸੋ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਅਸੀਂ ਕੈਨੇਡਾ ਤੋਂ ਬੋਲਦੇ ਆ ਜੀ। ਹਾਂਜੀ, ਕੀ ਪੁੱਛਣਾ ਤੁਸੀਂ? ਅਜੀ ਮੈਂ ਪੁੱਛਣਾ ਮੇਰਾ ਨਾ ਜੇ 2-3 ਸਰਾਣੇ ਲਾ ਕੇ ਪੈਨੇ ਆ ਫੇਰ ਤਾਂ ਸਾਹ ਆਉਂਦਾ, ਚੱਜ ਨਾਲ ਵਧੀਆ ਨੀਂਦ ਆ ਜਾਂਦੀ ਹੈ, ਨਹੀਂ ਫਿਰ ਨੀਂਦ ਨਹੀਂ ਆਉਂਦੀ ਜੇ ਥੱਲੇ ਪੈਨੇ ਆ ਜਮਾ ਸਿੱਧੇ ਜੀ। ਆ ਜਾਂਦਾ। ਹਾਂਜੀ, ਸੋ ਤੁਸੀਂ ਕੁਝ ਪੁੱਛਣਾ ਜਾਂ ਆਨਸਰ ਦਈਏ? ਆਨਸਰ ਦਿੰਦੇ ਟੀਵੀ ਸਕਰੀਨ ਦੇ ਆਨਸਰ ਦਈਏ। ਇਹਨਾਂ ਨੂੰ ਪ੍ਰੋਬਲਮ ਕਿਹੜੀ ਹੈ? ਤੁਹਾਨੂੰ ਪ੍ਰੋਬਲਮ ਕਾਦੀ ਹੈ ਜੀ? ਕੋਈ ਐਸਮਾ ਦੀ ਪ੍ਰੋਬਲਮ ਹੈ ਜਾਂ ਫਿਰ ਤੁਹਾਨੂੰ ਕੋਈ ਸਾਈਨਸ ਦੀ ਪ੍ਰੋਬਲਮ ਹੈ? ਕੋਈ ਪਤਾ ਤੁਹਾਨੂੰ ਇਸ ਦੇ ਬਾਰੇ? ਪ੍ਰੋਬਲਮ ਮੈਨੂੰ ਆਇਆ ਵੀ ਕੋਈ ਪ੍ਰੋਬਲਮ ਹੈ, ਕੋਈ ਸ਼ੂਗਰ ਦੀ ਪ੍ਰੋਬਲਮ ਹੈ ਇੱਕ। ਸਿਰਫ ਇੱਕ ਸ਼ੂਗਰ ਦੀ? ਤੁਸੀਂ ਵੈਸੇ ਚੈੱਕ ਕਰਵਾਇਆ, ਅਸਥਮਾ ਵਗੈਰਾ ਤਾਂ ਨਹੀਂ ਹੈ ਤੁਹਾਨੂੰ ਜਾਂ ਕੋਈ ਹੋਰ ਪ੍ਰੋਬਲਮ? ਨਹੀਂ ਹੋਰ ਕੁਝ ਨਹੀਂ, ਮੈਂ ਚੈੱਕ ਕਰਾਂ ਜੀ। ਠੀਕ ਹੈ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹਾਂ ਜੀ। ਥੈਂਕ ਯੂ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੈਲੀਫੋਰਨੀਆ ਤੋਂ ਬੋਲਦੇ ਆ। ਸਵਾਲ ਹੈ ਵੀ ਪਿੱਤੇ ਦੀ ਪੱਥਰੀ ਉੱਤੇ ਇਹਨਾਂ ਦਾਲ ਦੱਸੀ ਸੀ, ਉਹ ਮੈਨੂੰ ਯਾਦ ਨਹੀਂ ਕਿਹੜੀ ਦਾਲ ਹੈ, ਮੈਂ ਨਾਮ ਪੁੱਛਣਾ ਚਾਹੁੰਦੀ। ਪਿੱਤੇ ਦੀ ਪੱਥਰੀ ਦੀ ਦਾਲ ਕਿਹੜੀ ਸੀ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਦੇ ਲਈ। ਓਕੇ ਜੀ। ਓਕੇ ਜੀ। ਪਹਿਲਾਂ ਜਿਨ੍ਹਾਂ ਨੇ ਪੁੱਛਿਆ ਸੀ ਕੈਨੇਡਾ ਦੇ ਵਿੱਚ ਤੋਂ ਬੋਲ ਰਹੇ ਨੇ, ਸਰਾਣਾ ਰੱਖ ਕੇ ਉਹਨਾਂ ਨੂੰ ਸਾਹ ਆਉਂਦਾ, ਅਦਰਵਾਈਜ਼ ਨਹੀਂ ਆਉਂਦਾ। ਹਾਂ, ਸੋ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈਗੀ ਤੇ ਤੁਹਾਨੂੰ ਸਾਈਨਸ, ਐਸਮਾ ਦੀ ਪ੍ਰੋਬਲਮ ਨਹੀਂ ਹੈਗੀ ਹੈ। ਸੋ ਹੁਣ ਇਹ ਸਾਨੂੰ ਸਮਝਣਾ ਪਏਗਾ ਕਿ ਤੁਹਾਨੂੰ ਸਾਹ ਵਿੱਚ ਤਕਲੀਫ ਕਿਉਂ ਆਉਂਦੀ ਹੈ, ਕਿ ਤੁਹਾਡਾ ਵਜ਼ਨ ਜ਼ਿਆਦਾ ਹੈਗਾ ਜਾਂ ਤੁਹਾਨੂੰ ਬੀਪੀ ਦੀ ਪ੍ਰੋਬਲਮ ਹੈ ਜਾਂ ਸਟ੍ਰੈਸ ਜਾਂ ਐਂਜ਼ਾਈਟੀ, ਕਿਹੜੀ ਪ੍ਰੋਬਲਮ ਹੈਗੀ ਹੈ। ਤੁਸੀਂ ਦੱਸਿਆ ਕਿ ਤੁਹਾਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈਗੀ, ਪਰ ਯੂਜ਼ੂਅਲੀ ਅਸੀਂ ਦੇਖਿਆ ਹੈਗਾ ਕਿ ਡਾਇਬੀਟੀਜ਼ ਤੇ ਸ਼ਾਰਟਨੈਸ ਆਫ ਬ੍ਰੈਥ ਦਾ ਕੋਈ ਡਾਇਰੈਕਟ ਕਨੈਕਸ਼ਨ ਅਸੀਂ ਦੇਖਿਆ ਨਹੀਂ ਹੈਗਾ। ਸੋ ਤੁਹਾਡੇ ਕੇਸ ਵਿੱਚ ਆਪਾਂ ਨੂੰ ਪਰਸਨਲ ਕੰਸਲਟੇਸ਼ਨ ਨਾਲ ਸਮਝਣਾ ਪਏਗਾ ਕਿ ਬਈ ਪ੍ਰੋਬਲਮ ਕੀ ਹੈਗਾ, ਤਾਂ ਹੀ ਅਸੀਂ ਤੁਹਾਨੂੰ ਸਟੀਕ ਜਵਾਬ ਦੇ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਜਿਹੜੀ ਪੋਸਟੂਰਲ ਮੈਡੀਸਿਨ ਹੁੰਦੀ ਹੈ,
ਯਾਨੀ ਕਿ ਆਪਣੀ ਬੋਡੀ ਨੂੰ ਐਡਜਸਟ ਕਰਕੇ ਆਪਾਂ ਥੋੜਾ ਜਿਹਾ ਆਪਣੀ ਲੰਗਸ ਦੀ ਕੈਪੈਸਿਟੀ ਵਧਾ ਸਕਦੇ ਆ। ਉਹ ਕਿਵੇਂ ਹੁੰਦਾ ਹੈ? ਪ੍ਰੋਨ ਵੈਂਟੀਲੇਸ਼ਨ ਯਾਨੀ ਕਿ ਜਦ ਤੁਸੀਂ ਉਲਟਾ ਲੇਟ ਜਾਂਦੇ ਹੋ, ਯਾਨੀ ਆਪਣੀ ਛਾਤੀ ਦੇ ਬਲ ਲੇਟ ਜਾਂਦੇ ਹੋ, ਇੱਕ ਤਾਂ ਹੁੰਦਾ ਨਾ ਆਪਾਂ ਛੱਤ ਵੱਲ ਦੇਖ ਕੇ ਸੌਂਦੇ ਆ, ਇੱਕ ਹੁੰਦਾ ਪੁੱਠੇ ਸੋ ਜਾਂਦੇ ਆ ਬਿਸਤਰੇ ਵੱਲ। ਜਦ ਆਪਾਂ ਛਾਤੀ ਦੇ ਸਹਾਰੇ ਬੈੱਡ ਤੇ ਸੋ ਜਾਂਦੇ ਹੈਗੇ ਆ, ਯਾਨੀ ਕਮਰ ਸਾਡੀ ਉੱਤੇ ਆ ਜਾਂਦੀ ਹੈ, ਛਾਤੀ ਥੱਲੇ ਆ ਜਾਂਦੀ ਹੈ, ਉਹਦੇ ਨਾਲ ਸਾਡੀ ਲੰਗਸ ਦੀ 20% ਕੈਪੈਸਿਟੀ ਬਰੀਥਿੰਗ ਦੀ ਵੱਧ ਜਾਂਦੀ ਹੈਗੀ ਹੈ। ਤੁਸੀਂ ਇਸ ਤਰ੍ਹਾਂ ਵੀ ਅੱਧਾ ਪੌਣਾ ਘੰਟਾ ਲੇਟ ਕੇ ਦੇਖਿਓ ਕਿ ਤੁਹਾਨੂੰ ਫਾਇਦਾ ਲੱਗ ਰਿਹਾ ਹੈ। ਜੇ ਤੁਹਾਨੂੰ ਅੱਧਾ ਪੌਣਾ ਘੰਟਾ ਫਾਇਦਾ ਲੱਗ ਰਿਹਾ ਹੈ, ਇਸ ਦਾ ਮਤਲਬ ਹੈ ਜਦ ਤੁਸੀਂ ਰਾਤ ਨੂੰ ਸੋਓਗੇ ਇਸ ਤਰ੍ਹਾਂ ਤਾਂ ਵੀ ਤੁਹਾਨੂੰ ਫਾਇਦਾ ਲੱਗੇਗਾ, ਤੇ ਤੁਸੀਂ ਇਹ ਵੀ ਕਰ ਸਕਦੇ ਹੋ। ਜੀ ਨੈਕਸਟ ਕੈਲੀਫੋਰਨੀਆ ਤੋਂ ਪਿੱਤੇ ਦੀ ਪੱਥਰੀ ਲਈ ਦਾਲ ਦੱਸੀ ਤੁਸੀਂ ਲਾਸਟ ਟਾਈਮ, ਕਿਹੜੀ ਦਾਲ ਸੀ ਉਹ? ਹਾਂ, ਉਹ ਜਿਹੜੀ ਦਾਲ ਦੱਸੀ ਸੀ ਉਹਦਾ ਨਾਮ ਹੈ ਕੁਲਥੀ ਦੀ ਦਾਲ ਜਿਹੜੀ ਹੁੰਦੀ ਹੈਗੀ ਹੈ ਉਹਨੂੰ ਇੰਗਲਿਸ਼ ਵਿੱਚ ਹਾਰਸ ਗ੍ਰਾਮ ਕਿਹਾ ਜਾਂਦਾ ਹੈਗਾ। ਸੋ ਪਿੱਤੇ ਦੀ ਪੱਥਰੀ ਵਾਸਤੇ ਉਹਨੂੰ ਕਿਵੇਂ ਯੂਜ਼ ਕਰਨਾ ਹੈਗਾ, ਤੁਸੀਂ 50 ਗ੍ਰਾਮਸ ਆਫ ਕੁਲਥੀ ਦੀ ਦਾਲ ਲੈਣੀ ਹੈਗੀ ਹੈ ਤੇ ਉਹਨੂੰ ਸਵੇਰੇ 2 ਗਲਾਸ ਪਾਣੀ ਦੇ ਵਿੱਚ ਬੋਇਲ ਕਰਨਾ ਹੈਗਾ। जब तुम 5-10-15 मिनट बॉयल करोगे तो जब 2 गिलास पानी 1 गिलास रह जाए तो उस 1 गिलास पानी को सिप करके चाह वांग सवेरे खाली पेट पी लेना हैगा। सो ये जोड़ा है पित्ते की पत्थरी धीरे डिजोल्व होती हैगी। तो इस तो अलावा भी जी बाकी डाइट एंड लाइफ स्टाइल है उन्होंने भी सैट रखना पएगा ताकि जोड़ा कारण सीगा जिहदे करके वो पत्थरी बनी सी वो दोबारा कारण तुसीं अपने अंदर ना पावो तो धीरे कुल्थी दी दाल नाल वो साफ भी होंदी जाए। बिल्कुल जी। तो आपां अपने टॉपिक ते वापस आइए। मैं पुछण लगी सी तुहानूं ब्रोंकाइटिस की हुंदा है, इहदे बारे जरूर जानकारी दिओ तुसीं। ब्रोंकाइटिस जिहड़ी भी देखो आइटिस लगदी ना साइनसाइटिस, ब्रोंकाइटिस, गैस्ट्राइटिस। आइटिस का मतलब है इन्फ्लेमेशन, यानी कि अगर साइनसेस विच इन्फ्लेमेशन होई यानी घाव जख्म बने तो वो साइनसाइटिस हो गया। जे साडे गैस्ट्रिक एरिया विच लग गया पेट विच तो गैस्ट्राइटिस हो गया है ना। इसी तरह साडे कोलन विच कोलाइटिस हो गया। तो हुण आपां गल करिए ब्रोंकाइटिस यानी साडे ब्रोंकाई विच अगर इन्फ्लेमेशन हुई तो हो गया ब्रोंकाइटिस। हुण ब्रोंकाई हुंदा की हैगा, साडा जिहड़ा रेस्पिरेटरी ट्रैक्ट हैगा ਇਹਦੇ ਪਹਿਲਾਂ ਇੱਕ ਵਿੰਡ ਪਾਈਪ ਹੁੰਦਾ ਹੈਗਾ ਜਿਹੜੀ ਸਾਹ ਦੀ ਨਲੀ ਹੈ ਜਿਹਨੂੰ ਟ੍ਰੈਕੀਆ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਉਹ ਡਿਵਾਈਡ ਹੋ ਜਾਂਦਾ ਹੈ 2 ਟਿਊਬਾਂ ਵਿੱਚ, ਬਰੀਥਿੰਗ ਟਿਊਬਸ ਵਿੱਚ। ਉਹ ਹੁੰਦੀ ਹੈ ਬ੍ਰੋਂਕਾਈ, ਇੱਕ ਲੈਫਟ ਤੇ ਇੱਕ ਰਾਈਟ। ਫਿਰ ਇਹ ਹੋਰ ਬ੍ਰਾਂਚਸ ਵਿੱਚ ਡਿਵਾਈਡ ਹੁੰਦਾ ਹੈ, ਉਹਨੂੰ ਕਹਿੰਦੇ ਆ ਬ੍ਰੋਂਕੀਓਲਸ। ਤੇ ਲਾਸਟ ਵਿੱਚ ਜਾ ਕੇ ਆ ਜਾਂਦੇ ਆ ਸਾਡੇ ਐਲਵੀਓਲਾਈ ਜਿਹੜੇ ਹੈਗੇ 에ਅਰ ਸੈਕਸ। ਜਦੋਂ ਆਪਾਂ ਸਾਹ ਲੈਂਦੇ ਹੈਗੇ ਜਿਵੇਂ ਕਿ ਤੇ ਸਾਡੇ ਜਿਹੜੇ 에ਅਰ ਸੈਕਸ ਨੇ ਉਹ ਭਰ ਜਾਂਦੇ ਆ, ਫਿਰ ਛੱਡਦੇ ਆ तो इधर रिलैक्स हो जाते हैं, फिर भरते हैं, फिर रिलैक्स होंगे है। ये साडा रेस्पिरेटरी सिस्टम का एक जो सिंपल एक्सप्लेनेशन हो गया। फिर ये ट्यूब्स ने ब्रीथिंग ट्यूब्स जिन्होंने ब्रोंकाई कहती है, जब ये घाव बन जाते हैं, इन्फ्लेमेशन हो जाती है तो इस करके जी प्रॉब्लम आती है उन्होंने कहते जाते हैं ब्रोंकाइटिस। तो ये भी लक्षण वही ने कि साह लैने में तकलीफ होनी, गले में खराश रहनी, सिर में दर्द होना तो शॉर्टनेस ऑफ ब्रैथ, तो लगभग उसी तरह के सिम्टम्स होंगे। कईयां नूं वैसे भी साह लैण च प्रॉब्लम आती है कि बैठे या कोई काम करते पे या साह लैण च प्रॉब्लम आ रही है या हार्ट बीट नाल भी तेज होने लग गई है, कि ये भी कोई प्रॉब्लम होती है? ये प्रॉब्लम है ही, साह लेने में अगर तकलीफ आ रही है दैट मींस कि कितना गंदगी जमी हुई है, चाहे वो एस्मा होवे या ब्रोंकाइटिस होवे या साइनसाइटिस होवे। गल करांगे, दर्शक जुड़ गए ने। सत श्री अकाल जी, कित्थों बोल रहे हो, की सवाल है? सत श्री अकाल जी, मैं ब्रैम्पटन तो बोलती हाँ जी। ते मैं डॉक्टर साहब ਨੂੰ ਪੁੱਛਣਾ ਚਾਹੁੰਦੀ ਸੀ ਉਹਨਾਂ ਦੇ ਕੋਰਸ ਬਾਰੇ। ਅਸੀਂ ਡਾਕਟਰ ਸਾਹਿਬ ਦੀ ਬੁੱਕ ਆਨਲਾਈਨ ਪੜ੍ਹੀ ਸੀ, ਐਡਵਾਂਸ ਨਿਊਟ੍ਰੀਸ਼ਨ ਥੈਰੇਪੀ, ਤੇ ਬਹੁਤ ਵਧੀਆ ਲੱਗੀ ਸੀ, ਕਾਫੀ ਕੁਝ ਸਿੱਖਣ ਨੂੰ ਮਿਲਿਆ। ਤੇ ਕੋਰਸ ਬਾਰੇ ਪੁੱਛਣਾ ਸੀ ਕਿ ਕਿਵੇਂ ਜੁਆਇਨ ਕੀਤਾ ਜਾ ਸਕਦਾ ਹੈ। ਕੋਰਸ ਕਿਵੇਂ ਜੁਆਇਨ ਕੀਤਾ ਜਾ ਸਕਦਾ, ਤੁਹਾਨੂੰ ਅਸੀਂ ਪ੍ਰੋਗਰਾਮ ਦੇ ਅਖੀਰ 'ਚ ਦੱਸ ਕੇ ਜਾਵਾਂਗੇ ਸਾਰਾ ਕੁਝ। ਤੁਸੀਂ ਪਲੀਜ਼ ਪ੍ਰੋਗਰਾਮ ਨਾਲ ਜੁੜੇ ਰਹੋ, ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿੱਥੇ ਜਾ ਕੇ ਤੁਸੀਂ ਕੋਰਸ ਜੁਆਇਨ ਕਰ ਸਕਦੇ ਹੋ, ਕਿਵੇਂ ਜੁਆਇਨ ਕਰ ਸਕਦੇ ਹੋ, ਕਿੰਨੇ ਸਮੇਂ ਦਾ ਕੋਰਸ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਨੈਕਸਟ ਕਾਲਰ ਵੀ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਆਪਦਾ ਦੱਸਣਾ ਚਾਹੁੰਦੀ ਹਾਂ ਭੈਣ, 2-3 ਦਿਨ ਹੋ ਗਏ ਮੈਨੂੰ ਨਾ ਸੁਬਾਹ ਚੱਕਰ ਜਿਹਾ ਆ ਕੇ ਮੋਰਾਂ ਦੇ ਵਿਚਾਲੇ ਦਰਦ ਹੋ ਕੇ ਅੱਖਾਂ ਮੂਹਰੇ ਅੰਨੀ ਹੋ ਗਈ, ਜਾਨੀ ਇੱਕਦਮ ਹਨੇਰੀ ਆ ਗਈ। ਉਸ ਤੋਂ ਬਾਅਦ ਮੈਂ ਫਿਰ ਸੋਫੇ ਤੇ ਮੈਨੂੰ ਪਾਤਾ ਤੇ ਪਤਾ ਨਹੀਂ ਲੱਗਿਆ। ਫਿਰ ਉਸ ਤੋਂ ਬਾਅਦ ਉਲਟੀ ਆਈ, ਫਿਰ ਮੈਂ ਠੀਕ ਹੋਈ। ਤੇ ਵੀ ਮਤਲਬ ਮੈਨੂੰ ਸ਼ੂਗਰ ਵੀ ਥੋੜੀ ਜਿਹੀ ਹੈਗੀ ਹੈ, ਬੀਪੀ ਵੀ ਵੱਧਦਾ, ਗਠੀਆ ਵੀ ਹੈਗਾ। ਕੁਝ ਪੁੱਛਣਾ ਨਹੀਂ, ਇਹਦੇ ਵਿੱਚ ਮਲਟੀਪਲ ਪ੍ਰੋਬਲਮਸ ਹੈਗੀਆਂ ਨਾ। ਠੀਕ ਹੈ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਕਾਲ ਕਰਨ ਦੇ ਲਈ। ਓਕੇ ਜੀ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂਟਨ ਤੋਂ ਬੋਲਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਨੀਆਂ ਬਾਰੇ ਪੁੱਛਣਾ ਚਾਹੁੰਦਾ ਸੀ ਵੀ ਹਰਨੀਆਂ ਦਾ ਕੋਈ ਟ੍ਰੀਟਮੈਂਟ ਹੁੰਦਾ ਜੀ? ਜੀ, ਹਰਨੀਆਂ ਦਾ ਟ੍ਰੀਟਮੈਂਟ, ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ।
ਪਹਿਲਾਂ ਜਿਨ੍ਹਾਂ ਨੇ ਮੈਮ ਨੇ ਕਿਹਾ ਸੀਗਾ ਕਿ ਚੱਕਰ ਆਏ ਆ ਤੇ ਉਹਨਾਂ ਨੂੰ ਵੋਮਿਟ ਆਈ, ਅੱਖਾਂ ਅੱਗੇ ਹਨੇਰਾ ਆ ਗਿਆ ਸੀ, ਕਾਫੀ ਮਲਟੀਪਲ ਡਿਜ਼ੀਜ਼ ਨੇ ਇਹਨਾਂ ਨੂੰ, ਸੋ ਇਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ? ਇਹਨਾਂ ਦੇ ਕੇਸ ਵਿੱਚ ਪਰਸਨਲ ਕੰਸਲਟੇਸ਼ਨ ਕਰਨੀ ਪਊਗੀ ਕਿਉਂਕਿ ਕਾਫੀ ਸਾਰੀ ਪ੍ਰੋਬਲਮਸ ਹੈਗੀਆਂ ਤੇ ਇਸ ਤਰ੍ਹਾਂ ਟੀਵੀ ਸਕਰੀਨ ਤੇ ਆਪਾਂ ਜਵਾਬ ਨਹੀਂ ਦੇ ਸਕਦੇ ਇਹਦਾ। ਜ਼ਿਆਦਾ ਤੁਹਾਨੂੰ ਜਾਣਕਾਰੀ ਇਹਦੀ ਚਾਹੀਦੀ ਹੋਣੀ ਹੈ। ਜੀ ਬਿਲਕੁਲ, ਤੁਸੀਂ ਕਮਲ ਜੀ ਨਾਲ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਹਨਾਂ ਦੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਕਦੋਂ ਕਰ ਸਕਦੇ ਹੋ ਤੁਹਾਨੂੰ ਅਸੀਂ ਜ਼ਰੂਰ ਜਾਣ ਤੋਂ ਪਹਿਲਾਂ ਦੱਸਾਂਗੇ। ਇਸ ਤੋਂ ਬਾਅਦ ਹਰਨੀਆਂ ਦੇ ਬਾਰੇ ਵਿੱਚ ਪੁੱਛ ਰਹੇ ਸੀ ਕਿ ਹਰਨੀਆਂ ਦੀ ਟ੍ਰੀਟਮੈਂਟ ਹੋ ਸਕਦੀ ਹੈ? ਹਾਂਜੀ, ਹਰਨੀਆਂ ਦੀ ਟ੍ਰੀਟਮੈਂਟ ਹੋ ਸਕਦੀ ਹੈ। ਯੂਜ਼ੂਅਲੀ ਅਗਰ ਆਪ ਕਨਵੈਨਸ਼ਨਲ ਤਰੀਕੇ ਨਾਲ ਤੁਸੀਂ ਜਾਓਗੇ ਤੇ ਸਰਜਰੀ ਹੀ ਕਿਹਾ ਜਾਂਦਾ ਹੈਗਾ, ਬਟ ਅਸੀਂ ਦੇਖਿਆ ਹੈ ਡਾਈਟ ਐਂਡ ਲਾਈਫਸਟਾਈਲ ਠੀਕ ਕਰਕੇ ਜਦ ਤੁਸੀਂ ਜੜ ਪ੍ਰੋਬਲਮ ਨੂੰ ਸੋਲੂਸ਼ਨ ਦਾ ਕੱਢ ਦਿਓ, ਉਹਦਾ ਮਤਲਬ ਜਿਸ ਕਰਕੇ ਹਰਨੀਆ ਬਣਿਆ ਸੀਗਾ ਉਹ ਜੇ ਤੁਹਾਡੀ ਬੋਡੀ ਵਿੱਚ ਪ੍ਰੋਬਲਮ ਸਾਈਡ ਹੋ ਜਾਵੇ ਤੇ ਹਰਨੀਆ ਠੀਕ ਹੋ ਜਾਂਦਾ ਹੈਗਾ। ਅਸੀਂ ਬਹੁਤ ਕੇਸ ਦੇਖੇ, ਹਰਨੀਆ ਹੋਵੇ, ਹਾਈਡਰੋਸੀਲ ਹੋਵੇ, ਵੈਰੀਕੋਸੀਲ ਹੋਵੇ ਜਾਂ ਹੋਰ ਕੋਈ ਪ੍ਰੋਬਲਮ ਹੋਵੇ ਤੇ ਇਹ ਠੀਕ ਹੋ ਜਾਂਦੀਆਂ ਨੇ। ਸੋ ਉਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਸ਼ੋਅ ਹੈਗਾ ਅੱਜ ਸਾਡਾ ਆਪਾਂ ਫੋਕਸ ਕਰ ਰਹੇ ਰੈਸਪੀਰੇਟਰੀ ਇਲਨੈਸ ਤੇ ਹਰਨੀਆ ਵਿੱਚ ਨਾ ਕੰਪਲੀਟ ਕਾਫੀ ਸਾਰੀ ਗਾਈਡੈਂਸ ਦੇਣੀ ਪੈਂਦੀ ਹੈਗੀ ਜੇ ਟੀਵੀ ਤੇ ਆਪਾਂ ਹੁਣੇ ਇਸ ਟਾਈਮ ਨਹੀਂ ਦੇ ਸਕਦੇ ਹੈਗੇ। ਤੇ ਹਰਨੀਆ ਦੇ ਕੇਸ ਵਿੱਚ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਹੈਗਾ ਕਿ ਮੰਨਿਆ ਜਾਂਦਾ ਹੈਗਾ ਕਿ ਇਹ ਠੀਕ ਹੋ ਨਹੀਂ ਸਕਦਾ ਪਰ ਇਹ ਠੀਕ ਹੁੰਦਾ ਹੈਗਾ। ਅਸੀਂ ਬਹੁਤ ਕੇਸ ਦੇਖੇ ਇਸ ਤਰ੍ਹਾਂ ਦੇ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸੋ ਮਤਲਬ ਕਿ ਸਿਰਫ ਡਾਈਟ ਚੇਂਜ ਕਰਕੇ ਇਹਨਾਂ ਤੋਂ ਪਰਮਾਨੈਂਟਲੀ ਛੁਟਕਾਰਾ ਪਾਇਆ ਜਾ ਸਕਦਾ। ਕੀ ਬਾਤ ਹੈ। ਤੁਸੀਂ ਪ੍ਰੋਗਰਾਮ ਤੋਂ ਬਾਅਦ ਜੀ ਕੰਟੈਕਟ ਕਰ ਸਕਦੇ ਹੋ। ਤੇ ਮੈਂ ਗੱਲ ਕਰ ਰਹੀ ਸੀ ਕਿ ਕਈ ਐਸਥਮਾ ਦੇ ਪੇਸ਼ੈਂਟਸ ਜਿਹੜੇ ਹੁੰਦੇ ਨੇ ਇਨਹੇਲਰ ਹਰ ਟਾਈਮ ਆਪਣੇ ਕੋਲ ਰੱਖਣਾ ਪੈਂਦਾ ਆ, ਕੀ ਇਹਦਾ ਕੋਈ ਆਲਟਰਨੇਟ ਹੋ ਸਕਦਾ ਆ? ਹਾਂ, ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ। ਸੋ ਜਦ ਜਿਹੜਾ ਵੀ ਬੰਦਾ ਇਨਹੇਲਰ ਆਪਣੇ ਕੋਲ ਰੱਖਦਾ ਹੈ ਦੈਟ ਮੀਨਸ ਕਿ ਉਹਨੂੰ ਅਸਥਮਾ ਦੀ ਪ੍ਰੋਬਲਮ ਕਾਫੀ ਕ੍ਰੋਨਿਕ ਹੈਗੀ, ਕਾਫੀ ਪ੍ਰੋਬਲਮ ਹੈਗੀ। ਸੋ ਐਸਮਾ ਦਾ ਪੰਪ ਜਿਹੜਾ ਹੈਗਾ ਉਹ ਤਾਂ ਆਪਣੇ ਕੋਲ ਰੱਖਣਾ ਹੀ ਹੈਗਾ ਤੇ ਜਿਸ ਵੇਲੇ ਐਮਰਜੈਂਸੀ ਪੈ ਜਾਂਦੀ ਹੈ ਉਸ ਟਾਈਮ ਤਾਂ ਪੰਪ ਹੀ ਤੁਹਾਡੇ ਕੰਮ ਆਏਗਾ ਕਿਉਂਕਿ ਉਸ ਟਾਈਮ ਬੰਦੇ ਨੂੰ ਹੋਰ ਕੁਝ ਨਹੀਂ ਸੋਚਦਾ ਹੈਗਾ। ਬਟ ਜੇ ਤੁਸੀਂ ਨਾਲ ਕੁਝ ਨੈਚੁਰਲ ਐਡੀਸ਼ਨ ਵੀ ਕਰਨਾ ਚਾਹੁੰਦੇ ਹੋ ਸੋ ਉਸ ਟਾਈਮ ਤੁਸੀਂ ਕੀ ਕਰ ਸਕਦੇ ਹੋ, ਪੰਪ ਦੇ ਨਾਲ ਨਾਲ ਅਗਰ ਤੁਸੀਂ ਜਿਵੇਂ ਕੋਈ ਗ੍ਰੀਨ ਕੁਝ ਟੀ ਜਾਂ ਫਿਰ ਕੁਝ ਇਸ ਤਰ੍ਹਾਂ ਦਾ ਪੀਂਦੇ ਹੋ ਜਾਂ ਕੁਝ ਗਰਮ ਚੀਜ਼ ਲੈਂਦੇ ਹੋ, ਉਹਦੇ ਵਿੱਚ ਬੈਸਟ ਚੀਜ਼ ਜਿਹੜੀ ਕੰਮ ਕਰਦੀ ਹੈ ਉਹ ਬਹੁਤ ਗਰਮ ਪਾਣੀ ਲਵੋ, ਬਹੁਤ ਗਰਮ ਪਾਣੀ, ਉਹਦੇ ਵਿੱਚ 1 ਚਮਚ ਹਲਦੀ ਪਾਊਡਰ ਮਿਲਾਓ ਤੇ ਉਹਨੂੰ ਚਾਹ ਵਾਂਗ ਸਿਪ ਕਰਕੇ ਤੇ ਉਹਦੇ ਜਿਹੜੇ ਫਿਊਮਸ ਨਿਕਲ ਰਹੇ ਨੇ, ਜਿਹੜਾ ਉਹਦੇ ਵਿੱਚੋਂ ਭਾਂਪ ਨਿਕਲ ਰਹੀ ਹੈ, ਉਹਨੂੰ ਲੈ ਕੇ ਤੇ ਆਰਾਮ ਨਾਲ ਸਿਪ ਕਰਕੇ ਉਹਨੂੰ ਪੀਂਦੇ ਰਹੋ। ਇਹਦੇ ਨਾਲ ਕੀ ਹੁੰਦਾ ਹੈ ਕਿ ਥੋੜੀ ਤੁਹਾਡੀ ਜਿਹੜੀ ਇਨਫਲੇਮੇਸ਼ਨ ਹੈਗੀ ਉਹ ਘਟਦੀ ਹੈਗੀ ਕਿਉਂਕਿ ਹਲਦੀ ਵਿੱਚ ਨਾ ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼ ਹੁੰਦੀਆਂ ਨੇ ਤੇ ਉਹ ਵੀ ਹੈਲਪ ਕਰਦੀ ਹੈਗੀ। ਇਸ ਤੋਂ ਇਲਾਵਾ ਪ੍ਰੋਨ ਪੋਜੀਸ਼ਨ ਯਾਨੀ ਛਾਤੀ ਦੇ ਬਲ ਲੇਟਣ ਦੀ ਥੋੜੀ ਅੱਧੇ ਘੰਟੇ ਪੌਣੇ ਘੰਟੇ ਤੁਸੀਂ ਡੇਲੀ ਪ੍ਰੈਕਟਿਸ ਕਰਿਆ ਕਰੋ। ਉਹਦੇ ਨਾਲ ਵੀ ਸਾਡੀ ਜਿਹੜੀ ਲੰਗ ਕੈਪੈਸਿਟੀ ਹੁੰਦੀ ਹੈਗੀ ਉਹ ਵੱਧਦੀ ਹੈਗੀ। ਸੋ ਜੇ ਤੁਸੀਂ ਅੱਧਾ ਪੌਣਾ ਘੰਟਾ ਪ੍ਰੈਕਟਿਸ ਕੀਤੀ ਲੇਟਣ ਦੀ ਉਸ ਤਰ੍ਹਾਂ ਤੇ ਤੁਸੀਂ ਕੰਫਰਟੇਬਲੀ ਲੇਟ ਜਾਂਦੇ ਹੋ, ਫਿਰ ਉਸ ਟਾਈਮ ਨੂੰ ਵਧਾਓ। ਸੋ ਇਸ ਤਰ੍ਹਾਂ ਕਰਕੇ ਤੁਸੀਂ ਜਦ ਇਸ ਪੋਜੀਸ਼ਨ ਵਿੱਚ ਲੇਟਣਾ ਸ਼ੁਰੂ ਕਰੋਗੇ ਤੇ ਤੁਹਾਨੂੰ ਲੇਟਣ ਵੇਲੇ ਸਾਹ ਦੀ ਪ੍ਰੋਬਲਮ ਥੋੜੀ ਘੱਟ ਆਏਗੀ ਤੇ ਜਿਸ ਵੇਲੇ ਪੰਪ ਯੂਜ਼ ਕਰ ਰਹੇ ਹੋ ਉਹਦੇ ਨਾਲ ਤੁਸੀਂ ਇਹ ਹਲਦੀ ਦਾ ਪਾਣੀ ਜਿਹੜਾ ਹੈ ਗਰਮ ਪਾਣੀ ਇਹ ਵੀ ਪੀਓ। ਲੇਕਿਨ ਮੈਂ ਇੱਥੇ ਕਹਿਣਾ ਚਾਹੁੰਦਾ ਹੈਗਾ ਕਿ ਇਹ ਜਿਹੜਾ ਪੰਪ ਹੈਗਾ ਇਹ ਤੁਸੀਂ ਜਦ ਲੈਂਦੇ ਹੋ ਇਹਦਾ ਅਸਰ ਕੁਝ ਘੰਟਿਆਂ ਤੱਕ ਰਹਿੰਦਾ ਹੈਗਾ, ਉਸ ਤੋਂ ਬਾਅਦ ਦੁਬਾਰਾ ਲੈਣਾ ਪੈਂਦਾ ਹੈਗਾ ਐਂਡ ਜਿਵੇਂ ਟਾਈਮ ਨਿਕਲਦਾ ਜਾਂਦਾ ਹੈਗਾ ਉੱਦਾਂ ਇਹ ਪੰਪ ਲੈਣ ਦੀ ਫ੍ਰੀਕੁਐਂਸੀ ਵੀ ਵੱਧਦੀ ਜਾਂਦੀ ਹੈਗੀ ਕਿਉਂਕਿ ਇੱਕ ਪ੍ਰੋਗਰੈਸਿਵ ਡਿਸੀਜ਼ ਹੈ, ਮਤਲਬ ਵੱਧਦੀ ਜਾਂਦੀ ਹੈਗੀ। ਪ੍ਰੋਗਰੈਸਿਵ ਕਿਉਂ ਹੈ? ਕਿਉਂਕਿ ਜਿਸ ਕਾਰਨ ਕਰਕੇ ਅਸਮਾ ਬਣਿਆ ਸੀਗਾ ਉਸ ਕਾਰਨ ਨੂੰ ਅਸੀਂ ਠੀਕ ਹੀ ਨਹੀਂ ਕੀਤਾ। ਜਦ ਤੱਕ ਆਪਾਂ ਉਸ ਕਾਰਨ ਵਿੱਚ ਰਹਿੰਦੇ ਰਵਾਂਗੇ ਤਿਵੇਂ ਅਸਮਾ ਵੱਧਦਾ ਜਾਵੇਗਾ। ਸੋ ਜਦ ਅਸੀਂ ਉਸ ਕਾਰਨ ਨੂੰ ਹੀ ਕੱਢ ਦਾਂਗੇ ਜਿਸ ਕਰਕੇ ਅਸਮਾ ਵੱਧ ਰਿਹਾ ਸੀਗਾ ਤੇ ਤੁਹਾਡਾ ਅਸਮਾ ਵਧਣਾ ਵੀ ਰੁਕ ਜਾਏਗਾ ਤੇ ਰਿਵਰਸ ਹੋਣਾ ਸ਼ੁਰੂ ਹੋ ਜਾਏਗਾ ਯਾਨੀ ਐਜ਼ਮੈਟਿਕ ਤੋਂ ਤੁਸੀਂ ਨਾਨ ਐਜ਼ਮੈਟਿਕ ਵੀ ਬਣ ਸਕਦੇ ਹੋ। ਸੋ ਉਹਦੇ ਵਾਸਤੇ ਕੀ ਕਰਨਾ ਹੈ, ਅੱਜ ਦੇ ਸ਼ੋਅ ਵਿੱਚ ਆਪਾਂ ਇਸ ਬਾਰੇ ਗੱਲ ਜ਼ਰੂਰ ਕਰਾਂਗੇ। ਬਿਲਕੁਲ ਜੀ, ਅੱਜ ਕੱਲ ਬੱਚੇ ਵੀ ਜਿਹੜੇ ਨੇ ਬੱਚਿਆਂ ਨੂੰ ਵੀ ਅਸਥਮਾ ਦੀ ਪ੍ਰੋਬਲਮ ਹੋ ਰਹੀ ਹੈ। ਸੋ ਇਹਦਾ ਰੀਜ਼ਨ ਕੀ? ਅਸੀਂ ਵੱਡਿਆਂ ਨੂੰ ਤਾਂ ਕਹਿੰਦੇ ਆ ਪੋਲਿਊਸ਼ਨ ਹੈ, ਲਾਈਫਸਟਾਈਲ ਹੈ, ਡਾਈਟ ਇਹ ਜਿਹੀ ਹੈਗੀ ਹੈ, ਬੱਚਿਆਂ ਦੀ ਡਾਈਟ ਦਾ ਤਾਂ ਪੇਰੈਂਟਸ ਵੱਲ ਧਿਆਨ ਹੁੰਦਾ ਆ। ਸੋ ਬੱਚਿਆਂ ਨੂੰ ਅਸਥਮਾ ਦੀ ਪ੍ਰੋਬਲਮ ਕਿਉਂ ਹੁੰਦੀ ਹੈ? ਹਾਂਜੀ, ਬੱਚਿਆਂ ਦੇ ਕੇਸ ਵਿੱਚ ਐਜ਼ਮਾ ਕਿਉਂ ਹੋ ਰਿਹਾ ਹੈਗਾ? ਸਿਰਫ ਐਜ਼ਮਾ ਨਹੀਂ, ਤੁਸੀਂ ਦੇਖੋ ਅੱਜ ਕੱਲ ਬੱਚੇ ਜਿਹੜੇ ਹੋ ਰਹੇ ਨੇ ਉਹਨਾਂ ਨੂੰ ਸਕਿਨ ਦੀ ਐਗਜ਼ੀਮਾ ਹੋ ਰਿਹਾ ਹੈਗਾ, ਉਹਨਾਂ ਨੂੰ ਐਜ਼ਮਾ ਹੋ ਰਿਹਾ ਹੈਗਾ, ਐਲਰਜੀਜ਼ ਹੋ ਰਹੀਆਂ ਨੇ। ਕਿੰਨੀ ਤਰ੍ਹਾਂ ਦੀ ਐਲਰਜੀਜ਼ ਹੈ, ਕਿਸੇ ਨੂੰ ਗਲੂਟਨ ਦੀ ਹੈਗੀ, ਕਿਸੇ ਨੂੰ ਨਟਸ ਦੀ ਹੈਗੀ, ਕਿਸੇ ਨੂੰ ਪੋਲਨ ਦੀ ਹੈਗੀ, ਕਿਸੇ ਨੂੰ ਡਸਟ ਦੀ ਹੈਗੀ, ਕਿੰਨੀ ਤਰ੍ਹਾਂ ਦੀ ਐਲਰਜੀਜ਼ ਹੁਣ ਆ ਚੁੱਕੀਆਂ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਆਟਿਜ਼ਮ ਕਿੰਨਾ ਵੱਧ ਚੁੱਕਿਆ ਹੈ, ਡਾਇਬੀਟੀਜ਼ ਟਾਈਪ 1 ਦੀ ਪ੍ਰੋਬਲਮਸ ਹੋ ਗਈਆਂ ਨੇ, ADHD ਦੀ ਪ੍ਰੋਬਲਮ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀ ਪ੍ਰੋਬਲਮਸ ਕਿਉਂ ਵੱਧਦੀਆਂ ਜਾ ਰਹੀਆਂ ਨੇ? ਸੋ ਜਦ ਆਪਾਂ ਇਹਦੇ ਬਾਰੇ ਰਿਸਰਚ ਕਰਨਾ ਸ਼ੁਰੂ ਕੀਤਾ ਤੇ ਸਾਡੇ ਸਾਹਮਣੇ 3 ਗੱਲਾਂ ਆਈਆਂ ਨੇ। ਪਹਿਲੀ ਗੱਲ ਤਾਂ ਜਿਵੇਂ ਕਿ ਤੁਸੀਂ ਕਿਹਾ ਖੁਦ ਹੀ ਕਿ ਜਿਹੜੀ ਡਾਈਟ ਐਂਡ ਲਾਈਫ ਸਟਾਈਲ ਹੈਗੀ ਹੈ, ਅੱਜ ਕੱਲ ਛੋਟੇ ਬੱਚੇ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਜੰਕ ਫੂਡ ਖਾਣ ਦੀ ਆਦਤ ਪੈਂਦੀ ਜਾ ਰਹੀ ਹੈਗੀ। ਜਿਹੜੇ ਸਾਡੇ ਪੇਰੈਂਟਸ ਨਹੀਂ ਮਤਲਬ ਜਿਹੜੇ ਅੱਜ ਕੱਲ ਆਰਡੀਨਰੀ ਪੇਰੈਂਟਸ ਹੈਗੇ ਉਹਨਾਂ ਨੂੰ ਟਾਈਮ ਨਹੀਂ ਹੈਗਾ ਆਪਣੇ ਬੱਚਿਆਂ ਵਾਸਤੇ ਚੰਗਾ ਖਾਣਾ ਬਣਾਉਣ ਦਾ ਜਾਂ ਡਾਈਜੈਸਟ ਕਰਨ ਮਤਲਬ ਕਿ ਕੁੱਕ ਕਰਨ ਦਾ, ਤੇ ਉਹ ਫਿਰ ਕੀ ਕਰਦੇ ਆ, ਫਾਸਟ ਫੂਡ ਆਰਡਰ ਹੁੰਦਾ ਹੈ ਤੇ ਉਹੀ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈਗਾ। ਉਸ ਤੋਂ ਇਲਾਵਾ ਮਾਰਕੀਟ ਵਿੱਚ ਜਿਹੜੇ ਰਿਫਾਈਨਡ ਪੈਕੇਜ ਪ੍ਰੋਸੈਸਡ ਫੂਡ ਬੱਚਿਆਂ ਦੇ ਕਿਡਸ ਫੂਡ ਦੇ ਨਾਮ ਤੇ ਜਿਹੜੇ ਮਿਲ ਰਹੇ ਹੈਗੇ ਉਹ ਹੈਲਦੀ ਨਹੀਂ ਹੈਗੇ ਹੈ ਕਿਉਂਕਿ ਜਦ ਵੀ ਉਹ ਰਿਫਾਈਨ ਹੁੰਦੇ ਹੈਗੇ ਉਹਨਾਂ ਵਿੱਚੋਂ ਜਿਹੜੇ ਐਂਜ਼ਾਈਮਸ ਨੇ ਉਹ ਡੈਡ ਹੋ ਜਾਂਦੇ ਨੇ ਤੇ ਬਾਡੀ ਵਿੱਚ ਜਾ ਕੇ ਉਹ ਅੰਦਰ ਜਾ ਕੇ ਉਹੀ ਇਨਫਲੇਮੇਸ਼ਨ ਕ੍ਰੀਏਟ ਕਰਦੇ ਹੈਗੇ ਤੇ ਇਸ ਕਰਕੇ ਵੀ ਸਾਡੇ ਲੰਗਸ, ਅਗਰ ਬੱਚੇ ਦੀ ਲੰਗਸ ਜਿਹੜੀ ਜੈਨੇਟਿਕਲੀ ਕਮਜ਼ੋਰ ਹੋਏ ਬਾਕੀ ਤੋਂ ਤੇ ਉਹਨੂੰ ਲੰਗਸ ਦੀ ਐਜ਼ਮਾ ਦੀ ਪ੍ਰੋਬਲਮ ਆ ਸਕਦੀ ਹੈਗੀ ਹੈ। ਸੋ ਇਹ ਸਾਰੀ ਚੀਜ਼ਾਂ ਹੈਗੀਆਂ ਇੱਕ ਤਾਂ ਫੈਕਟਰ। ਸੈਕਿੰਡ ਫੈਕਟਰ ਜੋ ਅਸੀਂ ਦੇਖਿਆ ਹੈਗਾ
ਜਿਹੜੇ ਡੇਰੀ ਪ੍ਰੋਡਕਟਸ ਨੇ, ਜਿਹੜੇ ਕਾਓ ਮਿਲਕ ਹੈਗੇ, ਅੱਜ ਕੱਲ੍ਹ ਕੀ ਹੁੰਦਾ ਹੈਗਾ, ਜਿਹੜੇ ਮਾਵਾਂ ਨੇ, ਦ ਮਦਰਸ, ਤੇ ਡੋਂਟ ਫੀਡ, ਬ੍ਰੈਸਟ ਫੀਡ ਨਹੀਂ ਕਰਦੇ ਬੱਚਿਆਂ ਨੂੰ, ਕਿਉਂਕਿ ਕਈਆਂ ਨੂੰ ਬ੍ਰੈਸਟ ਵਿੱਚ ਮਿਲਕ ਇੰਨਾ ਆਉਂਦਾ ਨਹੀਂ ਹੈਗਾ। ਇੱਕ ਤਾਂ ਇਹ ਕਾਰਨ ਹੈਗਾ। ਦੂਜਾ ਕਾਰਨ ਜਿਹੜਾ ਹੈਗਾ, ਉਹ ਅੱਜ ਕੱਲ੍ਹ ਇਨਫੈਂਟ ਫਾਰਮੂਲਾ, ਸੈਰੇਲੈਕ, ਹੌਰਲਿਕਸ, ਬੋਰਨਵੀਟਾ ਤੇ ਇਸ ਤਰ੍ਹਾਂ ਦੁੱਧ ਪਾਊਡਰ ਦੇ ਨਾਲ ਨੈਸਲੇ, ਇਹਨਾਂ ਦੀ ਬਹੁਤ ਜ਼ਿਆਦਾ ਪ੍ਰਚਲਨ ਚੱਲ ਪਿਆ ਹੈਗਾ। ਸੋ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਥੋੜ੍ਹੇ ਟਾਈਮ, ਕੁਝ ਹਫ਼ਤੇ ਬ੍ਰੈਸਟ ਫੀਡਿੰਗ ਕਰਾ ਕੇ ਤੇ ਡਾਇਰੈਕਟਲੀ ਉਹਨਾਂ ਨੂੰ ਇਹ ਇਨਫੈਂਟ ਫਾਰਮੂਲਾ ਤੇ ਲਾ ਦਿੱਤਾ ਜਾਂਦਾ ਹੈਗਾ। ਤੇ ਇਹ ਜਿਹੜਾ ਇਨਫੈਂਟ ਫਾਰਮੂਲਾ ਹੈਗਾ, ਇਹ ਸਿੰਥੈਟਿਕ ਹੁੰਦਾ ਹੈਗਾ, ਅੰਦਰ ਜਾ ਕੇ ਇਨਫਲੇਮੇਸ਼ਨ ਕ੍ਰੀਏਟ ਕਰਦਾ ਹੈਗਾ। ਐਂਡ ਸੈਕੰਡਲੀ, ਜਦ ਵੀ ਕੋਈ ਜਾਨਵਰ ਪੈਦਾ ਹੁੰਦਾ ਹੈਗਾ ਤੇ ਉਹਦੀ ਮਾਂ ਜਿਹੜੀ ਹੈ ਬੱਚੇ ਨੂੰ ਫੀਡ ਕਰਦੀ ਹੈਗੀ, ਚਾਹੇ ਉਹ ਹਾਥੀ ਦਾ ਬੱਚਾ ਹੋਵੇ, ਚਾਹੇ ਘੋੜੇ ਦਾ ਬੱਚਾ ਹੋਵੇ, ਚਾਹੇ ਗਾਂ ਦਾ ਬੱਚਾ ਹੋਵੇ, ਉਹ ਆਪਣੀ ਮਾਂ ਦਾ ਦੁੱਧ ਪੀਂਦਾ ਹੈਗਾ ਤੇ ਉਹਦੇ ਨਾਲ ਹੀ ਉਹਨੂੰ ਨਿਊਟ੍ਰੀਸ਼ਨ ਮਿਲਦਾ ਹੈਗਾ। ਬਸ ਇਸੇ ਤਰ੍ਹਾਂ ਜਿਹੜਾ ਸਾਡੇ ਬੱਚੇ ਹੁੰਦੇ ਆ, ਉਹਨਾਂ ਨੂੰ ਵੀ ਮਾਂ ਦਾ ਮਦਰਸ ਮਿਲਕ ਚਾਹੀਦਾ ਹੁੰਦਾ ਹੈ, ਜਿਹਦੇ ਨਾਲ ਉਹ ਗਰੋ ਕਰਦੇ ਹੈਗੇ। ਬਟ ਜਦ ਆਪਾਂ ਉਹਨਾਂ ਨੂੰ ਸਿੰਥੈਟਿਕ ਕੈਮੀਕਲ ਵਾਲਾ ਦੁੱਧ ਦੇਣਾ ਸ਼ੁਰੂ ਕਰ ਦਿੰਦੇ ਹੈਗੇ ਤੇ ਅੰਦਰ ਉਹਨਾਂ ਦੇ ਨਿਊਟ੍ਰੀਸ਼ਨ ਜਿਹੜਾ ਜਾਣਾ ਚਾਹੀਦਾ ਉਹ ਜਾਂਦਾ ਨਹੀਂ ਹੈਗਾ ਤੇ ਉਹਦੇ ਕਰਕੇ ਆਪਣੀ ਹੀ ਅਲੱਗ ਤੋਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਜਿਹੜਾ ਸਭ ਤੋਂ ਇੰਪੋਰਟੈਂਟ ਤੀਜਾ ਕਾਰਨ ਜਿਹੜਾ ਅਸੀਂ ਦੇਖਿਆ ਹੈਗਾ, ਉਹ ਹੈਗਾ ਅੱਜ ਕੱਲ੍ਹ ਜਿਹੜੀ ਵੈਕਸੀਨੇਸ਼ਨਸ ਵੱਧਦੀਆਂ ਹੀ ਜਾ ਰਹੀਆਂ ਨੇ, ਇਹ ਵੀ ਇੱਕ ਕਾਰਨ ਹੈਗਾ। ਇਹਦੇ ਬਾਰੇ ਮੈਂ ਤੁਹਾਨੂੰ 2 ਸਟੱਡੀਜ਼ ਦੱਸਣਾ ਚਾਹੁੰਦਾ ਹੈਗਾ। ਇੱਕ ਸਟੱਡੀ ਸੀਗੀ ਜਿਹੜੀ ਨਿਊਜ਼ੀਲੈਂਡ ਵਿੱਚ ਹੋਈ ਸੀਗੀ 1997 ਵਿੱਚ। ਇਸ ਸਟੱਡੀ ਵਿੱਚ ਕੀ ਦੇਖਿਆ ਗਿਆ ਸੀ, ਲਗਭਗ 1200 ਬੱਚਿਆਂ ਉੱਤੇ ਇਹ ਸਟੱਡੀ ਕੀਤੀ ਗਈ ਸੀਗੀ ਕੁਝ ਪਾਰਟਿਕੂਲਰ ਵੈਕਸੀਨ ਤੋਂ ਰਿਲੇਟਡ, ਕਿ ਉਹਨਾਂ ਵਿੱਚ ਦੇਖੀਏ ਕਿ ਜਿਨ੍ਹਾਂ ਨੇ ਵੈਕਸੀਨ ਲਈ ਉਹਨਾਂ ਵਿੱਚ ਜ਼ਿਆਦਾ ਪ੍ਰੋਬਲਮ ਸੀਗੀ ਜਾਂ ਉਹਨਾਂ ਵਿੱਚ ਜਿਨ੍ਹਾਂ ਨੇ ਵੈਕਸੀਨ ਘੱਟ ਲਈਆਂ। ਸੋ ਦੇਖਿਆ ਕੀ ਗਿਆ ਕਿ ਜਿਹੜੇ ਬੱਚਿਆਂ ਨੇ ਵੈਕਸੀਨ ਲਗਵਾਈ ਸੀ ਉਹਨਾਂ ਵਿੱਚ 22% ਟਾਈਮਸ ਅਸਥਮਾ ਦੇ ਕੇਸਿਸ ਜ਼ਿਆਦਾ ਸੀਗੇ ਤੇ 23 ਬੱਚੇ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਕੋਈ ਵੈਕਸੀਨ ਨਹੀਂ ਲਗਵਾਈ ਸੀਗੀ ਤੇ ਉਹਨਾਂ ਨੂੰ ਕੋਈ ਵੀ ਐਸਮਾ ਤੋਂ ਜਾਂ ਬਰੀਥਿੰਗ ਡਿਫਿਕਲਟੀ ਨਹੀਂ ਸੀਗੀ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤੇ ਡਾਕਟਰ ਪੌਲ ਥਾਮਸ MD ਅਮਰੀਕਾ ਦੇ ਬਹੁਤ ਵੱਡੇ ਪੀਡੀਆਟ੍ਰਿਕਸ ਦੇ ਡਾਕਟਰ ਹੋਏ ਨੇ, ਜਿਨ੍ਹਾਂ ਦੀ ਪ੍ਰੈਕਟਿਸ ਵਿੱਚ ਲਗਭਗ 11000 ਬੱਚੇ ਸੀਗੇ ਤੇ ਉਹਨਾਂ ਨੇ ਸੋਚਿਆ ਕਿ ਅਸੀਂ ਦੇਖੀਏ ਤਾਂ ਸਹੀ ਕਿ ਜਿਹੜੀ ਅਸੀਂ ਵੈਕਸੀਨ ਬੱਚਿਆਂ ਨੂੰ ਲਗਾ ਰਹੇ ਹਾਂ ਇਹਨਾਂ ਦੇ ਫਾਇਦੇ ਹੁੰਦੇ ਹੈ ਕਿ ਨਹੀਂ ਹੁੰਦੇ। ਤੇ ਉਹਨਾਂ ਨੇ 2 ਗਰੁੱਪ ਬਣਾ ਲਏ। ਉਹਨਾਂ ਦੇ ਪ੍ਰੈਕਟਿਸ ਵਿੱਚ ਉਹ ਬੱਚੇ ਜਿਨ੍ਹਾਂ ਨੇ ਸਾਰੀ ਵੈਕਸੀਨਾਂ ਲਗਵਾਈਆਂ ਸੀਗੀਆਂ ਜਾਂ ਮੋਸਟਲੀ ਵੈਕਸੀਨਾਂ ਲਗਵਾਈਆਂ ਸੀ ਤੇ ਉਹਨਾਂ ਨੂੰ ਕੰਪੇਅਰ ਕੀਤਾ ਉਹਨਾਂ ਬੱਚਿਆਂ ਨਾਲ ਜਿਨ੍ਹਾਂ ਨੇ ਕੋਈ ਵੀ ਵੈਕਸੀਨ ਨਹੀਂ ਲਗਵਾਈ ਸੀਗੀ। ਤੇ ਕਾਫੀ ਸਾਲ ਰਿਸਰਚ ਕਰਨ ਤੋਂ ਬਾਅਦ ਉਹਨਾਂ ਨੇ ਇਹ ਚੀਜ਼ ਦੇਖੀ ਕਿ ਜਿਹੜੇ ਬੱਚਿਆਂ ਨੇ ਕੋਈ ਵੈਕਸੀਨ ਨਹੀਂ ਲਗਵਾਈ ਸੀ ਉਹਨਾਂ ਵਿੱਚ ਹੀ ਬਿਮਾਰੀਆਂ ਸਭ ਤੋਂ ਘੱਟ ਹੁੰਦੀਆਂ ਸੀਗੀਆਂ। ਉਹਨਾਂ ਵਿੱਚ ਹੀ ਅਸਥਮਾ ਘੱਟ ਹੈ, ਉਹਨਾਂ ਵਿੱਚ ਹੀ ਐਗਜ਼ੀਮਾ ਘੱਟ ਹੈ, ਉਹਨਾਂ ਵਿੱਚ ਹੀ ਡਾਇਬੀਟੀਜ਼ ਘੱਟ ਹੈਗੀ ਤੇ ਕੋਈ ਵੀ ਲਰਨਿੰਗ ਡਿਸਆਰਡਰ ਯਾਨੀ ਕਿ ADHD ਉਹਨਾਂ ਵਿੱਚ ਨਹੀਂ ਹੈਗਾ। ਤੇ ਜਿਹੜੇ ਬੱਚਿਆਂ ਨੇ ਸਾਰੀ ਵੈਕਸੀਨਾਂ ਲਗਵਾਈਆਂ ਸੀ ਉਹ ਹੀ ਬੱਚੇ ਨੇ ਜਿਹੜੇ ਸਭ ਤੋਂ ਜ਼ਿਆਦਾ ਬਿਮਾਰ ਹੁੰਦੇ ਨੇ। ਲਗਭਗ 5 ਗੁਣਾ ਜ਼ਿਆਦਾ ਹਸਪੀਟਲ ਉਹਨਾਂ ਨੂੰ ਆਉਣਾ ਪੈਂਦਾ ਹੈਗਾ ਆਪਣੀ ਅਲੱਗ-ਅਲੱਗ ਬਿਮਾਰੀਆਂ ਨੂੰ ਲੈ ਕੇ, ਜਿਹਦੇ ਵਿੱਚ ਅਸਥਮਾ ਵੀ ਇੱਕ ਪਾਰਟ ਸੀਗਾ। ਸੋ ਮੈਂ ਕਈ ਇਸ ਤਰ੍ਹਾਂ ਦੇ ਪੇਰੈਂਟਸ ਨੂੰ ਜਾਣਦਾ ਹੈਗਾ ਜਿਨ੍ਹਾਂ ਦੇ ਜਿਹੜੇ ਬੱਚਿਆਂ ਨੇ ਵੈਕਸੀਨਾਂ ਕੋਈ ਵੀ ਨਹੀਂ ਲਗਵਾਈਆਂ। ਜਿਹੜੇ ਮੇਰੇ ਟ੍ਰੇਨਰ ਹੈਗੇ ਜਿਨ੍ਹਾਂ ਤੋਂ ਮੈਂ ਸਾਰਾ ਸਿੱਖਿਆ ਹੈਗਾ, ਉਹਨਾਂ ਦੇ ਬੱਚੇ ਹੈਗੇ, ਉਹਨਾਂ ਨੇ ਵੀ ਕੋਈ ਵੈਕਸੀਨ ਨਹੀਂ ਲਗਵਾਈ ਐਂਡ ਦੇ ਆਰ ਪਰਫੈਕਟਲੀ ਹੈਲਦੀ ਤੇ ਉਹਨਾਂ ਨੂੰ ਕੋਈ ਮੈਡੀਸਿਨਸ ਖਾਣ ਦੀ ਲੋੜ ਨਹੀਂ ਪੈਂਦੀਆਂ ਹੈਗੀਆਂ। ਸੋ ਇਹ ਵੀ ਇੱਕ ਸਾਇੰਟੀਫਿਕ ਡੇਟਾ ਹੈਗਾ ਜਿਹੜਾ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਤੁਸੀਂ ਲਾਉਣੀ ਹੈ ਕਿ ਨਹੀਂ ਲਾਉਣੀ, ਇਹ ਤੁਸੀਂ ਆਪ ਡਿਸਾਈਡ ਕਰੋ ਡਿਪੈਂਡਿੰਗ ਔਨ ਦਾ ਐਵੀਡੈਂਸ ਐਂਡ ਡੇਟਾ। ਤੁਸੀਂ ਆਪ ਰਿਸਰਚ ਕਰੋ, ਆਪ ਆਪਣੀ ਸੂਝ-ਬੂਝ ਨਾਲ ਦੇਖੋ ਕਿ ਇਸਦਾ ਫਾਇਦਾ ਜ਼ਿਆਦਾ ਹੈਗਾ ਕਿ ਨੁਕਸਾਨ ਜ਼ਿਆਦਾ ਹੈਗਾ ਤੇ ਫਿਰ ਉਹਨੂੰ ਲਵੋ। ਦੁਨੀਆ ਕੀ ਕਹਿ ਰਹੀ ਹੈਗੀ ਹੈ, ਲੋਕੀ ਕੀ ਕਹਿ ਰਹੇ ਨੇ, ਕੀ ਸੰਸਾਰ ਵਿੱਚ ਚੱਲ ਰਿਹਾ ਹੈਗਾ, ਉਸ ਤੋਂ ਜ਼ਿਆਦਾ ਬਿਲੀਵ ਕਰੋ। ਜਿਹੜਾ ਐਵੀਡੈਂਸ ਤੁਹਾਡੇ ਅੱਗੇ ਰੱਖਿਆ ਜਾ ਰਿਹਾ ਉਹਨੂੰ ਪੜ੍ਹ ਕੇ ਤੇ ਡਿਸਾਈਡ ਕਰੋ। ਇਸ ਤੋਂ ਇਲਾਵਾ ਇੱਕ ਸਟੱਡੀ ਹੋਰ ਵੀ ਸੀਗੀ ਜਿਹੜੀ ਅਮਰੀਕਾ ਵਿੱਚ ਪਬਲਿਸ਼ ਹੋਈ ਸੀ। ਉਹਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਫਲੂ ਸ਼ਾਟਸ ਲਗਾਉਂਦੇ ਹੈਗੇ, ਫਲੂ ਸ਼ਾਟ ਲਗਾਉਣ ਦੇ ਕੇਸ ਵਿੱਚ 3 ਗੁਣਾ ਜ਼ਿਆਦਾ ਪ੍ਰੋਬਲਮ ਐਸਮਾ ਦੀ ਜਿਹੜੀ ਹੈਗੀ ਉਹ ਆਉਂਦੀ ਹੈਗੀ। ਇਹ 2007 ਵਿੱਚ ਰਿਪੋਰਟ ਪਬਲਿਸ਼ ਹੋਈ ਸੀਗੀ। ਸੋ ਜੇ ਕਿਸੇ ਨੂੰ ਇਹ ਰਿਪੋਰਟਾਂ ਚਾਹੀਦੀਆਂ ਹੋਣ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਔਰ ਮੈਂ ਤੁਹਾਨੂੰ ਪ੍ਰੋਵਾਈਡ ਵੀ ਕਰ ਸਕਦਾ ਹੈਗਾ। ਸੋ ਜਿਹੜੀ ਸਾਡੇ ਡਾਈਟ ਐਂਡ ਲਾਈਫ ਸਟਾਈਲ ਰੋਂਗ ਹੋਣਾ, ਬੱਚਿਆਂ ਨੂੰ ਮਦਰਸ ਮਿਲਕ ਨਾ ਫੀਡ ਕਰਨਾ ਐਂਡ ਵੈਕਸੀਨੇਸ਼ਨਸ, ਇਹ 3 ਕਾਜ਼ਸ ਜਿਹੜੀ ਹੈਗੀਆਂ ਮੈਂ ਮੇਨ ਜੋ ਦੇਖਦਾ ਹੈਗਾ ਜਿਸ ਕਰਕੇ ਅੱਜ ਕੱਲ੍ਹ ਬੱਚਿਆਂ ਵਿੱਚ ਐਸਮਾ, ਆਟੋ ਇਮਿਊਨ ਡਿਜ਼ੀਜ਼ਸ ਹੋ ਜਾਣੀਆਂ, ਔਟਿਜ਼ਮ ਹੋ ਜਾਣਾ, ਐਲਰਜੀਜ਼ ਹੋ ਜਾਣੀਆਂ, ਇਹ ਸਾਰੀ ਪ੍ਰੋਬਲਮਸ ਇਸ ਕਰਕੇ ਵੱਧਦੀਆਂ ਜਾ ਰਹੀਆਂ ਹੈਗੀਆਂ। ਬਿਲਕੁਲ। ਤੇ ਪਤਾ ਕਿਵੇਂ ਲੱਗੇ ਕਿ ਸਾਡੀ ਬਾਡੀ ਜਾਂ ਅਸੀਂ ਅੰਦਰੋਂ ਪੂਰੇ ਹੈਲਦੀ ਹੈਗੇ ਆ? ਕਈ ਵਾਰੀ ਉੱਪਰੋਂ ਦੇਖਣ ਨੂੰ ਲੱਗਦਾ ਕਿ ਅਸੀਂ ਬਿਲਕੁਲ ਫਿਟ ਐਂਡ ਫਾਈਨ ਹੈਗੇ ਆ, ਪਰ ਪਤਾ ਕਿਵੇਂ ਲੱਗੇ ਕਿ ਅੰਦਰੋਂ ਵੀ ਅਸੀਂ ਫਿਟ ਐਂਡ ਫਾਈਨ ਆ? ਰਾਈਟ, ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਿ ਆਪਾਂ ਨੂੰ ਪਤਾ ਕਿਵੇਂ ਲੱਗੇ ਕਿ ਅਸੀਂ ਹੈਲਦੀ ਹੈਗੇ ਆ। ਇਹਦੇ ਵਾਸਤੇ ਸਾਡੀ ਕੁਝ ਜਿਹੜੇ ਸਕ੍ਰਿਪਚਰਸ ਹੈਗੇ ਉਹਦੇ ਵਿੱਚ ਸਾਇੰਸ ਦਿੱਤੇ ਹੋਏ ਹੈ ਐਂਡ ਵਿਚ ਇਜ਼ ਸਾਇੰਟੀਫਿਕਲੀ ਵੈਲੀਡੇਟਡ ਆਲਸੋ। ਜਿਵੇਂ ਕਿ ਇੱਕ ਤਾਂ ਸਾਡੀ ਰੈਗੂਲਰ ਬੋਵਲ ਮੂਵਮੈਂਟ ਹੋਣੀ ਚਾਹੀਦੀ ਹੈ, ਡੇਲੀ ਸਾਡਾ ਪੇਟ ਜਿਹੜਾ ਹੈਗਾ ਸਵੇਰੇ ਸਾਫ਼ ਹੋ ਜਾਣਾ ਚਾਹੀਦਾ ਹੈਗਾ। ਕਬਜ਼ ਦੀ ਸ਼ਿਕਾਇਤ ਜਾਂ ਬਾਰ-ਬਾਰ ਮਲ ਤਿਆਗ ਕਰਨ ਦੀ ਜਿਵੇਂ ਡਾਇਰੀਆ ਦੀ ਸ਼ਿਕਾਇਤ ਹਰ ਟਾਈਮ ਨਹੀਂ ਰਹਿਣੀ ਚਾਹੀਦੀ ਹੈਗੀ ਹੈ। ਇਸ ਤੋਂ ਇਲਾਵਾ ਬਾਡੀ ਵਿੱਚ એનર્ਜੀ ਹਾਈ ਹੋਣੀ ਚਾਹੀਦੀ ਹੈ, ਹਰ ਵੇਲੇ ਚੁਸਤੀ ਸਫੁਰਤੀ ਬਣੀ ਰਹਿਣੀ ਚਾਹੀਦੀ ਹੈ, ਆਲਸ ਨਹੀਂ ਆਉਣਾ ਚਾਹੀਦਾ ਹੈਗਾ। ਇਸ ਤੋਂ ਇਲਾਵਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਕਿ ਸਾਨੂੰ ਭੁੱਖ ਲੱਗਣੀ ਚਾਹੀਦੀ ਹੈ, ਰੀਅਲ ਹੰਗਰ ਦਾ ਅਨੁਭਵ ਹੋਣਾ ਚਾਹੀਦਾ ਹੈ। ਕਈ ਵਾਰੀ ਕੀ ਹੁੰਦਾ, ਲੋਕਾਂ ਨੂੰ ਭੁੱਖ ਨਹੀਂ ਲੱਗਦੀ, ਉਹ ਵੈਸੇ ਹੀ ਖਾਣਾ ਖਾਂਦੇ ਜਾਂਦੇ ਹੈਗੇ ਆ, ਲੇਕਿਨ ਇੱਕ ਭੁੱਖ ਹੁੰਦੀ ਹੈ ਜਿਹੜੀ ਗੁੜ-ਗੁੜ ਕਰਕੇ ਅੰਦਰ ਚੰਗੀ ਤਰ੍ਹਾਂ ਲੱਗਦੀ ਹੈ ਤਾਂ ਬੰਦੇ ਨੂੰ ਭੱਜਣਾ ਪੈਂਦਾ ਕੁਝ ਖਾਣ ਵਾਸਤੇ। ਉਸ ਤਰ੍ਹਾਂ ਦਾ ਹੰਗਰ ਬੰਦੇ ਨੂੰ ਫੀਲ ਹੋਣਾ ਚਾਹੀਦਾ, ਐਟਲੀਸਟ ਦਿਨ ਵਿੱਚ 1 ਜਾਂ 2 ਵਾਰ ਤਾਂ ਹੋਣਾ ਹੀ ਚਾਹੀਦਾ ਹੈਗਾ। ਇਸ ਤੋਂ ਇਲਾਵਾ ਨੀਂਦ ਬਹੁਤ ਵਧੀਆ ਆਉਣੀ ਚਾਹੀਦੀ ਹੈਗੀ, ਅਨਇੰਟਰਪਟਡ ਡੀਪ ਸਲੀਪ, ਕਿਉਂਕਿ ਡੀਪ ਸਲੀਪ ਵਿੱਚ ਜਾ ਕੇ ਹੀ ਬੰਦੇ ਦੀ ਬਾਡੀ ਨੂੰ ਪੂਰੀ એનર્ਜੀ ਮਿਲਦੀ ਹੈਗੀ ਤੇ ਬਾਡੀ ਰਿਪੇਅਰ ਫੰਕਸ਼ਨ ਅੱਛੀ ਤਰ੍ਹਾਂ ਕਰ ਪਾਉਂਦੀ ਹੈਗੀ। ਇਸ ਤੋਂ ਇਲਾਵਾ ਇੱਕ
ਇਲਾਵਾ ਇੱਕ ਪੁਆਇੰਟ ਹੈ ਪੇਨ ਫ੍ਰੀ ਬੋਡੀ। ਪੇਨ ਫ੍ਰੀ ਬੋਡੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਮਿਸਿਸਾਗਾ ਤੋਂ ਬੋਲਦੀ। ਮੈਨੂੰ ਨਾ ਡਰਾਈ ਕਾਫ ਆ, ਉਹ ਕਿਸੇ ਤਰੀਕੇ ਨਾਲ ਨਹੀਂ ਹਟਦੀ। ਡਰਾਈ ਕਾਫ ਕੁਝ ਪੁੱਛਣਾ ਚਾਹੁੰਦੇ ਤੁਸੀਂ? ਇਹਨੇ ਵਾਸਤੇ ਸਾਨੂੰ ਮਤਲਬ ਕੰਸਲਟੇਸ਼ਨ ਹੀ ਕਰਨੀ ਪਏਗੀ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਥੈਂਕ ਯੂ ਜੀ ਸਰ। ਹਾਂਜੀ, ਸੋ ਡਰਾਈ ਕਫ ਦੇ ਕੇਸ ਵਿੱਚ ਕੀ ਹੁੰਦਾ ਹੈਗਾ ਕਿ ਬੇਸਿਕਲੀ ਜਿਹੜੀ ਮਿਊਕਸ ਹੈਗੀ ਉਹ ਕਾਫੀ ਲੇਅਰਸ ਤੱਕ ਜੰਮੀ ਹੋਈ ਹੈਗੀ ਹੈ ਨਾ, ਤੇ ਉਹਦੇ ਵਾਸਤੇ ਜਿਹੜਾ ਆਪਾਂ ਸ਼ੋਅ ਕਰ ਰਹੇ ਹਾਂ, ਇਸ ਸ਼ੋਅ ਨੂੰ ਤੁਸੀਂ ਪੂਰੀ ਤਰ੍ਹਾਂ ਦੇਖੋ, ਜਿਹੜੀ ਆਪਾਂ ਚੀਜ਼ਾਂ ਦੱਸ ਰਹੇ ਹਾਂ ਉਹਨੂੰ ਅਪਣਾਓ, ਤੇ ਉਹਦੇ ਨਾਲ ਤੁਹਾਨੂੰ 50 to 70% ਰਿਲੀਫ ਜ਼ਰੂਰ ਮਿਲੇਗਾ। ਤੇ ਜੇ ਤੁਸੀਂ ਸਾਨੂੰ ਕੰਸਲਟ ਕਰਨਾ ਚਾਹੁੰਦੇ ਹੋ, ਤੁਸੀਂ ਕੰਸਲਟ ਵੀ ਕਰ ਸਕਦੇ ਹੋ, ਐਂਡ ਆਪਾਂ ਫਿਰ ਤੁਹਾਡੀ ਪ੍ਰੋਬਲਮ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਕਿ ਵੀ ਤੁਹਾਨੂੰ ਕਿਹੜੀ ਰੈਮੇਡੀਜ਼ ਅਪਣਾਉਣੀਆਂ ਚਾਹੀਦੀਆਂ ਨੇ। ਬਿਲਕੁਲ ਜੀ, ਤੇ ਆਪਾਂ ਜਿਵੇਂ ਤੁਸੀਂ ਗੱਲ ਕਰ ਸੀ ਪੇਨ ਫ੍ਰੀ ਬੋਡੀ ਵੀ ਇੱਕ ਜਿਹੜਾ ਆ ਇਹ ਸਾਈਨ ਹੋ ਸਕਦੀ ਹੈ ਕਿ ਅਸੀਂ ਫਿਟ ਹਾਂ। ਜੀ ਬਿਲਕੁਲ, ਜਿਵੇਂ ਕਿਸੇ ਦੇ ਜੋੜਿਆਂ ਵਿੱਚ ਦਰਦ ਹੋ ਰਿਹਾ, ਕਦੀ ਸ਼ੋਲਡਰ ਵਿੱਚ ਦਰਦ ਹੋ ਰਿਹਾ, ਕਦੀ ਸਿਰ ਵਿੱਚ ਦਰਦ ਹੋ ਰਿਹਾ ਹੈ, ਸੋ ਦਿਸ ਇਜ਼ ਨਾਟ ਸਾਈਨ ਆਫ ਅ ਹੈਲਦੀ ਬੋਡੀ। ਸੋ ਜੇ ਸਾਡੀ ਬੋਡੀ ਪੇਨ ਫ੍ਰੀ ਹੈਗੀ, ਐਨਰਜੈਟਿਕ ਹੈਗੀ ਹੈ, ਨੀਂਦ ਚੰਗੀ ਆ ਰਹੀ ਹੈ, ਭੁੱਖ ਵਧੀਆ ਲੱਗ ਰਹੀ ਹੈ, ਪੇਟ ਸਾਫ਼ ਹੋ ਰਿਹਾ ਹੈ, ਮੂਡ ਵੀ ਬਹੁਤ ਵਧੀਆ ਹੈਗਾ, ਦੈਨ ਵੀ ਕੈਨ ਸੇ ਕਿ ਸਾਡੀ ਬੋਡੀ ਕਾਫੀ ਹੱਦ ਤੱਕ ਸਹੀ ਹੈ, ਐਂਡ ਦੈਨ ਸਾਡਾ ਮਾਈਂਡ ਜਿਹੜਾ ਹੈਗਾ, ਸੋਚ ਜਿਹੜੀ ਹੈਗੀ ਇਹ ਵੀ ਪੋਜ਼ਿਟਿਵ ਹੋਣੀ ਚਾਹੀਦੀ ਹੈ। ਇੱਕ ਅਸੀਂ ਇਹ ਚੀਜ਼ਾਂ ਨੂੰ ਆਪਣੀ ਉਮਰ ਨਾਲ ਬਹੁਤ ਜ਼ਿਆਦਾ ਲਿੰਕ ਕਰਕੇ ਦੇਖਦੇ ਹਾਂ ਕਿ ਜੇ 40 ਸਾਲ ਦੇ ਹੋ ਗਏ ਤਾਂ ਗੋਡੇ ਦੁਖਣਾ ਆ, ਇਹ ਆਮ ਗੱਲ ਹੈਗੀ ਆ, ਤੇ ਇਹ ਕੀ ਹੋ ਸਕਦਾ ਕਿ 40-45 ਸਾਲ ਦੀ ਉਮਰ ਦੇ ਵਿੱਚ ਵੀ ਸਾਡਾ ਕੁਝ ਵੀ ਪੇਨ ਨਾ ਹੋਵੇ ਤੇ ਅਸੀਂ ਫਿਟ ਰਹੀਏ? ਜੀ ਬਿਲਕੁਲ ਹੋ ਸਕਦਾ ਹੈਗਾ। ਹੁਣ ਜਿਵੇਂ ਜਿਹੜੇ ਮੇਰੇ ਟ੍ਰੇਨਰਸ ਨੇ, ਉਹਨਾਂ ਦੇ ਕੁਝ ਸੀਨੀਅਰ ਟ੍ਰੇਨਰਸ ਹੈਗੇ ਜਿਹੜੇ 80 ਸਾਲ ਦੇ ਵਿੱਚ ਹੈਗੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਬਿਲਕੁਲ ਫਿਟ ਹੈਗੇ, ਔਰ ਇੰਨੇ ਫਿਟ ਹੈਗੇ ਜਿਹਨੇ ਅੱਜ ਦੀ ਡੇਟ ਵਿੱਚ 80 ਹੈਗੇ ਆ, ਮਤਲਬ ਸਾਡੇ ਜਿੰਨਾ ਉਹ ਭੱਜ ਸਕਦੇ ਆ, ਸਾਡੇ ਜਿੰਨਾ ਕੰਮਕਾਜ ਕਰ ਸਕਦੇ ਹੈਗੇ, ਉਹ ਇੰਨੇ ਫਿਟ ਹੈਗੇ ਕਿਉਂਕਿ ਇੱਕ ਤਾਂ ਉਹਨਾਂ ਨੇ ਪੁਰਾਣੀ ਖੁਰਾਕਾਂ ਖਾਈਆਂ ਹੋਈਆਂ ਨੇ, ਪਲੱਸ ਉਹ ਨੈਚੁਰਲ ਲਾਈਫ ਸਟਾਈਲ ਕਿੰਨੇ ਸਾਲਾਂ ਤੋਂ ਫੋਲੋ ਕਰ ਰਹੇ ਹੈਗੇ। ਮੈਂ ਜਾਣਦਾ ਹੈਗਾ, ਸਾਡੇ ਇੱਕ ਨੈਚੁਰੋਪੈਥ ਡਾਕਟਰ ਹੈਗੇ ਜੋ ਦਿੱਲੀ ਰਹਿੰਦੇ ਹੈਗੇ, ਉਹਨਾਂ ਨੇ ਲਗਭਗ ਪਿਛਲੇ 30 ਸਾਲ ਤੋਂ ਕੁਕਡ ਫੂਡ ਖਾਦਾ ਹੀ ਨਹੀਂ ਹੈਗਾ। ਓਨਲੀ ਰॉ ਫੂਡ। ਉਹ ਸਵੇਰੇ ਸੈਲਡ ਖਾਂਦੇ ਹੈਗੇ, ਦੁਪਹਿਰ ਨੂੰ ਫਰੂਟਸ ਖਾਂਦੇ ਹੈਗੇ, ਕੁਝ ਸਪਰਾਊਟਸ ਤੇ ਨਟਸ ਖਾਂਦੇ ਹੈਗੇ, ਤੇ ਫਿਰ ਰਾਤ ਨੂੰ ਵੀ ਇਸੇ ਤਰ੍ਹਾਂ ਕੋਈ ਸੂਪ ਬਣਾ ਕੇ ਪੀ ਗਏ ਤੇ ਆਪਣਾ ਦਿਨਚਰਿਆ ਕਰ ਲੈਂਦੇ ਆ। ਤੇ ਉਹ ਕਹਿੰਦੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੀ, ਕਦੀ ਮੈਨੂੰ ਹਸਪੀਟਲ ਨਹੀਂ ਜਾਣਾ ਪਿਆ, ਤੇ ਮੈਂ ਬਿਲਕੁਲ ਜਿੱਦਾਂ ਯੰਗ ਮੈਨ ਹੁੰਦਾ ਹੈਗਾ ਉਸ ਤਰ੍ਹਾਂ ਆਪਣੀ ਲਾਈਫ ਨੂੰ ਇੰਜੋਏ ਕਰਦਾ ਹੈਗਾ। ਕਰ ਰਹੇ ਨੇ ਬਿਲਕੁਲ। ਤੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਅਲੱਗ-ਅਲੱਗ ਚੀਜ਼ ਦੀ, ਕੀ ਅਸਥਮਾ ਜਾਂ ਸਾਈਨਸ ਵਰਗੀਆਂ ਜਾਂ ਇਹਨਾਂ ਚੀਜ਼ਾਂ ਨੂੰ ਕਿਉਰ ਕੀਤਾ ਜਾ ਸਕਦਾ ਹੈ? ਹਾਂਜੀ, ਸੋ ਕਿਉਰ ਦਾ ਮਤਲਬ ਹੋ ਗਿਆ ਕਿ ਜਿਹੜੇ ਤੁਹਾਨੂੰ ਸਿੰਪਟਮਸ ਆ ਰਹੇ ਸੀਗੇ, ਜਿਵੇਂ ਸਾਹ ਲੈਣ ਵਿੱਚ ਤਕਲੀਫ ਸੀਗੀ, ਵੀਜ਼ਿੰਗ ਸਾਊਂਡ ਆ ਰਹੀ ਸੀ, ਬਾਰ-ਬਾਰ ਸਿਰ ਦਰਦ, ਨੱਕ ਬਹਿਣਾ ਹੋ ਗਿਆ, ਤੇ ਇਹ ਸਾਰੀ ਚੀਜ਼ਾਂ ਜਦ ਹਟ ਗਈਆਂ, ਦੈਟ ਮੀਨਸ ਕਿ ਆਪਾਂ ਕਿਉਰ ਹੋ ਗਏ, ਸਾਡੀ ਪ੍ਰੋਬਲਮ ਠੀਕ ਹੋ ਗਈ, ਜਿਹੜੀ ਇਨਫਲੇਮੇਸ਼ਨ ਸੀ, ਮਿਊਕਸ ਸੀਗੀ, ਉਹ ਠੀਕ ਹੋ ਗਈ। ਸੋ ਇਹ ਹੋ ਸਕਦੀ ਹੈਗੀ ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਸੀ ਨਾ ਕਿ ਵੀ ਜਿਹੜੀ ਜੜ ਪ੍ਰੋਬਲਮ ਹੈਗੀ, ਜੜ ਪ੍ਰੋਬਲਮ ਨੂੰ ਜਦ ਆਪਾਂ ਸੋਲਵ ਕਰ ਦਿੱਤਾ ਤੇ ਸਾਡੀ ਬਿਮਾਰੀ ਖਤਮ ਹੋ ਗਈ। ਹੁਣ ਜਿਵੇਂ ਮੰਨ ਲਓ ਇੱਕ ਐਕੁਆਰੀਅਮ ਹੈਗਾ, ਐਕੁਆਰੀਅਮ ਯਾਨੀ ਜਿਹਦੇ ਵਿੱਚ ਮੱਛਲੀਆਂ ਰੱਖੀਆਂ ਜਾਂਦੀਆਂ ਨੇ, ਹੁਣ ਜੇ ਪਾਣੀ ਗੰਦਾ ਹੋ ਜਾਵੇ ਤੇ ਮੱਛਲੀਆਂ ਆਪਣੇ ਆਪ ਬਿਮਾਰ ਹੋਣਗੀਆਂ। ਹੁਣ ਮੱਛਲੀ ਨੂੰ ਆਪਾਂ ਦਵਾਈ ਦਿੰਦੀ ਜਾਈਏ ਲੇਕਿਨ ਪਾਣੀ ਨੂੰ ਨਾ ਸਾਫ਼ ਕਰੀਏ ਤੇ ਉਹਦਾ ਕੋਈ ਸੋਲੂਸ਼ਨ ਨਿਕਲਣਾ ਨਹੀਂ ਹੈਗਾ। ਸੋ ਹੁਣ ਸਾਨੂੰ ਆਪਣੀ ਬੋਡੀ ਦੇ ਅੰਦਰ ਦਾ ਜਿਹੜਾ ਐਕੁਆਰੀਅਮ ਹੈਗਾ, ਜਿਹੜਾ ਅੰਡਰ ਦਾ এনवायरमेंट ਹੈਗਾ, ਜਦ ਆਪਾਂ ਇਹਨੂੰ ਸਾਫ਼ ਕਰ ਦਈਏ, ਮਿਊਕਸ ਬਾਹਰ ਕੱਢ ਦਈਏ, ਤੇ ਸਾਡੀ ਜਿਹੜੀ ਸਿੰਪਟਮਸ ਹੈਗੇ ਅਸਥਮਾ ਦੇ, ਚਾਹੇ ਬ੍ਰੌਂਕਾਈਟਿਸ ਦੇ, ਚਾਹੇ ਸਾਈਨਸ ਦੇ, ਚਾਹੇ COPD ਦੇ, ਇਹ ਠੀਕ ਹੋ ਜਾਂਦੇ ਹੈਗੇ। ਕਈ ਚਾਹ ਦੇ ਸ਼ੌਕੀਨ ਬਹੁਤ ਨੇ ਸਾਡੇ ਦਰਸ਼ਕ, ਤੇ ਜਦੋਂ ਇਹਨਾਂ ਨੂੰ ਗੱਲ ਕਰੀਦੀ ਹੈ ਕਿ ਡਾਈਟ ਫੋਲੋ ਕਰੋ, ਸਵੇਰੇ ਉੱਠਣ ਸਾਰ ਖਾਲੀ ਪੇਟ ਚਾਹ ਨਾ ਪੀਓ, ਇਹ ਚੀਜ਼ਾਂ ਛੱਡਣੀਆਂ ਥੋੜੀਆਂ ਔਖੀਆਂ ਨੇ, ਪਰ ਕੀ ਚਾਹ ਇਹਨਾਂ ਬਿਮਾਰੀਆਂ ਦੇ ਵਿੱਚ ਵੀ ਕੰਟਰੀਬਿਊਸ਼ਨ ਕਰਦੀ ਹੈ? ਹਾਂ, ਸੋ ਕੰਟਰੀਬਿਊਟ ਤਾਂ ਕਰਦੀ ਹੈ, ਔਰ ਸਿਰਫ ਇਸ ਵਿੱਚ ਨਹੀਂ, ਉਹ ਸਾਰੀ ਬਿਮਾਰੀਆਂ ਵਿੱਚ ਹੀ ਕੰਟਰੀਬਿਊਸ਼ਨ ਕਰਦੀ ਹੈਗੀ ਹੈ। ਐਂਡ ਜਿਹੜੀ ਆਪਾਂ ਗੱਲ ਕੀਤੀ ਕਿ ਛੱਡਣੀ ਔਖੀ ਕਿਉਂ ਹੈਗੀ ਹੈ, ਕਿਉਂਕਿ ਉਹ ਐਡਿਕਟਿਵ ਹੁੰਦੀ ਹੈਗੀ, ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸਬਸਟੈਂਸਸ ਹੁੰਦੇ ਹੈਗੇ ਜਿਹੜੇ ਐਡਿਕਟਿਵ ਇਨ ਨੇਚਰ ਹੁੰਦੇ ਹੈਗੇ। ਜਦੋਂ ਆਪਾਂ ਲਗਾਤਾਰ ਉਹਨੂੰ 3 ਹਫ਼ਤੇ 4 ਹਫ਼ਤੇ ਪੀ ਲਈਏ ਇੱਕ ਵਾਰੀ, ਤੇ ਉਹ ਸਾਡੇ ਮਾਈਂਡ ਵਿੱਚ ਇਸ ਤਰ੍ਹਾਂ ਜਾ ਕੇ ਐਨਗ੍ਰੇਨ ਹੋ ਜਾਂਦੇ ਆ ਕਿ ਜੇ ਆਪਾਂ ਨੂੰ ਨਹੀਂ ਮਿਲੇ ਤੇ ਸਾਡਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਬਦਨ ਦਰਦ ਸ਼ੁਰੂ ਹੋ ਜਾਂਦਾ ਹੈਗਾ। ਜਿਸ ਤਰ੍ਹਾਂ ਇੱਕ ਸਮੋਕਰ ਨੂੰ ਸਮੋਕ ਚਾਹੀਦਾ ਹੈਗਾ, ਜਿਸ ਤਰ੍ਹਾਂ ਇੱਕ ਐਲਕੋਹਲਿਕ ਨੂੰ ਐਲਕੋਹਲ ਚਾਹੀਦੀ ਹੈਗੀ ਹੈ। ਸੋ ਲੋਕੀ ਕਹਿੰਦੇ ਆ ਕਿ ਬਈ ਮੈਂ ਸ਼ਰਾਬ ਤਾਂ ਨਹੀਂ ਪੀਂਦਾ, ਮੈਂ ਨਸ਼ਾ ਤਾਂ ਨਹੀਂ ਕਰਦਾ, ਪਰ ਆਪਾਂ ਚਾਹ ਦਾ ਪੀਂਦੇ ਹੈਗੇ ਆ, ਉਹ ਚਾਹ ਦਾ ਨਸ਼ਾ ਹੈਗਾ। ਸੋ ਉਹ ਜਿਹੜਾ ਚਾਹ ਦਾ ਨਸ਼ਾ ਹੈਗਾ, ਉਹ ਸਾਨੂੰ ਸਮਝਣਾ ਪਏਗਾ। ਕਈ ਵਾਰ ਇਦਾਂ ਵੀ ਹੁੰਦਾ, ਕਈ ਲੋਕੀ ਕਹਿੰਦੇ ਆ ਕਿ ਆਪਾਂ ਚਾਹ ਪੀਂਦੇ ਆ ਤਾਂ એનર્ਜੀ ਆਉਂਦੀ ਹੈਗੀ ਆ, ਜਾਂ ਸਾਡਾ ਪੇਟ ਤਾਂ ਸਾਫ਼ ਹੁੰਦਾ ਹੈਗਾ। ਕਈ ਕਹਿੰਦੇ ਕਿ ਚਾਹ ਪੀਤੇ ਬਿਨਾਂ ਸੁਸਤੀ ਨਹੀਂ ਲੈਂਦੀ ਸਾਡੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਨਾਮ ਹਰਭਜਨ ਸਿੰਘ ਹੈ, ਮੈਂ ਮੌਂਟਰੀਅਲ ਕੈਨੇਡਾ ਤੋਂ ਬੋਲ ਰਿਹਾ ਜੀ। ਮੈਂ ਡਾਕਟਰ ਸਾਹਿਬ ਨੂੰ ਗੱਲ ਕਰ ਸਕਦਾ? ਬਿਲਕੁਲ ਜੀ, ਸੁਣ ਰਹੇ ਨੇ ਤੁਹਾਡੀ ਆਵਾਜ਼, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰਾ ਜਿਹੜਾ ਕੁਐਸਚਨ ਹੈਗਾ ਇਹ ਆਰਟਰੀ ਬਲੌਕੇਜ ਦੇ ਨਾਲ ਰਿਲੇਟਡ ਹੈਗਾ। ਹਾਂਜੀ, ਮੇਰੀਆਂ 2 ਵਾਰੀ ਆਰਟਰੀਜ਼ ਬਲੌਕ ਹੋ ਚੁੱਕੀਆਂ ਨੇ, ਪਰ ਚੱਕਰ ਇਹ ਹੈਗਾ ਕਿ ਉਸ ਟਾਈਮ ਪਤਾ ਲੱਗਦਾ ਹੈ ਜਦ ਚੈਸਟ ਪੇਨ ਹੁੰਦੀ ਹੈ ਤੇ ਤੁਹਾਨੂੰ ਇੱਕਦਮ ਰਸ਼ ਕਰਨਾ ਪੈਂਦਾ ਹੈ ਟੂ ਦ ਹਸਪੀਟਲ ਜੀ। ਤੇ ਉਹਦੇ ਵਿੱਚ ਇਹ ਹੁੰਦਾ ਕਿ ਉਹ ਜਾਂਦੇ ਸਾਰ ਤੁਹਾਨੂੰ ਸਟੰਟ ਪਾ ਦਿੰਦੇ ਨੇ ਜੀ। ਬਿਲਕੁਲ। ਤੇ ਉਸ ਤੋਂ ਬਾਅਦ ਤੁਹਾਨੂੰ ਕਾਫੀ ਚਿਰ ਘਰ ਰਹਿਣਾ ਪੈਂਦਾ ਹੈ ਜਾਂ ਉਹਦੀ ਕਾਫੀ ਬਲੱਡ ਥਿਨਰ ਲੈਣਾ ਪੈਂਦਾ ਹੈ। ਹਾਂਜੀ, ਤੁਹਾਡੇ ਹਿਸਾਬ ਨਾਲ ਕਿ ਨੈਕਸਟ ਟਾਈਮ ਇੱਕ ਪ੍ਰੋਬਲਮ ਨਾ ਕ੍ਰੀਏਟ ਹੋਵੇ, ਉਸ ਤੋਂ ਪਹਿਲਾਂ ਕੋਈ ਐਸਾ ਇੰਡੀਕੇਸ਼ਨ ਹੋ ਸਕਦਾ ਹੈ ਕਿ ਤੁਹਾਡੀ ਬਲੌਕੇਜ ਸ਼ੁਰੂ ਹੋ ਰਹੀਆਂ ਨੇ?
ਕੋਈ ਐਸਾ ਟੈਸਟ ਕੀਤਾ ਜਾ ਸਕਦਾ ਹੈ? ਹਾਂਜੀ, ਇਹਨੂੰ ਟੈਸਟ ਕਿੱਦਾਂ ਕੀਤਾ ਜਾ ਸਕਦਾ ਹੈਗਾ, ਆਪਾਂ ਸਕਰੀਨ ਤੇ ਜਵਾਬ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਵੈਸੇ ਆਪਾਂ ਮੈਨੂੰ ਲੱਗਦਾ ਹੈ ਕਿ ਇੱਕ ਐਪੀਸੋਡ ਕਰ ਚੁੱਕੇ ਹਾਂ ਪੂਰਾ। ਬਿਲਕੁਲ ਜੀ ਆਪਾਂ ਹਾਰਟ ਡਿਜ਼ੀਜ਼ ਦੇ ਉੱਤੇ ਪੂਰਾ ਇੰਟਰਵਿਊ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਪੂਰਾ ਡਿਟੇਲ ਵਿੱਚ ਦੱਸਿਆ ਸੀਗਾ। ਸੋ ਮੈਂ ਤੁਹਾਨੂੰ ਬਰੀਫ ਵਿੱਚ ਦੱਸ ਦਿੰਦਾ ਹੈਗਾ। ਜਦੋਂ ਵੀ ਸਾਡੇ ਹਾਰਟ ਦੇ ਏਰੀਆ ਵਿੱਚ ਸਾਡੇ ਨਾੜੀਆਂ ਵਿੱਚ ਬਲੋਕੇजेस ਕ੍ਰੀਏਟ ਹੁੰਦੀਆਂ ਨੇ, ਉਹਦੇ ਸਿੰਪਟਮਸ ਕੀ ਆਉਂਦੇ ਨੇ? ਉਹੀ ਸਿੰਪਟਮਸ ਜਿਹੜੇ ਇੱਕ ਅਨਹੈਲਦੀ ਲਾਈਫ ਦੇ ਨਿਸ਼ਾਨੀ ਹੈਗੇ, ਜਿਵੇਂ ਕਿ ਸਾਨੂੰ એનર્ਜੀ ਜਿਹੜੀ ਹੈਗੀ ਉਹ ਥੋੜੀ ਘਟਣੀ ਸ਼ੁਰੂ ਹੋ ਜਾਂਦੀ ਹੈ, ਥੋੜੀ ਵੀਕਨੈਸ ਲੱਗਣੀ ਸ਼ੁਰੂ ਹੋ ਜਾਂਦੀ ਹੈ, ਥੋੜਾ ਵੀ ਵਾਕ ਕਰਨ ਤੋਂ ਬਾਅਦ ਥੋੜਾ ਥਕਾਨ ਹੋ ਜਾਂਦੀ ਹੈਗੀ ਹੈ, ਸੀੜੀਆਂ ਚੜ੍ਹਦੇ ਵੇਲੇ ਸਾਹ ਚੜ੍ਹਨੀ ਸ਼ੁਰੂ ਹੋ ਜਾਂਦੀ ਹੈਗੀ ਹੈ, ਜਾਂ ਚੈਸਟ ਵਿੱਚ ਹਲਕੀ ਜਿਹੜੀ ਟਾਈਟਨੈਸ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਇਸ ਤਰ੍ਹਾਂ ਦੇ ਲੱਛਣ ਆ ਰਹੇ ਹੈ, ਦੈਟ ਮੀਨਸ ਕਿ ਅਸੀਂ ਉਸ ਆਰਟਰੀ ਕਲੌਗਿੰਗ ਵਾਲੇ ਰਸਤੇ ਤੇ ਫਿਰ ਵਧਣਾ ਸ਼ੁਰੂ ਹੋ ਗਏ ਹੈਗੇ ਆ। ਸੋ ਸਾਨੂੰ ਕਰਨਾ ਕੀ ਪਏਗਾ? ਸਾਨੂੰ ਆਪਣੀ ਡਾਈਟ ਵਿੱਚ ਉਸ ਤਰ੍ਹਾਂ ਦੀ ਚੀਜ਼ਾਂ ਖਾਣੀਆਂ ਪੈਣਗੀਆਂ ਜਿਹੜੀ ਸਾਡੀ ਉਸ ਜਿਹੜੀ ਬਲੋਕੇਜ ਹੈਗੀ, ਜਿਹੜੀ ਕਲੌਗਿੰਗ ਹੈਗੀ, ਉਹਨੂੰ ਕਲੀਅਰ ਕਰ ਦੇਵੇ। ਉਹਨੂੰ ਕਲੀਅਰ ਕੀ ਚੀਜ਼ ਕਰਦੀ ਹੈ? ਜਿਹਦੇ ਵਿੱਚੋਂ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਹੁੰਦੀ ਹੈ। ਨਾਈਟ੍ਰਿਕ ਆਕਸਾਈਡ ਇਜ਼ ਅ ਨੋਬਲ ਪ੍ਰਾਈਜ਼ ਵਿਨਿੰਗ ਸਾਇੰਸ ਕਿ ਜਦ ਤੁਸੀਂ ਆਪਣੀ ਬਾਡੀ ਵਿੱਚ ਇਨਫ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਕਰਵਾ ਲੈਂਦੇ ਹੋ ਤਾਂ ਤੁਹਾਡੀ ਐਂਡੋਥੀਲੀਅਲ ਲੇਅਰ ਜਿਹੜੀ ਹੈਗੀ ਉਹ ਆਪਟੀਮਮਲੀ ਫੰਕਸ਼ਨ ਕਰਦੀ ਹੈ, ਇਨਫਲੇਮੇਸ਼ਨ ਘਟ ਜਾਂਦੀ ਹੈਗੀ, ਮਿਊਕਸ ਜਮੀ ਹੋਈ ਕਲੀਅਰ ਹੋ ਜਾਂਦੀ ਹੈ ਤੇ ਫਿਰ ਤੁਹਾਡੀ ਆਰਟਰੀਜ਼ ਪ੍ਰੋਪਰਲੀ ਵਰਕ ਕਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਕਿਹੜੀ ਚੀਜ਼ਾਂ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਕਰਦੀਆਂ ਨੇ? ਦੈਟ ਇਜ਼ ਰॉ ਫਰੂਟਸ, ਰॉ ਵੈਜੀਟੇਬਲਸ, ਗ੍ਰੀਨ ਲੀਵਸ। ਸੋ ਇਹ ਚੀਜ਼ਾਂ ਤੁਸੀਂ ਐਟਲੀਸਟ ਆਪਣੀ ਲਾਈਫ ਦੇ ਵਿੱਚ 60 to 70% ਕੰਜ਼ਿਊਮ ਕਰਦੇ ਹੋ ਤਾਂ ਤੁਹਾਡੀ ਬਾਡੀ ਵਿੱਚ ਐਂਪਲ ਨਾਈਟ੍ਰਿਕ ਆਕਸਾਈਡ ਪ੍ਰੋਡਿਊਸ ਹੁੰਦੀ ਹੈ ਤੇ ਤੁਹਾਡੀ ਜਿਹੜੀ ਕਲੌਗਿੰਗ ਹੈਗੀ ਉਹ ਰੁਕ ਜਾਂਦੀ ਹੈ। ਬਿਲਕੁਲ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸਤਿ ਸ੍ਰੀ ਅਕਾਲ ਤਰਨਜੀਤ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕਿੱਥੋਂ ਬੋਲ ਰਹੇ ਹੋ? ਠੀਕ ਹੈ, ਅਸੀਂ ਤਾਂ ਪੁੱਤ ਸਰੀ ਤੋਂ ਬੋਲਦੇ ਆ। ਹਾਂਜੀ, ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ? ਠੀਕ ਹੈ, ਇਹ ਪੁੱਛਣਾ ਸੀ ਡਾਕਟਰ ਸਾਹਿਬ ਨੂੰ ਵੀ ਇਹ ਆਪਣਾ ਸ਼ੂਗਰ ਦਾ ਪੁੱਛਣਾ ਸੀਗਾ ਵੀ ਇਹਨਾਂ ਨੂੰ ਹਸਬੈਂਡ ਮੇਰੇ ਨੂੰ ਸ਼ੂਗਰ ਆ ਤੇ ਉਹ ਪੁੱਛਣਾ ਸੀ ਪੁੱਤ। ਇਹ ਮੈਂ ਕਾਲ ਇਹਨਾਂ ਦੇ ਫੋਨ ਤੇ ਅੱਗੇ ਉੱਥੇ ਇੰਡੀਆ 'ਚ ਕਰਦੀ ਰਹੀ, ਨਹੀਂ ਚੱਕਿਆ ਨਹੀਂ ਇਸ ਨੰਬਰ ਤੇ। ਇਹ ਨੰਬਰ ਜੀ ਸਾਡਾ ਸਟੂਡੀਓ ਦਾ ਨੰਬਰ ਹੈ, ਮਾਫੀ ਚਾਹਾਂਗੇ। ਕਮਲ ਜੀ ਦਾ ਨੰਬਰ ਇਹਨਾਂ ਦੇ ਨਾਮ ਦੇ ਨੀਚੇ ਜਿਹੜਾ ਬਾਕਸ ਬਣਿਆ ਹੋਇਆ ਵਾ ਉਹਦੇ ਵਿੱਚ ਲਿਖਿਆ ਹੋਇਆ, ਉੱਥੇ ਤੁਸੀਂ ਕਾਲ ਕਰੋ। ਅਸੀਂ ਕੀਤਾ ਸੀ ਪਿਛਲੀ ਵਾਰੀ ਤੁਹਾਡਾ ਆਇਆ। ਮਾਫੀ ਚਾਹਾਂਗੀ, ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਮਿਸ ਹੋ ਗਿਆ ਹੋਵੇਗਾ ਨੰਬਰ। ਤੁਸੀਂ WhatsApp ਤੇ ਨਾ ਜਦੋਂ ਤੁਸੀਂ ਕਾਲ ਕਰਦੇ ਹੋ ਪਹਿਲਾਂ ਇੱਕ ਵਾਰੀ ਮੈਸੇਜ ਜ਼ਰੂਰ ਕਰ ਦਿਆ ਕਰੋ ਕਿ ਅਸੀਂ ਮੈਡੀਸਨ, ਅਸੀਂ ਵੀ ਕੋਈ ਟ੍ਰੀਟਮੈਂਟ ਬਾਰੇ ਪੁੱਛਣਾ ਚਾਹੁੰਦੇ ਹੋ ਜਾਂ ਜਾਣਕਾਰੀ ਲੈਣਾ ਚਾਹੁੰਦੇ ਹੋ। ਸੋ ਇੱਕ ਵਾਰੀ ਮੈਸੇਜ ਕਰ ਦਿੱਤਾ ਤਾਂ ਕਿ ਤੁਹਾਨੂੰ ਬੈਕ ਕਾਲ ਕੀਤੀ ਜਾ ਸਕੇ। ਅਸੀਂ ਇੰਡੀਆ 'ਚ ਕਰਦੇ ਸੀਗੇ, ਹਾਂਜੀ ਹੋ ਗਿਆ ਅੱਗੇ। ਠੀਕ ਹੈ ਜੀ। ਸ਼ੂਗਰ ਬਾਰੇ ਪੁੱਛਣਾ ਚਾਹੁੰਦੇ ਹੋ ਤੁਸੀਂ? ਅਸੀਂ ਤਾਂ ਸ਼ੂਗਰ ਦਾ ਪੁੱਛਣਾ, ਮੇਰੇ ਹਸਬੰਡ ਸ਼ੂਗਰ ਹੈ ਵੀ ਕੋਈ ਦਵਾਈ ਹੈਗੀ ਫਿਰ ਅਸੀਂ ਇੰਡੀਆ 'ਚ ਲੈ ਲਵਾਂਗੇ ਜਾ ਕੇ। ਦਵਾਈ ਤਾਂ ਛੱਡਣਾ ਚਾਹੁੰਦੇ ਆ ਜੀ ਉਹ, ਕਿ ਦਵਾਈਆਂ ਛੱਡੋ, ਡਾਈਟ ਵਧੀਆ ਕਰੋ, ਦਵਾਈਆਂ ਛੱਡੋ। ਅੱਛਾ ਜੀ, ਬਿਲਕੁਲ ਜੀ। ਸੋ ਤੁਹਾਨੂੰ ਡਾਈਟ ਜ਼ਰੂਰ ਦੱਸ ਸਕਦੇ ਆ ਕਿ ਕੀ ਖਾਣਾ ਕੀ ਪੀਣਾ, ਤੁਹਾਡੀਆਂ ਸਾਰੀਆਂ ਗੋਲੀਆਂ ਛੁੱਟ ਜਾਣਗੀਆਂ। ਅਸੀਂ ਕਹਿੰਦੇ ਆ ਕਿ ਅਗਰ ਤੁਹਾਨੂੰ ਸ਼ੂਗਰ ਹੋਏਗੀ ਨਹੀਂ ਤਾਂ ਠੀਕ ਹੈ ਗੱਲ ਤੁਹਾਡੀ। ਫਿਰ ਅਸੀਂ ਇੰਡੀਆ 'ਚ ਕਾਲ ਕਰਾਂਗੇ ਇਸ ਨੰਬਰ ਤੇ, ਫਿਰ ਚੱਕ ਲਊਗਾ। ਤੁਹਾਨੂੰ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਦੱਸ ਕੇ ਜਾਵਾਂਗੇ ਵੀ ਕਿਹੜੇ ਨੰਬਰ ਤੇ ਕਾਲ ਕਰਨੀ ਆ। ਕਾਪੀ ਪੈਨ ਨਾਲ ਲੈ ਕੇ ਰੱਖਿਓ, ਉੱਥੇ ਤੁਸੀਂ ਨੋਟ ਕਰ ਲਿਓ। ਠੀਕ ਹੈ ਜੀ? ਓਕੇ ਬੇਟਾ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮਿੱਤਰ ਤਾਂ ਗੱਲ ਬੋਲ ਰਹੇ ਆ ਜੀ। ਇੱਕ ਤਾਂ ਮੈਨੂੰ ਕਬਜ਼ ਰਹਿੰਦੀ ਆ, ਦੂਜਾ ਮੇਰਾ ਸਾਲ ਖੋ ਗਿਆ, ਮੈਂ ਘਰੇ ਰਹਿਣਾ ਤੇ ਮੇਰੀਆਂ ਲੱਤਾਂ ਦੁਖਦੀਆਂ ਬਹੁਤ। ਲੱਤਾਂ ਦੁਖਦੀਆਂ, ਡਾਕਟਰ ਪੇਨ ਕਿਲਰ ਦੇ ਜਾਂਦੇ ਆ ਤੇ ਮਸਾਜ ਮਸੂਜ ਵੀ ਕਰਾਈ, ਕੋਈ ਫਰਕ ਨਹੀਂ ਪੈਂਦਾ। ਸਿਰਫ ਲੱਤਾਂ ਇਹਨੇ ਪੁੜਿਆਂ ਤੋਂ ਲੈ ਕੇ ਪੈਰਾਂ ਤਾਈਂ ਚੀਜ਼ਾਂ, ਪਿੰਨੀਆਂ 'ਚ ਤੇ ਪੱਟਾਂ 'ਚ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਅਸੀਂ ਆਪਣੇ ਦਰਸ਼ਕਾਂ ਨੂੰ ਕਵਾਂਗੇ, ਮਾਫੀ ਚਾਹਾਂਗੇ ਕਿ ਸਮਾਂ ਘੱਟ ਹੋਣ ਦੇ ਚੱਲਦਿਆਂ ਹੋਰ ਕਾਲਸ ਨਹੀਂ ਲੈ ਸਕਦੇ। ਥੋੜਾ ਜਿਹਾ ਅਸੀਂ ਸਾਈਨਸ ਤੇ ਅਸਥਮਾ ਦੀ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਜ਼ਰੂਰ ਹੋਰ ਦੇ ਦੇਵਾਂਗੇ, ਥੋੜੇ ਜਿਹੇ ਟਿਪਸ ਤੁਹਾਨੂੰ ਦੇ ਦੇਵਾਂਗੇ। ਸੋ ਪਹਿਲਾਂ ਜਿਨ੍ਹਾਂ ਦੀ ਸਰ ਕਾਲ ਆਈ ਸੀ ਆਪਾਂ ਗੱਲ ਕਰ ਲਈਏ। ਹਰਭਜਨ ਜੀ ਦੀ ਤੁਸੀਂ ਗੱਲ ਕਰ ਚੁੱਕੇ ਹੋ ਕਿ ਜਿਨ੍ਹਾਂ ਦੀ ਹਾਰਟ ਦੀ ਪ੍ਰੋਬਲਮ ਸੀ। ਸਰੀ ਤੋਂ ਜਿਨ੍ਹਾਂ ਨੇ ਸ਼ੂਗਰ ਦੀ ਗੱਲ ਕੀਤੀ ਸੀ ਉਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਰਿਪਲਾਈ ਜ਼ਰੂਰ ਕਰ ਦਈਏ। ਉਹਨਾਂ ਨੂੰ ਆਪਾਂ ਫੋਨ ਨੰਬਰ ਵੀ ਬਾਅਦ ਚੋਂ ਦੇ ਕੇ ਜਾਵਾਂਗੇ। ਸੋ ਸ਼ੂਗਰ ਬਾਰੇ ਥੋੜਾ ਜਿਹਾ ਜੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ। ਹਾਂਜੀ, ਸ਼ੂਗਰ ਵਾਸਤੇ ਆਪਾਂ ਸ਼ੋਅ ਕੀਤਾ ਸੀਗਾ, ਆਪਾਂ ਸਾਰਾ ਦੱਸਿਆ ਸੀਗਾ ਕਿਵੇਂ ਤੁਸੀਂ ਸ਼ੂਗਰ ਨੂੰ ਨਾਰਮਲ ਕਰ ਸਕਦੇ ਹੋ ਬਿਨਾਂ ਦਵਾਈਆਂ ਤੋਂ। ਜਦ ਤੁਸੀਂ ਉਸ ਤਰ੍ਹਾਂ ਦੀ ਡਾਈਟ ਫੋਲੋ ਕਰਦੇ ਹੋ ਜਿਹਦੇ ਵਿੱਚ ਕਾਫੀ ਸਾਰੇ ਫਰੂਟਸ, ਕਾਫੀ ਸਾਰੇ ਵੈਜੀਟੇਬਲਸ, ਗ੍ਰੀਨ ਲੀਵਸ ਹੁੰਦੇ ਨੇ, ਅਨਾਜ ਬਦਲਦੇ ਹੋ, ਕੁਝ ਚੀਜ਼ਾਂ ਨੂੰ ਛੱਡਦੇ ਹੋ, ਪਰਹੇਜ਼ ਰੱਖਦੇ ਹੋ, ਤਾਂ ਤੁਹਾਡੀ ਸ਼ੂਗਰ ਨੈਚੁਰਲੀ ਹੀ ਨਾਰਮਲ ਰਹਿਣ ਲੱਗ ਪੈਂਦੀ ਹੈਗੀ। ਤੇ ਜਦ ਤੁਹਾਡੀ ਸ਼ੂਗਰ ਨਾਰਮਲ ਨੈਚੁਰਲੀ ਹੀ ਰਹਿ ਰਹੀ ਹੈਗੀ ਤੇ ਦਵਾਈ ਖਾਣ ਦੀ ਫਿਰ ਲੋੜ ਹੀ ਨਹੀਂ ਪੈਂਦੀ ਹੈਗੀ। ਕਿਉਂਕਿ ਤੁਸੀਂ ਕਿਹਾ ਸੀਗਾ ਕਿ ਆਪਾਂ ਕੋਈ ਦਵਾਈ ਦਿੰਦੇ ਆ ਕਿ ਨਹੀਂ, ਅਸੀਂ ਤੁਹਾਨੂੰ ਉਹ ਸਿਖਾਉਂਦੇ ਆ ਕਿ ਤੁਹਾਨੂੰ ਦਵਾਈ ਲੈਣ ਦੀ ਲੋੜ ਹੀ ਨਾ ਪਵੇ, ਤੁਸੀਂ ਬਿਨਾਂ ਦਵਾਈ ਤੋਂ ਹੀ ਨਾਰਮਲ ਹੈਲਦੀ ਇਨਸਾਨ ਬਣ ਜਾਵੋ। ਸੋ ਉਹਦੇ ਵਿੱਚ ਆਪਾਂ ਸ਼ੋਅ ਕੀਤਾ ਸੀ
ਸੀਗਾ, ਪਰ ਅੱਜ ਦਾ ਸ਼ੋਅ ਜਿਹੜਾ ਹੈਗਾ ਆਪਾਂ ਹੁਣ ਸਾਇਨਸ ਦਾ ਵੀ ਦੱਸਣਾ ਹੈਗਾ ਕਿਵੇਂ ਕਰਨਾ ਹੈਗਾ। ਸੋ ਸਮਾਂ ਕੱਟ ਹੋਣ ਕਰਕੇ ਆਪਾਂ ਹੁਣੇ ਨਹੀਂ ਦੱਸ ਸਕਦੇ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਆਫਟਰ ਦਾ ਸ਼ੋਅ ਤੇ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਬਿਲਕੁਲ। ਅੱਗੇ ਮਿਸਿਸ ਸਾਗਾ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਬਜ਼ ਹੈ ਤੇ ਲੱਤਾਂ ਦੁਖਦੀਆਂ ਰਹਿੰਦੀਆਂ ਨੇ, ਪੇਨ ਕਿਲਰ ਦੇ ਜਾਂਦੇ ਆ ਡਾਕਟਰ। ਹਾਂਜੀ, ਸੋ ਜਿਹੜਾ ਤੁਹਾਨੂੰ ਜਿਹੜਾ ਕਬਜ਼ ਹੈਗਾ, ਕਬਜ਼ ਇਜ਼ ਦਾ ਰੂਟ ਕਾਲ ਆਫ ਆਲ ਦਾ ਪ੍ਰੋਬਲਮਸ। ਜੇ ਤੁਹਾਡੇ ਪੇਟ ਵਿੱਚ ਖਾਣਾ ਡਾਈਜੈਸਟ ਨਹੀਂ ਹੁੰਦਾ, ਪ੍ਰੋਪਰਲੀ ਮਲ ਤਿਆਗ ਨਹੀਂ ਹੋ ਪਾਉਂਦਾ, ਦੈਟ ਮੀਨਸ ਕਿ ਤੁਹਾਡੀ ਬੋਡੀ ਦੇ ਵਿੱਚ ਵਿਸ਼ੈਲੇ ਪਦਾਰਥ ਇਕੱਠੇ ਹੁੰਦੇ ਜਾ ਰਹੇ ਨੇ। ਹੁਣ ਉਹ ਵਿਸ਼ੈਲੇ ਪਦਾਰਥ ਜਿਹੜੇ ਹੈਗੇ, ਟੌਕਸਿਨ ਜਿਹੜੇ ਹੈਗੇ, ਜਦ ਤੁਹਾਡੇ ਜੁਆਇੰਟਸ ਵਿੱਚ ਪਹੁੰਚਦੇ ਹੈਗੇ ਤੇ ਉੱਥੇ ਜਾ ਕੇ ਇਨਫਲੇਮੇਸ਼ਨ ਕ੍ਰੀਏਟ ਕਰਦੇ ਹੈ। ਉੱਥੇ ਜਾ ਕੇ ਉਹ ਪ੍ਰੋਪਰਲੀ ਫਿਰ ਜਿਹੜਾ ਹੈਗਾ ਮੂਵਮੈਂਟ ਹੋ ਨਹੀਂ ਪਾਉਂਦਾ, ਉੱਥੇ ਸਟਿਫਨੈਸ ਹੋ ਜਾਂਦੀ ਹੈ, ਸਵੈਲਿੰਗ ਹੁੰਦਾ ਹੈ, ਪੇਨ ਹੁੰਦਾ ਹੈਗਾ। ਸੋ ਇਹ ਸਾਰੀ ਚੀਜ਼ਾਂ ਹੁੰਦੀਆਂ ਨੇ। ਸੋ ਉਹਦੇ ਵਾਸਤੇ ਪੇਨ ਕਿਲਰ ਜਿਹੜਾ ਹੈਗਾ ਕੁਝ ਟਾਈਮ ਵਾਸਤੇ ਤੁਹਾਡੇ ਦਰਦ ਦੀ ਸੈਂਸੇਸ਼ਨ, ਦਰਦ ਦੇ ਅਹਿਸਾਸ ਨੂੰ ਕੱਟ ਦਿੰਦਾ ਹੈਗਾ, ਲੇਕਿਨ ਪ੍ਰੋਬਲਮ ਨੂੰ, ਉਸ ਇਨਫਲੇਮੇਸ਼ਨ ਨੂੰ, ਉਸ ਘਾਵ ਨੂੰ, ਅੰਦਰ ਜਿਹੜਾ ਜ਼ਖਮ ਬਣਿਆ ਉਹਨੂੰ ਠੀਕ ਨਹੀਂ ਕਰਦਾ ਹੈਗਾ। ਉਹ ਠੀਕ ਕਿਵੇਂ ਹੁੰਦਾ ਹੈਗਾ? ਉਹਦੇ ਵਾਸਤੇ ਸਾਨੂੰ ਕੁਝ ਐਂਟੀ ਇਨਫਲੇਮੇਟਰੀ, ਐਂਟੀ ਆਕਸੀਡੈਂਟ ਫੂਡ ਖਾਣੇ ਪੈਂਦੇ ਹੈਗੇ, ਜਿਹਨੂੰ ਖਾਣ ਨਾਲ ਉਹ ਅੰਦਰੋਂ ਪ੍ਰੋਬਲਮ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਕਿਉਂਕਿ ਇਸ ਸ਼ੋਅ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪੂਰੀ ਜਾਣਕਾਰੀ ਲੈ ਕੇ ਹੀ ਜਵਾਬ ਦਿੱਤਾ ਜਾਵੇ ਤਾਂ ਸਟੀਕ ਇਲਾਜ ਹੋ ਸਕੇ, ਕਿਉਂਕਿ ਆਪ ਜੀ ਦੀ ਉਮਰ ਥੋੜੀ ਜ਼ਿਆਦਾ ਹੈਗੀ ਤੇ ਪ੍ਰੋਬਲਮ ਵੀ 2-3 ਤਰ੍ਹਾਂ ਦੀ ਹੈਗੀਆਂ, ਪਲੱਸ ਤੁਸੀਂ ਮੈਡੀਕੇਸ਼ਨ ਤੇ ਹੋ। ਸੋ ਇਟਸ ਆਲਵੇਜ਼ ਗੁੱਡ ਟੂ ਕੰਟੈਕਟ ਅਸ ਐਂਡ ਡੂ ਇਟ ਅੰਡਰ ਸੁਪਰਵਿਜ਼ਨ। ਬਿਲਕੁਲ ਜੀ। ਤੇ ਇਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰ ਲਈ ਥੋੜੀ ਜੀ ਡਾਈਟ ਜਾਂ ਫਿਰ ਕਿਸ ਤਰੀਕੇ ਨਾਲ ਅਸੀਂ ਆਪਣੇ ਲਾਈਫਸਟਾਈਲ ਨੂੰ ਚੇਂਜ ਕਰੀਏ, ਚਾਹੇ ਉਹ ਸਾਇਨਸ ਹੋਵੇ, ਚਾਹੇ ਉਹ ਐਸਮਾ ਹੋਵੇ, ਚਾਹੇ ਕੋਈ ਵੀ ਐਵੇਂ ਦੀ ਪ੍ਰੋਬਲਮ ਹੁੰਦੀ ਆ, ਤਾਂ ਉਹਨੂੰ ਅਸੀਂ ਕੁਝ ਹੱਦ ਤੱਕ ਠੀਕ ਕਰ ਸਕੀਏ। ਜੀ ਬਿਲਕੁਲ। ਸੋ ਚਾਹੇ ਸਾਈਨਸਾਈਟਿਸ ਹੋਵੇ, ਚਾਹੇ ਐਸਮਾ ਹੋਵੇ, ਚਾਹੇ COPD ਯਾਨੀ ਕਰੋਨਿਕ ਆਬਸਟਰਕਟਿਵ ਪਲਮੋਨਰੀ ਡਿਜ਼ੀਜ਼ ਹੋਵੇ, ਜਾਂ ਫਿਰ ਬ੍ਰੌਂਕਾਈਟਿਸ ਹੋਵੇ, ਇਹ ਸਾਰੀ ਜਿਹੜੀਆਂ ਹੈਗੀਆਂ ਅਪਰ ਰੈਸਪੀਰੇਟਰੀ ਟਰੈਕਟ ਵਿੱਚ ਜਿਹੜੀ ਪ੍ਰੋਬਲਮ ਹੈਗੀਆਂ ਉਸ ਤੋਂ ਰਿਲੇਟਡ ਹੈਗੀਆਂ। ਐਂਡ ਇਹਦੇ ਵਿੱਚ ਮੇਨ ਕਾਜ਼ ਜਿਹੜਾ ਹੈਗਾ ਸੇਮ ਹੈਗਾ, ਦੈਟ ਇਜ਼ ਇਨਫਲੇਮੇਸ਼ਨ ਐਂਡ ਮਿਊਕਸ ਬਣ ਜਾਣੀ। ਸੋ ਜਦ ਅਸੀਂ ਇਸ ਮਿਊਕਸ ਨੂੰ ਕਲੀਅਰ ਕਰ ਦਿੰਦੇ ਆ, ਇਨਫਲੇਮੇਸ਼ਨ ਨੂੰ ਹੀਲ ਕਰ ਦਿੰਦੇ ਹੈਗੇ ਆ, ਤਾਂ ਇਹ ਸਾਡੀ ਜਿਹੜੀ ਪ੍ਰੋਬਲਮਸ ਨੇ ਉਹ ਧੀਰੇ ਧੀਰੇ ਰਿਵਰਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਹ ਲੈਣਾ ਸਾਨੂੰ ਸੌਖਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਰ ਵੇਲੇ ਸਾਨੂੰ ਆਪਣੇ ਕੋਲ ਰੁਮਾਲ ਨਹੀਂ ਰੱਖਣਾ ਪੈਂਦਾ ਹੈਗਾ। ਇਸ ਤੋਂ ਇਲਾਵਾ ਜਿਹੜੀ ਸਮੈਲ ਜਿਹੜੀ ਹੈਗੀ ਉਹ ਵਧੀਆ ਆਉਣ ਲੱਗ ਪੈਂਦੀ ਹੈਗੀ ਹੈ। ਸੋ ਕਾਫੀ ਸਾਰੀ ਇਨਹੇਲਰ ਆਪਣੇ ਕੋਲ ਨਹੀਂ ਰੱਖਣਾ ਪੈਂਦਾ ਹੈ ਜਦ ਪ੍ਰੋਪਰ ਪ੍ਰੋਬਲਮ ਠੀਕ ਹੋ ਜਾਂਦੀ ਹੈਗੀ। ਸੋ ਉਹਦੇ ਵਾਸਤੇ ਸਾਨੂੰ ਕਰਨਾ ਕੀ ਹੋਏਗਾ? ਸਾਨੂੰ ਉਹ ਫੂਡ ਖਾਣਾ ਹੈਗਾ ਜਿਹੜਾ ਸਾਨੂੰ ਰੱਬ ਨੇ ਬਣਾ ਕੇ ਦਿੱਤਾ ਹੈਗਾ ਇਨਫਲੇਮੇਸ਼ਨ ਨੂੰ ਹੀਲ ਕਰਨ ਵਾਸਤੇ। ਹੁਣ ਹੀਲ ਇਨਫਲੇਮੇਸ਼ਨ ਕਰਨ ਵਾਸਤੇ ਕਿਹੜੇ ਫੂਡਸ ਹੁੰਦੇ ਨੇ? ਉਹਦੇ ਵਿੱਚ ਸਿਟਰਸ ਫਰੂਟਸ ਹੁੰਦੇ ਹੈਗੇ, ਉਹਦੇ ਵਿੱਚ ਵੈਜੀਟੇਬਲਸ ਹੁੰਦੇ ਨੇ, ਗ੍ਰੀਨ ਲੀਵਸ ਹੁੰਦੇ ਹੈਗੇ ਹੈ, ਔਰ ਆਪਣੀ ਬਾਡੀ ਨੂੰ ਨਿਊਟ੍ਰੀਸ਼ਨ ਐਂਡ એનર્ਜੀ ਪ੍ਰੋਵਾਈਡ ਕਰਨ ਵਾਸਤੇ ਲੈਗਿਊਮਸ, ਲੈਂਟਿਲਸ, ਸਪਰਾਊਟਸ, ਨਟਸ, ਇਹ ਸਾਰੀ ਚੀਜ਼ਾਂ ਹੁੰਦੀਆਂ ਨੇ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੀ ਕੰਡੀਸ਼ਨ ਵਿੱਚ ਸਾਨੂੰ ਕੰਟਰੀਬਿਊਟ ਕਰਦੀਆਂ ਨੇ, ਸਾਨੂੰ ਹੈਲਪ ਕਰਦੀਆਂ ਨੇ ਠੀਕ ਹੋਣ ਵਿੱਚ। ਤੇ ਕਿਹੜੀਆਂ ਚੀਜ਼ਾਂ ਸਾਨੂੰ ਛੱਡਣੀਆਂ ਪੈਣਗੀਆਂ ਜਿਹੜੀ ਸਾਡੀ ਪ੍ਰੋਬਲਮ ਨੂੰ ਵਧਾ ਰਹੀਆਂ ਨੇ? ਵਧਾ ਕਿਹੜੀ ਚੀਜ਼ ਰਹੀ ਹੈਗੀ? ਇੱਕ ਤਾਂ ਦੁੱਧ, ਦਹੀਂ, ਮੱਖਣ, ਘਿਓ, ਪਨੀਰ ਜਿਹੜੀ ਚੀਜ਼ਾਂ ਹੈਗੀਆਂ ਬਹੁਤ ਹੈਵੀ ਹੁੰਦੇ ਨੇ ਡਾਈਜੈਸਟ ਕਰਨ ਵਾਸਤੇ, ਤੇ ਆਲਰੇਡੀ ਤੁਹਾਡਾ ਡਾਈਜੈਸਟਿਵ ਸਿਸਟਮ ਜਿਹੜਾ ਹੈਗਾ ਥੋੜਾ ਵੀਕ ਹੈਗਾ, ਇਸ ਕਰਕੇ ਉਹ ਮਿਊਕਸ ਜੰਮ ਰਹੀ ਹੈਗੀ। ਜਦ ਤੁਸੀਂ ਇਹਨਾਂ ਚੀਜ਼ਾਂ ਨੂੰ ਕੱਢੋਗੇ ਤਾਂ ਤੁਸੀਂ ਦੇਖੋਗੇ ਤੁਹਾਨੂੰ ਥੋੜਾ ਜਿਹਾ ਰਿਲੀਫ ਮਿਲਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਨਾਨ ਵੈਜੀਟੇਰੀਅਨ ਫੂਡ ਹੈ ਉਹ ਛੱਡਣਾ ਪਏਗਾ। ਜਿਹੜੇ ਵੀ ਮਾਰਕੀਟ ਦੇ ਡਿੱਬੇ ਬੰਦ ਰਿਫਾਈਨਡ ਚੀਜ਼ਾਂ ਹੈਗੀਆਂ, ਪੈਕਡ, ਪ੍ਰੋਸੈਸਡ, ਇਹ ਸਾਰੀ ਚੀਜ਼ਾਂ ਛੱਡਣੀਆਂ ਪੈਣਗੀਆਂ। ਸੋ ਇੱਕ ਜਨਰਲ ਡਾਈਟ ਐਂਡ ਲਾਈਫ ਸਟਾਈਲ ਜਿਹੜਾ ਹੈਗਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਰਿਹਾ ਹੈਗਾ, ਜਿਹੜਾ ਤੁਸੀਂ ਫੋਲੋ ਕਰ ਸਕਦੇ ਹੋ ਕੁਝ ਹੱਦ ਤੱਕ ਰਿਲੀਫ ਪ੍ਰਾਪਤ ਕਰਨ ਵਾਸਤੇ। ਤੇ ਕਈਆਂ ਦੇ ਕੇਸ ਵਿੱਚ ਅਗਰ ਸ਼ੁਰੂ ਵਿੱਚ ਹੀ ਪ੍ਰੋਬਲਮ ਸ਼ੁਰੂ ਹੋਈ ਹੈ ਤੇ ਪੂਰੀ ਤਰ੍ਹਾਂ ਠੀਕ ਵੀ ਹੋ ਸਕਦੀ ਹੈਗੀ ਹੈ। ਸੋ ਕਰਨਾ ਕੀ ਹੈਗਾ? ਸਭ ਤੋਂ ਪਹਿਲਾਂ ਸਵੇਰੇ ਉੱਠ ਕੇ, ਜਿਵੇਂ ਚਾਹ ਤੋਂ ਤੁਸੀਂ ਦਿਨ ਸ਼ੁਰੂ ਕਰਦੇ ਹੋਵੋਗੇ ਸ਼ਾਇਦ, ਸੋ ਉਸ ਚਾਹ ਦੀ ਜਗ੍ਹਾ ਤੁਸੀਂ ਕੀ ਲੈਣਾ ਹੈਗਾ? ਗਰਮ ਪਾਣੀ, ਬਹੁਤ ਗਰਮ ਪਾਣੀ ਲੈਣਾ ਹੈਗਾ ਤੇ ਉਹਦੇ ਵਿੱਚ ਪਾਣਾ ਹੈਗਾ 1 ਚਮਚ ਹਲਦੀ ਦਾ ਪਾਊਡਰ, ਤੇ ਉਹਨੂੰ ਘੋਲ ਕੇ ਤੇ ਆਰਾਮ ਨਾਲ ਚਾਹ ਵਾਂਗ ਤੁਸੀਂ ਆਪਣੇ ਮਨ ਨੂੰ ਇਹੀ ਕਹਿਣਾ ਹੈ ਕਿ ਇਹੀ ਮੇਰੀ ਚਾਹ ਹੈ, ਇਹੀ ਮੇਰੀ ਕੌਫੀ ਹੈ ਤੇ ਇਹੀ ਮੈਨੂੰ ਠੀਕ ਕਰੇਗੀ। ਤੇ ਉਹਨੂੰ ਤੁਸੀਂ ਸਿਪ ਕਰਕੇ ਆਰਾਮ ਨਾਲ ਪੀਣਾ ਹੈਗਾ ਤਾਂ ਕਿ ਉਹ ਗਲੇ ਵਿੱਚ ਲੱਗ ਕੇ ਜਾਵੇ ਤੇ ਉੱਥੇ ਐਂਟੀ ਇਨਫਲੇਮੇਟਰੀ ਐਕਸ਼ਨ ਆਪਣਾ ਕਰ ਸਕੇ ਤੇ ਮਿਊਕਸ ਨੂੰ ਪਿਘਲਾ ਸਕੇ। ਇੱਕ ਤਾਂ ਹੋ ਗਈ ਪਹਿਲੀ ਚੀਜ਼, ਫਰਸਟ ਥਿੰਗ ਇਨ ਦਾ ਮਾਰਨਿੰਗ ਔਨ ਵੇਕ ਅਪ। ਨੈਕਸਟ ਥਿੰਗ ਕੀ ਹੈਗਾ? ਤੁਹਾਡਾ ਬ੍ਰੇਕਫਾਸਟ। ਜਿਹੜਾ ਪਹਿਲਾ ਬ੍ਰੇਕਫਾਸਟ ਤੁਸੀਂ ਕਰਨਾ ਹੈ ਉਹ ਸਵੇਰੇ ਹੋਏਗਾ 9 ਵਜੇ। 9 ਵਜੇ ਦੇ ਆਸ-ਪਾਸ ਅੱਧਾ ਘੰਟਾ ਉੱਪਰ ਨੀਚੇ ਵੀ ਹੋ ਸਕਦਾ ਹੈ। ਤੇ ਉਹਦੇ ਵਿੱਚ ਕੀ ਖਾਣਾ ਹੈਗਾ? ਤੁਹਾਡੇ ਬੋਡੀ weight into 5 ਸਿਟਰਸ ਫਰੂਟਸ ਖਾਣੇ ਹੈਗੇ। ਮਤਲਬ ਅਗਰ ਤੁਹਾਡਾ ਬੋਡੀ weight ਹੈਗਾ 60 ਕਿਲੋ ਤੇ 60 into 5 ਯਾਨੀ ਕਿ 300 ਗ੍ਰਾਮ ਸਿਟਰਸ ਫਰੂਟਸ ਜ਼ਰੂਰ ਖਾਣੇ ਹੈਗੇ। ਯਾਨੀ ਕਿ ਅਗਰ ਸਵੇਰੇ ਤੁਸੀਂ ਇੱਕ ਬੋਲ ਬਣਾ ਲਿਆ, ਉਹਦੇ ਵਿੱਚ 3-4 ਤਰ੍ਹਾਂ ਦੇ ਸਿਟਰਸ ਫਰੂਟਸ ਹੋ ਗਏ, ਜਿਵੇਂ ਸੰਤਰਾ ਹੋ ਗਿਆ, ਮੌਸਮੀ ਹੋ ਗਿਆ, ਆਪਣਾ ਪਾਈਨਐਪਲ ਹੋ ਗਿਆ ਜਾਂ ਕੀਵੀ ਹੋ ਗਿਆ, ਇਹ ਜਿਹੜੇ ਫਰੂਟਸ ਹੈਗੇ ਐਟਲੀਸਟ 300 ਗ੍ਰਾਮ ਜ਼ਰੂਰ ਖਾਣੇ ਹੈਗੇ ਹੈ। ਸੋ ਫਿਰ ਇਹਨੂੰ ਖਾਣ ਤੋਂ ਬਾਅਦ 2 ਘੰਟਾ ਵੇਟ ਕਰਨਾ ਹੈਗਾ। 11-11:30 ਵਜੇ ਫਿਰ ਦੁਬਾਰਾ ਇੱਕ ਬੋਲ ਆਫ ਫਰੂਟਸ ਖਾਣਾ ਹੈਗਾ। ਉਹਦੇ ਵਿੱਚ ਹੁਣ ਡਿਫਰੈਂਟ ਤਰ੍ਹਾਂ ਦੇ ਫਰੂਟਸ ਹੋ ਸਕਦੇ ਹੈਗੇ, ਜਿਵੇਂ ਕਿ ਐਪਲ ਹੋ ਗਿਆ, ਪੇਅਰ ਹੋ ਗਿਆ, ਮੈਲਨਸ ਹੋ ਗਏ, ਬੈਰੀਜ਼ ਹੋ ਗਈਆਂ, ਇਹ ਸਾਰੇ ਫਰੂਟਸ ਤੁਸੀਂ ਖਾ ਸਕਦੇ ਹੋ। ਕਿੰਨਾ ਖਾਣਾ ਹੈਗਾ? ਬੋਡੀ weight into 5, ਯਾਨੀ ਕਿ ਐਟਲੀਸਟ ਜਿੰਨਾ ਤੁਹਾਡਾ ਬੋਡੀ weight ਹੈ ਉਹਨੂੰ 5 ਨਾਲ ਗੁਣਾ ਕਰੋ, ਯਾਨੀ ਅਗਰ 60 ਹੈਗਾ 60 into 5 ਫਿਰ 300 ਗ੍ਰਾਮ ਫਿਰ ਦੁਬਾਰਾ ਫਰੂਟਸ ਖਾਣੇ ਹੈਗੇ। ਇਸ ਤੋਂ ਬਾਅਦ ਹੁਣ ਫਿਰ 2-3 ਘੰਟੇ ਇਹਨੂੰ ਆਪਣਾ ਸਫਾਈ ਕਰਨ ਦਾ ਟਾਈਮ ਦੇਵੋ। ਫਿਰ 2-3 ਘੰਟੇ ਬਾਅਦ ਜਦ ਭੁੱਖ ਲੱਗੇਗੀ ਲਗਭਗ 1-1.5 ਵਜੇ, ਤਾਂ ਫਿਰ ਤੁਸੀਂ ਕੀ ਖਾਣਾ ਹੈਗਾ? ਬੋਡੀ weight into 5
ਰॉ ਵੈਜੀਟੇਬਲਸ। ਰॉ ਵੈਜੀਟੇਬਲ ਜਿਹੜੀ ਤੁਸੀਂ ਕੱਚੇ ਖਾ ਸਕਦੇ ਹੋ, ਜਿਵੇਂ ਕਿ ਸਲਾਦ ਵਿੱਚ ਕੀ ਹੁੰਦਾ ਹੈ, ਖੀਰਾ ਹੋ ਗਿਆ, ਕੱਕੜੀ, ਮੂਲੀ, ਗਾਜਰ, ਇਹ ਸਾਰੀ ਚੀਜ਼ਾਂ ਹੋ ਗਈਆਂ, ਇਹ ਤੁਸੀਂ ਖਾ ਸਕਦੇ ਹੋ। 300 ਗ੍ਰਾਮਸ ਇਹਨੂੰ ਖਾ ਲੈਣਾ ਹੈਗਾ। ਹੁਣ ਇੱਥੇ ਕਈ ਲੋਕ ਕਹਿੰਦੇ ਹੈਗੇ ਕਿ ਜਦੋਂ ਆਪਾਂ ਮੂਲੀ ਖਾਂਦੇ ਆ ਜਾਂ ਆਪਾਂ ਇਸ ਤਰ੍ਹਾਂ ਦੀ ਚੀਜ਼ਾਂ ਖਾਂਦੇ ਹੈਗੇ ਤਾਂ ਸਾਨੂੰ ਹੋਰ ਰੇਸ਼ਾ ਬਣਦਾ ਹੈ, ਹੋਰ ਸਿਰ ਦਰਦ ਹੁੰਦਾ ਹੈਗਾ। ਉੱਥੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਹੈਗਾ, ਉਹ ਮੂਲੀ ਨਹੀਂ ਹੈਗੀ ਜਿਹੜੀ ਤੁਹਾਡੀ ਪ੍ਰੋਬਲਮ ਨੂੰ ਵਧਾ ਰਹੀ ਹੈਗੀ, ਬਲਕਿ ਉਹ ਤਾਂ ਤੁਹਾਡੇ ਅੰਦਰੋਂ ਸਫਾਈ ਕਰ ਰਹੀ ਹੈਗੀ। ਜਦੋਂ ਸਫਾਈ ਹੁੰਦੀ ਹੈਗੀ ਤੇ ਹੋਰ ਗੰਦਗੀ ਬਾਹਰ ਨਿਕਲਦੀ ਹੈ ਤੇ ਸਾਨੂੰ, ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਕਿ ਉਹ ਸਫਾਈ ਹੋ ਰਹੀ ਹੈਗੀ, ਤੇ ਆਪਾਂ ਉਹਨੂੰ ਹੀ ਬਿਮਾਰੀ ਸਮਝਣਾ ਸ਼ੁਰੂ ਕਰ ਦਿੰਦੇ ਹੈਗੇ ਆ। ਸੋ ਜੇ ਤੁਹਾਨੂੰ ਲੱਗਦਾ ਹੈਗਾ ਕਿ ਹਾਂ ਦਿੱਕਤ ਹੋ ਰਹੀ ਹੈਗੀ, ਕੁਝ ਟਾਈਮ ਤੁਸੀਂ ਫਿਰ ਮੂਲੀ ਦੀ ਕੁਆਂਟੀਟੀ ਜਾਂ ਉਹ ਫੂਡ ਦੀ ਕੁਆਂਟੀਟੀ ਘਟਾ ਦਿਓ, ਜਿਸ ਕਰਕੇ ਜ਼ਿਆਦਾ ਐਕਸ਼ਨ ਫਾਸਟ ਹੋ ਰਿਹਾ ਹੈ। ਤੇ ਨਾਰਮਲੀ ਤੁਸੀਂ ਗਾਜਰ ਖਾਓ, ਖੀਰਾ ਖਾਓ, ਟਮਾਟਰ ਖਾਓ, ਤੇ ਇਹਦੇ ਨਾਲ ਵੀ ਕਾਫੀ ਹੱਦ ਤੱਕ ਫਾਇਦਾ ਮਿਲਦਾ ਹੈਗਾ। ਸੋ ਇਸ ਤਰ੍ਹਾਂ ਤੁਸੀਂ ਸੈਲਡ ਦੀ ਪਲੇਟ ਖਾ ਲੈਣੀ ਹੈਗੀ। ਤੇ ਜੇ ਇਸ ਤੋਂ ਬਾਅਦ ਖਾਣ ਤੋਂ ਬਾਅਦ ਤੁਹਾਡਾ ਪੇਟ ਨਹੀਂ ਭਰਦਾ ਹੈਗਾ, ਐਕਸੈਸਿਵ ਭੁੱਖ ਲੱਗਦੀ ਹੈ, ਬਹੁਤ ਜ਼ਿਆਦਾ ਭੁੱਖ ਲੱਗਦੀ ਹੈ, ਤੇ ਇੱਕ ਰੋਟੀ 2 ਕਟੋਰੀ ਸਬਜ਼ੀ ਦੇ ਨਾਲ ਤੁਸੀਂ ਖਾ ਸਕਦੇ ਹੈਗੇ ਹੋ, ਜਿਹਦੇ ਵਿੱਚ ਤੇਲ ਨਹੀਂ ਲਾਣਾ ਹੈਗਾ। ਬਿਨਾਂ ਤੇਲ ਪਾਏ ਤੋਂ, ਬਿਨਾਂ ਤੜਕਾ ਲਾਏ ਤੋਂ ਸਬਜ਼ੀ ਬਣਾਉਣੀ ਹੈਗੀ। ਉਹ ਵੀ ਤਰੀਕੇ ਹੁੰਦੇ ਸਬਜ਼ੀ ਬਣਾਉਣ ਦੇ, ਕਈਆਂ ਨੂੰ ਆਉਂਦੇ, ਕਈਆਂ ਨੂੰ ਨਹੀਂ ਆਉਂਦੇ। ਜੇ ਨਹੀਂ ਆਉਂਦੇ ਤੁਸੀਂ ਸਾਨੂੰ ਸੰਪਰਕ ਕਰਕੇ ਸਿੱਖ ਸਕਦੇ ਹੋ, ਟ੍ਰੇਨਿੰਗ ਲੈ ਸਕਦੇ ਹੋ ਕਿਵੇਂ ਬਣਾਉਣੀ ਹੈਗੀ। ਫਿਰ ਸ਼ਾਮ ਨੂੰ ਸਨੈਕਸ ਵਿੱਚ ਤੁਸੀਂ ਕੋਈ ਵੀ ਸਬਜ਼ੀ ਦਾ ਜੂਸ ਲੈ ਸਕਦੇ ਹੋ, ਫਰੂਟ ਦਾ ਜੂਸ ਲੈ ਸਕਦੇ ਹੋ, ਜਾਂ ਭਿਗੋਏ ਹੋਏ ਸਪਰਾਊਟਸ ਜਾਂ ਫਿਰ ਤੁਸੀਂ ਨਟਸ ਖਾ ਸਕਦੇ ਹੋ। ਫਿਰ ਰਾਤ ਨੂੰ ਇੱਕ ਵਾਰੀ ਜੋ ਤੁਸੀਂ ਡਿਨਰ ਖਾਂਦੇ ਹੋ ਨਾਰਮਲੀ, ਉਹ ਤੁਸੀਂ ਖਾ ਸਕਦੇ ਹੋ ਆਪਣੀ ਮਨਮਰਜ਼ੀ ਨਾਲ, ਜਿਹੜਾ ਤੁਹਾਡਾ ਮਨ ਕਰਦਾ ਖਾਣ ਦਾ। ਸੋ ਇੱਕ ਟਾਈਮ ਤੁਹਾਨੂੰ ਖੁੱਲੀ ਛੁੱਟੀ ਹੈਗੀ, ਬਾਕੀ ਟਾਈਮ ਤੁਸੀਂ ਸਵੇਰੇ ਸਿਟਰਸ ਫਰੂਟਸ, ਫਿਰ ਬਾਕੀ ਫਰੂਟਸ, ਫਿਰ ਸੈਲਡਸ, ਉਸ ਤੋਂ ਬਾਅਦ ਨਟਸ ਐਂਡ ਜੋ ਵੀ ਤੁਸੀਂ ਸਨੈਕਸ ਕਰਨਾ ਚਾਹੁੰਦੇ ਹੋ, ਔਰ ਰਾਤ ਨੂੰ ਆਪਣੇ ਮਨਪਸੰਦ ਜਿਹੜੀ ਚੀਜ਼ ਹੈਗੀ ਤੁਸੀਂ ਖਾ ਸਕਦੇ ਹੋ। ਸੋ ਇਹ ਇੱਕ ਜਨਰਲ ਡਾਈਟ ਐਂਡ ਲਾਈਫ ਸਟਾਈਲ ਹੈਗਾ ਜੋ ਤੁਸੀਂ ਫੋਲੋ ਕਰ ਸਕਦੇ ਹੋ। ਬਟ ਇਹ ਤੁਸੀਂ ਤਾਂ ਕਰਨਾ ਹੈਗਾ ਜੇ ਤੁਹਾਡੀ ਉਮਰ ਜਿਹੜੀ ਹੈਗੀ 30 ਸਾਲ ਤੋਂ ਘੱਟ ਹੈਗੀ ਹੈ। ਇਸ ਤੋਂ ਇਲਾਵਾ ਤੁਹਾਨੂੰ ਸਿਰਫ ਸਾਹ ਦੀ ਜਿਹੜੀ ਰੈਸਪੀਰੇਟਰੀ ਟਰੈਕ ਦੀ ਤਕਲੀਫ ਨੇ, ਇਸ ਤੋਂ ਇਲਾਵਾ ਹੋਰ ਕੋਈ ਬਿਮਾਰੀ ਨਹੀਂ ਹੈਗੀ, ਲਾਈਕ ਤੁਹਾਨੂੰ ਸ਼ੂਗਰ ਜਾਂ ਬੀਪੀ ਜਾਂ ਹੋਰ ਅਲੱਗ-ਅਲੱਗ ਪ੍ਰੋਬਲਮਸ ਨਹੀਂ ਹੈਗੀਆਂ, ਸਿਰਫ ਇੱਕੋ ਪ੍ਰੋਬਲਮ ਹੈ ਤੇ ਉਹਦੇ ਵਾਸਤੇ ਤੁਸੀਂ ਇਹ ਸ਼ੋਅ ਦੇਖ ਰਹੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਬਹੁਤ ਸਾਰੀ ਦਵਾਈਆਂ ਨਹੀਂ ਖਾ ਰਹੇ ਹੋ। ਤਾਂ ਜੇ ਇਸ ਤਰ੍ਹਾਂ ਹੈਗਾ ਤਾਂ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਸੇਫਲੀ। ਤੇ ਜੇ ਤੁਹਾਨੂੰ ਹੋਰ ਪ੍ਰੋਬਲਮਸ ਹੈਗੀਆਂ ਤੇ ਤੁਸੀਂ ਪਲੀਜ਼ ਇਹਨੂੰ ਸੁਪਰਵਿਜ਼ਨ ਗਾਈਡੈਂਸ ਵਿੱਚ ਹੀ ਫੋਲੋ ਕਰੋ, ਤਾਂ ਤੁਹਾਨੂੰ ਫਾਇਦਾ ਮਿਲੂਗਾ। ਬਿਲਕੁਲ ਜੀ। ਤੇ ਸਾਨੂੰ ਕੁਝ ਦਰਸ਼ਕ ਪੁੱਛ ਰਹੇ ਸੀਗੇ ਜਿਨ੍ਹਾਂ ਨੇ ਜਾਣਕਾਰੀ ਲੈਣਾ ਚਾਹੁੰਦੇ ਸੀਗੇ ਤੁਹਾਡੇ ਤੋਂ, ਇੱਕ ਤਾਂ ਕਿ ਕੋਰਸ ਦੇ ਬਾਰੇ ਵਿੱਚ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇ ਦਿਓ ਤੇ ਕਿਵੇਂ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਉਹਦੇ ਲਈ। ਹਾਂਜੀ, ਸੋ ਜਿਹੜਾ ਸਾਡਾ ਕੋਰਸ ਹੈਗਾ ਐਡਵਾਂਸ ਨਿਊਟ੍ਰੀਸ਼ਨ ਥੈਰੇਪੀ, ਜਿਸ ਤਰ੍ਹਾਂ ਅੱਜ ਦੇ ਸ਼ੋਅ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ, ਇਸੇ ਤਰ੍ਹਾਂ ਪੂਰੀ ਇਸ ਤੋਂ ਵੀ ਜ਼ਿਆਦਾ ਡੂੰਘਾਈ ਵਿੱਚ ਜਾ ਕੇ ਆਪਾਂ ਬੀਪੀ, ਆਪਾਂ ਡਾਇਬਟੀਜ਼, ਥਾਈਰੋਇਡ ਤੇ ਓਵਰਆਲ ਜਨਰਲ ਲਾਈਫ ਸਟਾਈਲ ਜਿਹਦੇ ਨਾਲ ਫੋਲੋ ਕਰਕੇ ਆਪਾਂ ਬਿਮਾਰੀਆਂ ਤੋਂ ਪਿੱਛਾ ਛੁਡਾ ਸਕਦੇ ਆ, ਉਹ ਸਾਰੀ ਟ੍ਰੇਨਿੰਗ ਆਪਾਂ ਉਸ ਕੋਰਸ ਵਿੱਚ ਦਿੰਦੇ ਹੈਗੇ ਆ। ਤੇ ਉਹਦੇ ਵਿੱਚ 5 ਵੀਡੀਓਜ਼ ਹੁੰਦੀਆਂ ਨੇ ਜਿਹੜੀ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਇੱਕ ਬੁੱਕ ਪ੍ਰੋਵਾਈਡ ਕੀਤੀ ਜਾਂਦੀ ਹੈ, ਫਿਰ ਤੁਹਾਡਾ ਐਗਜ਼ਾਮ ਹੁੰਦਾ ਹੈ ਤੇ ਮੇਰੇ ਨਾਲ ਇੱਕ ਲਾਈਵ ਸੈਸ਼ਨ ਹੁੰਦਾ ਹੈਗਾ। ਸੋ ਸਾਰੀ ਟ੍ਰੇਨਿੰਗ ਤੁਹਾਨੂੰ ਦਿੱਤੀ ਜਾਂਦੀ ਹੈਗੀ। ਇਹ ਕੋਰਸ ਜਿਹੜਾ ਹੈਗਾ ਆਨਲਾਈਨ ਕੋਰਸ ਹੈਗਾ, ਸੈਲਫ ਪੇਸਡ ਕੋਰਸ ਹੈਗਾ, ਯਾਨੀ ਤੁਸੀਂ ਆਪਣੀ ਸਪੀਡ ਤੇ ਜਿਸ ਵੇਲੇ ਤੁਸੀਂ ਪੜ੍ਹਨਾ ਚਾਹੁੰਦੇ ਹੋ, ਜਿਸ ਵੇਲੇ ਦੇਖਣਾ ਚਾਹੁੰਦੇ ਹੋ, ਤੁਸੀਂ ਉਸ ਵੇਲੇ ਕਰ ਸਕਦੇ ਹੋ। ਸੋ ਇਹਨੂੰ ਜੁਆਇਨ ਕਰਨ ਵਾਸਤੇ ਤੁਸੀਂ WhatsApp ਤੇ ਜਿਹੜਾ ਨੰਬਰ ਹੈਗਾ ਸਕਰੀਨ ਤੇ ਦਿੱਤਾ ਹੋਇਆ ਹੈਗਾ +91 971842 22691, ਇਸ ਦੇ ਉੱਤੇ ਮੈਸੇਜ ਛੱਡ ਸਕਦੇ ਹੋ, ਆਈ ਵਾਂਟ ਟੂ ਜੁਆਇਨ ਦਾ ਕੋਰਸ, ਐਂਡ ਤੁਹਾਨੂੰ ਪ੍ਰੋਸੀਜਰ ਸਮਝਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਪਰਸਨਲ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਆਪਣੀ ਰੈਸਪੀਰੇਟਰੀ ਇਲਨੈਸ ਵਾਸਤੇ ਜਾਂ ਕਿਸੇ ਹੋਰ ਬਿਮਾਰੀ ਵਾਸਤੇ ਵੀ, ਤਾਂ ਵੀ ਇਸੇ ਨੰਬਰ ਦੇ ਉੱਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ, ਆਈ ਨੀਡ ਪਰਸਨਲ ਕੰਸਲਟੇਸ਼ਨ, ਤੇ ਤੁਹਾਨੂੰ ਪ੍ਰੋਸੀਜਰ ਸਮਝਾ ਦਿੱਤਾ ਜਾਵੇਗਾ। ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਈ ਵਾਰੀ ਲੋਕੀ ਸਾਨੂੰ ਕਾਲ ਕਰਦੇ ਹੈਗੇ, ਬਟ ਤੁਸੀਂ ਕਾਲ ਨਾ ਕਰਿਆ ਕਰਿਓ, ਬਿਕਾਜ਼ ਕਾਲ ਦੀ ਵੋਲਿਊਮ ਬਹੁਤ ਜ਼ਿਆਦਾ ਹੁੰਦੀ ਹੈ ਐਂਡ ਵੀ ਕੈਨ ਨਾਟ ਆਨਸਰ ਆਲ ਦ ਕਾਲਸ। ਸੋ ਇਟਸ ਆਲਵੇਜ਼ ਗੁੱਡ ਕਿ ਤੁਸੀਂ ਇੱਕ ਵਾਰ WhatsApp ਮੈਸੇਜ ਛੱਡ ਦਿੱਤਾ ਜਾਵੇ ਤਾਂ ਕਿ ਅਸੀਂ ਤੁਹਾਨੂੰ ਫਿਰ ਟਾਈਮਲੀ ਰਿਸਪੌਂਸ ਕਰ ਸਕੀਏ। ਬਿਲਕੁਲ ਜੀ। ਤੇ ਇੱਕ ਗੱਲ ਜ਼ਰੂਰ ਦੱਸ ਦਈਏ ਕਿ ਕਮਲ ਜੀ ਕੋਈ ਮੈਡੀਸਨ ਨਹੀਂ ਦਿੰਦੇ, ਬਲਕਿ ਤੁਹਾਡੀਆਂ ਦਵਾਈਆਂ ਛੁਡਵਾਉਂਦੇ ਨੇ। ਕਿਵੇਂ ਛੁਡਵਾਉਂਦੇ ਨੇ? ਤੁਸੀਂ ਆਪਣੀ ਡਾਈਟ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਖਾਣਾ ਆ, ਸੋ ਉਹ ਚੀਜ਼ਾਂ ਤੁਹਾਨੂੰ ਦੱਸੀਆਂ ਜਾਂਦੀਆਂ ਨੇ। ਆਪਣਾ ਫੇਵਰੇਟ ਫੂਡ ਵੀ ਤੁਸੀਂ ਖਾ ਸਕਦੇ ਹੋ, ਪਰ ਇਸ ਤੋਂ ਪਹਿਲਾਂ ਤੁਸੀਂ ਕੀ ਖਾ ਸਕਦੇ ਹੋ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਸਰ, ਜੇਕਰ ਤੁਹਾਡੀਆਂ ਕਿਸੇ ਨੇ ਵੀਡੀਓਜ਼ ਦੇਖਣੀਆਂ ਹੋਣ ਜਾਂ ਜਾਣਕਾਰੀ ਲੈਣੀ ਹੋਵੇ, ਕੁਝ ਕੁਕਿੰਗ ਟਿਪਸ ਲੈਣੇ ਹੋਣ, ਕਿੱਥੇ ਲੈ ਸਕਦੇ ਨੇ? ਹਾਂ, ਸਾਡਾ ਇੱਕ YouTube ਚੈਨਲ ਹੈਗਾ ਕਮਲਪ੍ਰੀਤ ਸਿੰਘ ਗੋ ਸਾਤਵਿਕ ਕਰਕੇ, ਤੁਸੀਂ ਉਸ YouTube ਚੈਨਲ ਤੇ ਜਾ ਕੇ ਸਾਡੀ ਵੀਡੀਓਜ਼ ਦੇਖ ਸਕਦੇ ਹੋ। ਕੁਝ ਕੁਕਿੰਗ ਦੀ ਰੈਸਿਪੀਜ਼, ਕੁਝ ਡੀਟੌਕਸ ਡਰਿੰਕਸ, ਉਹਨਾਂ ਦੀ ਰੈਸਿਪੀਜ਼ ਵੀ ਦੇਖ ਸਕਦੇ ਹੋ, ਐਂਡ ਆਪਣੇ ਪਰਿਵਾਰ ਦਾ ਸਵਾਸਥ ਜਿਹੜਾ ਹੈਗਾ ਉਹ ਠੀਕ ਰੱਖ ਸਕਦੇ ਹੋ। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚ ਆਉਣ ਲਈ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸੋ ਦੋਸਤੋ, ਇਸ ਸਾਡਾ ਪ੍ਰੋਗਰਾਮ ਹੈਲਥ ਟਾਕ, ਤੇ ਇਸ ਤੋਂ ਬਾਅਦ ਤੁਸੀਂ ਕਮਲ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਤੁਹਾਨੂੰ ਦੇ ਦਿੱਤੇ ਗਏ ਨੇ, ਨੰਬਰ ਹੈ ਜੀ 9718422691। ਇਹ ਇੰਡੀਆ ਦਾ WhatsApp ਨੰਬਰ ਹੈ। ਅੱਗੇ ਇੰਡੀਆ ਦਾ ਕੋਡ ਲਗਾ ਕੇ ਪਹਿਲਾਂ ਇੱਕ ਮੈਸੇਜ ਜ਼ਰੂਰ ਛੱਡ ਦਿਓ, ਕਾਲ ਕਰਨ ਤੋਂ ਪਹਿਲਾਂ ਤੁਹਾਨੂੰ ਬੈਕ ਕਾਲ ਆ ਜਾਏਗੀ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।